ਤਾਂ ਜਹਾਨ ਹੈ। ਸਰੀਰ ਤੰਦਰੁਸਤ ਹੈ, ਇਉਂ ਲੱਗਦਾ ਸਾਰਾ ਸੰਸਾਰ ਜੀਵਨ ਦਾ ਆਨੰਦ ਮਾਣਦੇ ਆ। ਜੇ ਕਿਤੇ ਬਿਮਾਰੀਆਂ ਨੇ ਜਫਾਨ ਮਾਰਿਆ, ਇਉਂ ਲੱਗਦਾ ਸਾਰਾ ਸੰਸਾਰ ਸੁੱਤਾ। ਇਸੇ ਦੇ ਮੱਦੇ ਨਜ਼ਰ ਵਰ੍ਹਿਆਂ ਤੋਂ ਸਿਹਤ ਸੰਬੰਧੀ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸ਼ਨੀਚਰਵਾਰ ਨੂੰ ਪਹਿਲੇ 2 ਘੰਟੇ ਸਿਹਤ ਸੰਬੰਧੀ ਵਿਸ਼ੇਸ਼ ਗੱਲਬਾਤ ਹੁੰਦੀ ਹੈ ਤੇ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਫਿਕਸਡ ਹੈ। ਡਾਕਟਰ ਸਾਹਿਬ ਕਈ ਵਾਰੀ ਬਾਹਰ ਵੀ ਗਏ ਹੁੰਦੇ ਆ ਤਾਂ ਵੀ ਉੱਥੋਂ ਟਾਈਮ ਕੱਢ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਆ। ਡਾਕਟਰ ਪਰਮਜੀਤ ਸਿੰਘ ਸਿੱਧੂ ਸਾਡੇ ਉੱਗੇ ਵੈਟਨੇਰੀਅਨ ਨੇ। ਉਹ ਕੋਈ ਵੀ ਪ੍ਰੋਗਰਾਮ ਇਹੋ ਜਿਹਾ ਛੱਡਦੇ ਨਹੀਂ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸਵਾਲ ਪਾਇਆ ਕਿ ਗਿਆ ਸੀ ਕਿ ਅੱਜ ਕੌਣ ਹੋਣਗੇ ਡਾਕਟਰ। ਉਹਨਾਂ ਨੇ ਪਹਿਲਾਂ ਲਿਖਤਾ ਕਿ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੀ ਇੰਤਜ਼ਾਰ ਦੇ ਵਿੱਚ ਆ। ਨਾਲੇ ਕੰਨਾਂ ਨੂੰ ਟੂਟੀਆਂ ਲਾਈਆਂ ਹੁੰਦੀਆਂ ਨੇ ਤੇ ਸੜਕ ਦੇ ਉੱਤੇ ਭੱਜ ਰਹੇ ਹੁੰਦੇ, ਐਕਸਰਸਾਈਜ਼ ਕਰ ਰਹੇ ਹੁੰਦੇ ਆ। ਡਾਕਟਰ ਪ੍ਰਗਟ ਸਿੰਘ ਭੁਰਜੀ ਸਾਡੀ ਕਮਿਊਨਿਟੀ ਦਾ ਮਾਣ ਨੇ। ਜਿੱਥੇ ਬੱਚਿਆਂ ਦੇ ਡਾਕਟਰ ਨੇ ਉੱਥੇ ਉੱਗੇ ਸਮਾਜ ਸੇਵੀ ਤੇ ਗੁਰੂ ਬਖਸ਼ਿਸ਼ ਕਰੇ ਕੋਵਿਡ ਢਾਲਿਆ ਆਪਾਂ ਤੇ ਆਉਣ ਵਾਲੇ ਨਗਰ ਕੀਰਤਨ ਦੇ ਵਿੱਚ ਭਾਈ ਕਨਈਆ ਦੀ ਜਿਹੜੀ ਸੇਵਾ ਹੈ ਉਸੇ ਤਰ੍ਹਾਂ ਕਰਦੇ ਨਗਰ ਕੀਰਤਨਾਂ ਦੇ ਵਿੱਚ ਤੁਹਾਨੂੰ ਡਾਕਟਰ ਪ੍ਰਗਟ ਸਿੰਘ ਭੁਰਜੀ ਨਜ਼ਰ ਆਉਂਦੇ ਨੇ। ਤੇ ਅੱਜ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਦੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਬੜੀਆਂ ਅਹਿਮ ਗੱਲਾਂ ਬਾਤਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬੇਨਤੀ ਹੈ ਸਾਰਿਆਂ ਨੂੰ ਪਹਿਲੇ ਘੰਟੇ ਦੇ ਵਿੱਚ ਯਤਨ ਕਰੀਦਾ ਕਿ ਡਾਕਟਰ ਸਾਹਿਬ ਤੋਂ ਸਾਰੇ ਮੇਰੇ ਮਨ ਦੇ ਵਿੱਚ ਜਿਹੜੇ ਆਏ ਸਵਾਲ ਨੇ ਅੱਜ ਕੱਲ੍ਹ ਕੀ ਕੁਝ ਚੱਲ ਰਿਹਾ ਉਹਦੇ ਸੰਬੰਧੀ ਤੇ ਫਿਰ ਤੁਹਾਡੇ ਸਵਾਲ ਹੁੰਦੇ ਆ। ਤੁਸੀਂ ਕਾਲ ਕਰਨੀ ਹੁੰਦੀ ਹੈ 6144 247 1550। ਆਓ ਫਿਰ ਡਾਕਟਰ ਸਾਹਿਬ ਦਾ ਸਾਰੇ ਰਲ ਮਿਲ ਕੇ ਕਰੀਏ ਸਵਾਗਤ। ਡਾਕਟਰ ਸਾਹਿਬ ਦਿਲਾਂ ਦੀ ਸਾਂਝ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਮੇਰੇ ਵੀਰ ਸਰਦਾਰ ਕੁਲਦੀਪ ਸਿੰਘ ਜੀ ਤੇ ਸਾਰੇ ਹੀ ਮੇਰੇ ਟੱਬਰ ਵਰਗੇ, ਮੇਰੇ ਪਰਿਵਾਰ ਵਰਗੇ, ਮੇਰੇ ਹਰ ਦਿਲ ਅਜੀਜ਼ ਸਰੋਤਿਆਂ ਨੂੰ ਮੈਂ ਸਿਰ ਝੁਕਾ ਕੇ ਬਹੁਤ ਆਦਰ ਸਨਮਾਨ ਦੇ ਨਾਲ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਕੇਮ ਸ਼ੋ, ਕਸਾ ਹੈ, ਸਲੋ, ਬੋਨਜੋਰ, ਬਿਊਨਸ ਡਾਇਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਗੱਲਾਂ ਡਾਕਟਰ ਸਾਹਿਬ ਬਹੁਤ ਕਰਨ ਵਾਲੀਆਂ ਨੇ ਤੇ ਜੀ ਤੁਸੀਂ ਵੀ ਬਾਈਕਿੰਗ ਤੇ ਅਜੇ ਜਾਣਾ ਹੈ, ਸਾਈਕਲ ਤੁਹਾਡਾ ਇੰਤਜ਼ਾਰ ਕਰ ਰਹੇ ਆ। ਹਾਂਜੀ ਅੱਜ ਕਈ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪਹਿਲੀ ਗੱਲ ਆਪਾਂ ਦੰਦਾਂ ਦੇ ਫਲੋਸਿੰਗ ਤੋਂ ਸ਼ੁਰੂ ਕਰ ਲੈਂਦੇ ਆ ਕਿ ਜਿਹੜੇ ਦੰਦਾਂ ਦੇ ਫਲੋਸ ਕਰਨਾ ਕਿੰਨਾ ਕੁ ਜ਼ਰੂਰੀ ਹੈ। ਪਤਾ ਲੱਗਾ ਹੈ ਕੋਈ ਸਟੱਡੀ ਆਈ ਹੈ, ਮੈਂ ਦੇਖ ਰਿਹਾ ਸੀ, ਟਾਈਪ 1 ਜਿਹੜੀ ਡਾਇਬੀਟੀਜ਼ ਹੈ ਇਹਦੇ ਨਾਲ ਕੋਈ ਦੰਦਾਂ ਦੀ ਫਲੋਸਿੰਗ ਦਾ ਕੋਈ ਇਫੈਕਟ ਹੈ ਪੈਂਡੇਮਿਕ ਦੇ ਦੌਰਾਨ? ਬਹੁਤ ਸਵਾਲ ਹੈਗਾ। ਔਰ ਹਾਂਜੀ ਸਟੱਡੀ ਜਿਹੜੀ ਹੈਗੀ ਆ ਇਹ ਪਿਛਲੇ 10 ਸਾਲ ਤੋਂ ਕੀਤੀ ਜਾ ਰਹੀ ਸੀ ਔਰ ਇਹਦੇ ਵਿੱਚ 2 ਚੀਜ਼ਾਂ ਸਾਹਮਣੇ ਆਈਆਂ। ਪਹਿਲੀ ਚੀਜ਼ ਤੇ ਇਹ ਹੈਗੀ ਆ ਵੀ ਸਾਨੂੰ ਆਪਣੀ ਦੰਦਾਂ ਦੀ ਸੰਭਾਲ ਰੱਖਣੀ ਚਾਹੀਦੀ ਆ ਔਰ ਦੰਦ ਸਹੀ ਰਹਿਣਗੇ ਤੇ ਸਾਡਾ ਪੌਸ਼ਟਿਕ ਆਹਾਰ ਔਰ ਸਾਡਾ ਨਿਊਟ੍ਰੀਸ਼ਨ ਖਾਣ ਦਾ ਜਿਹੜਾ ਵਤੀਰਾ ਉਹ ਨਾਰਮਲ ਔਰ ਵਧੀਆ ਰਹੂਗਾ, ਜਿਹੜਾ ਕੈਨੇਡਾ ਫੂਡ ਗਾਈਡ ਅਕਸਰ ਅਸੀਂ ਜ਼ਿਕਰ ਕਰਦੇ ਹਾਂ। ਦੂਜਾ ਆਪਾਂ ਦੰਦ ਜਿਹੜੇ ਹੈਗੇ ਆ ਦਿਨ 'ਚ 2 ਵਾਰੀ ਸੁਬਹ ਔਰ ਸ਼ਾਮ ਮਤਲਬ ਬਰਸ਼ ਤਾਂ ਕਰਦੇ ਹਾਂ, ਵਿੱਚ ਫਲੋਸਿੰਗ ਵੀ ਕਰਨੀ ਚਾਹੀਦੀ ਹੈ। ਦੰਦਾਂ ਦੇ ਵਿੱਚ ਧਾਗਾ ਜਿਹਾ ਹੁੰਦਾ ਜਾਂ ਅੱਜ ਕੱਲ੍ਹ ਸਟਰਿੰਗ ਮਿਲ ਜਾਂਦੇ ਆ, ਸੋ ਉਹਦੇ ਨਾਲ ਜਿਹੜਾ ਡੈਂਟਲ ਵਿਜ਼ਿਟ ਆ, ਦੇਖੋ ਕਈਆਂ ਦੀ ਤਾਂ ਇੰਸ਼ੋਰੈਂਸ ਹੈਗੀ ਆ, ਕਈਆਂ ਮੇਰੇ ਵਰਗਿਆਂ ਦੀ ਨਹੀਂ ਆ, ਮੈਨੂੰ ਪੈਸੇ ਦੇਣੇ ਪੈਂਦੇ ਜਦੋਂ ਮੈਂ ਡੈਂਟਿਸਟ ਵੀ ਜਾਂਦਾ, ਤਾਂ ਤੁਹਾਡੇ ਪੈਸੇ ਵੀ ਬਚਣਗੇ, ਤੁਹਾਡਾ ਡੈਂਟਿਸਟ ਵੀ ਖੁਸ਼ ਰਹੂਗਾ ਵੀ ਇਹ ਆਪਣਾ ਮੂੰਹ ਮਾਂਦਰਾ ਮਤਲਬ ਦੰਦ ਠੀਕ ਰੱਖ ਰਿਹਾ। ਹੁਣ ਜਿਹੜੀ ਡੈਂਟਲ ਫਲੋਸਿੰਗ ਦੀ ਸਟੱਡੀ ਆ ਇਹ ਨਿਊਯਾਰਕ ਤੋਂ ਆਈ ਆ। ਇਹਦੇ 'ਚ ਇਹਨਾਂ ਨੇ ਦੇਖਿਆ ਵੀ ਜਿਨ੍ਹਾਂ ਵਿਅਕਤੀਆਂ ਦੇ ਦੰਦ ਖਰਾਬ ਹੁੰਦੇ ਆ ਜਾਂ ਜਿਹੜੇ ਡੈਂਟਲ ਫਲੋਸਿੰਗ ਨਹੀਂ ਕਰਦੇ ਉਹਨਾਂ ਦੇ ਵਿੱਚ ਅਗਾਂਹ ਚੱਲ ਕੇ ਜਿਹੜਾ ਅਲਜ਼ਾਈਮਰ ਜਾਂ ਡਿਮੈਂਸ਼ੀਆ ਉਹਦੇ ਚਾਂਸਿਸ 1.5 ਗੁਣਾ ਜ਼ਿਆਦਾ ਆਵਾਮ ਤੋਂ ਵਧਣ ਦੀ ਸੰਭਾਵਨਾ ਹੈਗੀ ਹੈ।
ਦੇਖੋ ਅਲਜ਼ਾਈਮਰ ਜਿਹੜਾ ਹੈਗਾ ਡਿਮੈਂਸ਼ੀਆ ਉਹ ਉਮਰ ਦੇ ਹਿਸਾਬ ਦੇ ਨਾਲ ਹੁੰਦਾ। ਜਦੋਂ ਉਮਰ 65% ਤੋਂ ਉੱਤੇ ਹੈ ਤਾਂ 15% ਲੋਕ ਨੂੰ ਹੋਣਾ ਸ਼ੁਰੂ ਹੋ ਜਾਂਦਾ। ਜਿਉਂ ਜਿਉਂ ਉਮਰ ਵੱਧਦੀ ਹੈ ਤਿਉਂ ਹੁੰਦਾ। ਔਰ ਨਾਰਥ ਅਮਰੀਕਾ ਦੇ ਵਿੱਚ ਬਹੁਤ ਵੱਡੀ ਮਾਤਰਾ 'ਚ ਇੱਕ ਕ੍ਰਾਈਸਿਸ ਦਾ ਮੋਡ ਹੈ, ਕਿਉਂਕਿ ਲੰਬੇਰੀ ਉਮਰ ਹੁੰਦੀ ਜਾਂਦੀ ਹੈ, ਲੋਕਾਂ ਦੀ ਡਿਮੈਂਸ਼ੀਆ ਦੇ ਚਾਂਸਿਸ ਵੱਧਦੇ ਆ। ਸੋ ਕਿਤੇ ਨਾ ਕਿਤੇ ਦੰਦਾਂ ਦਾ ਕੋਈ ਡਾਇਰੈਕਟ ਸੰਬੰਧ ਹੈਗਾ। ਜਿਹੜੇ ਸਾਡੇ ਦੰਦ ਆ ਔਰ ਸਾਡਾ ਬ੍ਰੇਨ ਆ ਉਹਨਾਂ ਦਾ ਡਾਇਰੈਕਟ ਸੰਬੰਧ ਹੈ। ਔਰ ਮੈਂ ਪਿਛੋਕੜ 'ਚ ਲੈ ਕੇ ਜਾਣਾ ਚਾਹੁੰਦਾ, ਜਦੋਂ ਆਪਾਂ ਮਾਤਾ ਦੇ ਗਰਭ 'ਚ ਹੁੰਦੇ ਆ ਔਰ ਮੁੱਢਲੇ ਦਿਨਾਂ 'ਚ ਸਾਡੇ ਕੁਛ ਸੈੱਲ ਦੀ ਹੋਂਦ ਹੁੰਦੀ ਆ, ਉਹ ਸੈੱਲ 3 ਹਿੱਸਿਆਂ 'ਚ ਡਿਵਾਈਡ ਹੁੰਦੇ ਆ। ਜਿਹੜਾ ਐਕਟੋਡਰਮ ਆ, ਜਿਹਦੇ ਵਿੱਚ ਬਾਹਰਲੀ ਚੀਜ਼ ਡਿਵੈਲਪ ਹੁੰਦੀ ਆ, ਉਹਦੇ ਸਾਡਾ ਚਮੜਾ, ਸਾਡੇ ਵਾਲ, ਸਾਡੇ ਦੰਦ ਤੇ ਸਾਡਾ ਬ੍ਰੇਨ, ਇਹ ਪ੍ਰੀਕਰਸਰ ਇੱਕੋ ਸੈੱਲ ਤੋਂ ਡਿਵੈਲਪ ਹੁੰਦੇ ਆ। ਸੋ ਕਿਤੇ ਨਾ ਕਿਤੇ ਦੰਦਾਂ ਦਾ, ਸਾਡੇ ਚਮੜੇ ਦਾ, ਸਾਡੇ ਕੇਸਾਂ ਦਾ ਔਰ ਬ੍ਰੇਨ ਦਾ ਡਾਇਰੈਕਟ ਹੀ ਸੰਬੰਧ ਹੈਗਾ। ਇਹ ਸਟੱਡੀ ਦੱਸ ਰਹੀ ਆ। ਉਹਦੇ ਨਾਲ ਨਾਲ ਸਟੱਡੀ ਨੇ ਇਹ ਵੀ ਦੱਸਿਆ ਵੀ ਅਗਰ ਦੰਦ ਖਰਾਬ ਆ ਤੇ ਤੁਹਾਨੂੰ ਹਾਰਟ ਪ੍ਰੋਬਲਮ ਹੋਣ ਦੀ ਸੰਭਾਵਨਾ, ਟਾਈਪ 1 ਡਾਇਬਟੀਜ਼ ਹੋਣ ਦੀ ਸੰਭਾਵਨਾ, ਟਾਈਪ 2 ਹੋਣ ਦੀ ਸੰਭਾਵਨਾ। ਔਰ ਜਿਹੜਾ ਇਹ ਦੰਦ ਦੀ ਸੰਭਾਲ ਬਹੁਤ ਜ਼ਰੂਰੀ ਆ। ਸੋ ਡੈਂਟਲ ਵਿਜ਼ਿਟਸ ਵਧੀਆ ਰੱਖਣੇ ਚਾਹੀਦੇ ਔਰ ਆਪਣੇ ਦੰਦ ਸੰਭਾਲੋ। ਉਹਦੇ ਸਟੱਡੀ 'ਚ ਇਹ ਵੀ ਆਇਆ ਸੀ ਵੀ ਅਗਰ ਸਮਝੋ ਕਿਸੇ ਦੇ ਦੰਦ ਬਹੁਤ ਖਰਾਬ ਹੋ ਗਏ ਹੁੰਦੇ ਆ, ਕਈ ਵਾਰ ਡੈਂਟਲ ਫਿਲਿੰਗ ਹੋ ਜਾਂਦੀ ਆ, ਕਈ ਵਾਰ ਦੰਦ ਇੰਨੇ ਖਰਾਬ ਹੋ ਜਾਂਦੇ ਡੈਂਟਿਸਟ ਕਹਿੰਦੇ ਆ ਵੀ ਨਹੀਂ ਹੁਣ ਕਢਾ ਕੇ ਤੁਸੀਂ ਡੈਂਚਰਸ ਲਾ ਲਓ। ਜਿਹੜੇ ਡੈਂਚਰਸ ਲਾਉਂਦੇ ਆ ਉਹਨਾਂ ਦੀ ਵੀ ਜ਼ਿੰਦਗੀ ਠੀਕ ਹੈ, ਕਿਉਂਕਿ ਫਿਰ ਉਹ ਚਿਊ ਕਰ ਸਕਦੇ ਆ ਔਰ ਜਿਹੜਾ ਖਾਣਾ ਜਿਹੜਾ ਉਹ ਖਾ ਰਹੇ ਆ ਉਹਨਾਂ ਨੂੰ ਵਧੀਆ ਮਿਲ ਰਿਹਾ। ਦੂਜੀ ਗੱਲ ਸੀ ਜਿਹੜਾ ਪੈਂਡੇਮਿਕ ਹੋਇਆ ਹੁਣ ਕੋਵਿਡ ਦਾ, ਇਹ ਨਾ ਮੈਂ ਅਕਸਰ ਮੇਰੇ ਦੋਸਤ ਮਿੱਤਰ ਜਿਹੜੇ ਹਸਪਤਾਲ 'ਚ ਜ਼ਿਆਦਾ ਕੰਮ ਕਰਦੇ ਆ, ਐਮਰਜੈਂਸੀ 'ਚ ਜਾਂ ਐਡਮਿਸ਼ਨਸ ਵਗੈਰਾ ਬੱਚਿਆਂ ਦੀ ਕਰਦੇ, ਚਿਲਡਰਨਸ ਹਸਪੀਟਲ ਸਾਰੇ ਵਿੱਚ, ਉਹ ਬਹੁਤ ਵੱਡੀ ਮਾਤਰਾ 'ਚ ਮੈਨੂੰ ਕਹਿ ਰਹੇ ਪਿਛਲੇ ਸਾਲ ਤੋਂ ਉਹਨਾਂ ਨੇ ਟਾਈਪ 1 ਡਾਇਬਟੀਜ਼ ਬੱਚਿਆਂ 'ਚ ਜ਼ਿਆਦਾ ਪਾਈ ਆ। ਹੁਣ ਦੇਖੋ ਡਾਇਬਟੀਜ਼ 2 ਪ੍ਰਕਾਰ ਦੀ ਹੁੰਦੀ ਆ, ਟਾਈਪ 1 ਤੇ ਟਾਈਪ 2। ਟਾਈਪ 1 ਹੁੰਦੀ ਆ ਜਿਹਦੇ ਵਿੱਚ ਤੁਹਾਡਾ ਪੈਨਕ੍ਰੀਅਸ ਜਿਹੜਾ ਹੈਗਾ, ਜਦੋਂ ਮਿਹਦੇ ਦਾ ਥੱਲਾ ਹਿੱਸਾ ਜਦੋਂ ਆਂਤੜੀਆਂ ਸ਼ੁਰੂ ਹੁੰਦੀਆਂ, ਉਹ ਇੱਕ ਸੀ ਵਾਂਗਰ ਬਣਦਾ, ਅੰਗਰੇਜ਼ੀ ਦਾ ਸੀ, ਉਹਨੂੰ ਕਹਿੰਦੇ ਡੀਓਡੀਨਮ, DUODENUM। ਉਹਦੇ ਵਿੱਚ ਇੱਕ ਜਿੰਨੀ ਕਿ ਸਾਡੀ ਜ਼ਬਾਨ ਹੈ ਉਹਨਾਂ ਟਿਸ਼ੂ ਮਹਾਰਾਜ ਨੇ ਫਿੱਟ ਕੀਤਾ, ਉਹਦਾ ਨਾਂ ਹੈਗਾ ਪੈਨਕ੍ਰੀਅਸ, PANCREAS। ਉੱਥੋਂ ਬਣਦਾ ਇੰਸੂਲਿਨ। ਹੁਣ ਜਿਹੜਾ ਟਾਈਪ 2 ਆ ਉਹਦੇ ਵਿੱਚ ਇੰਸੂਲਿਨ ਤਾਂ ਬਣ ਰਿਹਾ ਜਿਹੜੀ ਵਧੇਰੀ ਉਮਰ 'ਚ ਡਾਇਬਟੀਜ਼ ਹੁੰਦੀ ਹੈ, ਲੇਕਿਨ ਉਹਦਾ ਅਸਰ ਸੈੱਲ ਦੇ ਉੱਤੇ ਨਹੀਂ ਹੋ ਰਿਹਾ, ਕਿਉਂਕਿ ਸੈੱਲ ਦੇ ਉੱਤੇ ਚਰਬੀ ਚੜੀ ਹੈ, ਜਿੱਥੇ ਇੰਸੂਲਿਨ ਨੇ ਅਸਰ ਕਰਨਾ ਸੀ ਉਹ ਨਹੀਂ ਹੋ ਰਿਹਾ। ਸੋ ਆਪਾਂ ਟਾਈਪ 2 ਬਾਹਰ ਕੱਢਦੇ ਹਾਂ। ਟਾਈਪ 1 'ਚ ਇਹ ਹੁੰਦਾ ਵੀ ਜਿਹੜਾ ਪੈਨਕ੍ਰੀਅਸ ਜਿੱਥੋਂ ਇੰਸੂਲਿਨ ਨੇ ਬਣਨਾ, ਉੱਥੋਂ ਹੁਣ ਇੰਸੂਲਿਨ ਨਹੀਂ ਬਣ ਰਿਹਾ। ਜਿਹੜੇ ਸੈੱਲ ਬਣਾ ਰਹੇ ਸੀ ਇੰਸੂਲਿਨ, ਉਹਦਾ ਨਾਂ ਹੈਗਾ ਆਈਲੈਟ ਸੈੱਲ, ISLET। ਹੁਣ ਜਿਹੜੀ ਪੈਂਡੇਮਿਕ ਦੇ ਦੌਰਾਨ ਪਹਿਲੋਂ ਜਿੱਦਾਂ ਸਾਰੀ ਹਸਪੀਟਲ ਮੇਰੇ ਫਰੈਂਡਸ ਹੈਗੇ ਜਿਹੜੇ ਕੰਮ ਕਰਦੇ, ਉਹ ਦੱਸਦੇ ਸੀ ਵੀ ਮਹੀਨੇ 'ਚ ਇੱਕ ਬੱਚਾ ਦਾਖਲ ਹੁੰਦਾ ਸੀ ਵੀ ਜਿਹਨੂੰ ਟਾਈਪ 1 ਡਾਇਬਟੀਜ਼ ਹੈਗੀ ਹੈ, ਇੱਕ ਮਤਲਬ ਉਹਨਾਂ ਦੀ ਆਬਜ਼ਰਵੇਸ਼ਨ ਹੈ। ਹੁਣ ਉਹ ਕਹਿੰਦੇ ਆ ਵੀ ਹਰ ਦੂਜੇ ਜਾਂ ਤੀਜੇ ਦਿਨ ਇੱਕ ਬੱਚਾ ਟਾਈਪ 1 ਦਾ ਡਾਇਗਨੋਸਿਸ ਦਾ ਨਿਊ ਡਾਇਗਨੋਸਿਸ ਵਾਲਾ ਐਡਮਿਟ ਹੋ ਰਿਹਾ। ਸੋ ਕਿਤੇ ਨਾ ਕਿਤੇ ਇਹ ਬੱਚੇ ਜਿਹੜੇ ਹੈਗੇ ਸਾਰੇ 12-13 ਸਾਲ ਤੋਂ ਥੱਲੇ ਆ। ਕਿਤੇ ਨਾ ਕਿਤੇ ਕੋਵਿਡ ਦਾ ਜਿਹੜਾ ਮਾਈਲਡ ਇਨਫੈਕਸ਼ਨ ਜਿਹੜਾ ਹੈਗਾ, ਜਿਹੜਾ ਬੱਚਿਆਂ ਦੇ ਵਿੱਚ ਕਈ ਵਾਰ ਸਾਡਾ ਅਨਡਾਇਗਨੋਸ ਰਹਿ ਜਾਂਦਾ, ਉਹਨਾਂ ਦੇ ਵਿੱਚ ਲੱਛਣ ਵੀ ਨਹੀਂ ਹੁੰਦੇ, ਸ਼ਾਇਦ ਉਹ ਵੀ ਇੱਕ ਕਾਰਨ ਹੈਗਾ। ਸੋ ਇਹਦੇ ਵਿੱਚ ਇੰਗਲੈਂਡ ਤੋਂ ਇੱਕ ਸਟੱਡੀ ਆਈ ਸੀ ਵੀ ਜਿਹੜਾ ਸਪਾਈਕ ਪ੍ਰੋਟੀਨ ਹੈਗਾ, ਜਿਹੜਾ ਉਹਦਾ ਚਾਬੀ ਹੈਗੀ ਜਿਹਦੇ ਨਾਲ ਉਹਨੇ ਲੌਕ ਕਰਕੇ ਸੈੱਲ 'ਚ ਜਾਣਾ, ਉਹਦਾ ਡਾਇਰੈਕਟ ਇਫੈਕਟ ਹੈਗਾ ਵੀ ਉਹ ਪੈਨਕ੍ਰੀਅਸ ਦੇ ਆਈਲੈਟ ਸੈਲਸ ਨੂੰ ਡੈਮੇਜ ਕਰਦਾ। ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੋਵਿਡ ਉਹਦਾ ਵੀ ਇੱਕ ਬਹੁਤ ਵੱਡਾ ਤਰਾਸਦੀ ਦਾ ਹੈਗਾ ਵੀ ਜਿਹੜੇ ਸਾਡੇ ਨਿੱਕੇ ਬੱਚੇ ਆ, ਜਵਾਕ ਆ, ਉਹਨਾਂ ਨੂੰ ਟਾਈਪ 1 ਡਾਇਬਟੀਜ਼ ਹੋ ਰਹੀ ਆ। ਔਰ ਅਨਫੋਰਚੂਨੇਟਲੀ ਇੱਕ ਵਾਰੀ ਟਾਈਪ 1 ਡਾਇਬਟੀਜ਼ ਹੋ ਗਈ ਤੁਹਾਨੂੰ ਫਿਰ ਪੂਰੀ ਉਮਰ ਇੰਸੂਲਿਨ ਲੈਣੀ ਪੈਣੀ ਆ। ਸੋ ਕਾਫੀ ਪੈਰੈਂਟਸ ਨਿਰਾਸ਼ ਆ। ਪਿਛਲੇ ਹਫ਼ਤੇ ਮੈਂ ਨਾਂ ਤਾਂ ਨਹੀਂ ਲੈ ਸਕਦਾ ਰੇਡੀਓ ਤੇ, ਫੈਮਿਲੀ ਬਹੁਤ ਜਾਣੂ ਫੈਮਿਲੀ ਹੈਗੀ ਆ, ਗੁਰਸਿੱਖ ਫੈਮਿਲੀ ਹੈਗੀ ਆ, ਅਗਾਂਹ ਵਧੂ ਫੈਮਿਲੀ ਹੈ, ਨਗਰ ਕੀਰਤਨਾਂ 'ਚ ਬਹੁਤ ਵੱਡੀ ਉਹਨਾਂ ਦੀ ਸ਼ਮੂਲੀਅਤ ਹੈ, ਉਹਨਾਂ ਦੀ ਵੀ ਪੋਤਰੀ ਨੂੰ ਹੋਇਆ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਸੁਚੇਤ ਰਹਿਣੀਆਂ ਚਾਹੀਦੀਆਂ ਵੀ ਕੋਈ ਵੀ ਵਾਇਰਸ ਆ, ਜਿਵੇਂ ਕੋਵਿਡ ਦਾ ਹੋਵੇ ਜਾਂ ਜਿਹੜਾ, ਉਹ ਸਾਡੇ ਬੱਚਿਆਂ ਦੇ ਜਿਹੜੇ ਆਈਲੈਟ ਸੈੱਲ ਆ ਉਹਨਾਂ ਨੂੰ ਵੀ ਡੈਮੇਜ ਕਰ ਸਕਦਾ। ਸੋ ਆਪਾਂ ਨੂੰ ਸਾਰਿਆਂ ਨੂੰ ਇਹ ਮਤਲਬ ਵਾਚ ਕਰਨਾ ਚਾਹੀਦਾ। ਡਾਇਬਟੀਜ਼ ਦੇ ਸਿੰਪਟਮਸ ਜਿਹੜੇ ਹੈਗੇ ਬੱਚਿਆਂ 'ਚ ਹੁੰਦਾ ਵੀ ਪਿਆਸ ਜ਼ਿਆਦਾ ਲੱਗਦੀ ਆ, ਪਿਸ਼ਾਬ ਜ਼ਿਆਦਾ ਹੁੰਦਾ, ਵੇਟ ਘਟਣਾ ਸ਼ੁਰੂ ਹੋ ਜਾਂਦਾ, ਕਈ ਵਾਰ ਉਹਨਾਂ ਦੇ ਜਿਵੇਂ ਵੀ ਥੋੜਾ ਕਨਫਿਊਜ਼ਨ ਹੁੰਦਾ, ਕਈ ਵਾਰ ਉਹਨਾਂ ਨੂੰ ਢਿੱਡ ਪੀੜ ਹੁੰਦੀ ਹੈ, ਬੜੇ ਸੂਖਮ ਦੇ ਲੱਛਣ ਹੁੰਦੇ ਔਰ ਬੜਾ ਸਿੰਪਲ ਯੂਰਿਨ ਟੈਸਟ ਔਰ ਬਲੱਡ ਟੈਸਟ ਤੋਂ ਪਤਾ ਲੱਗ ਜਾਂਦਾ।
लेकिन इंसुलिन फिर टीके दे नाल लेना पैंदा। जदों इंसुलिन स्टेबलाइज होए फिर उन्होंने पंप भी आपां लाउंदे आ, लेकिन पंप इमीडिएटली नहीं लगदा। पंप ये हुंदा भी छोटा जिहा एक ऑटो इंजैक्टर जिहा हुंदा जिहड़ा धुन्नी दे लागे ना माड़ा जिहा कट करके अंदर पा दिंदे आ, ਤੇ ਉਹ ਫਿਰ ਉਹਦੇ ਵਿੱਚ ਇੱਕ ਚੈਂਬਰ ਵੀ ਹੁੰਦਾ ਵੀ ਚਮੜੇ ਦੇ ਥਰੂ ਆਪਾਂ ਇਨਸੂਲਿਨ ਫਿਲ ਵੀ ਕਰ ਸਕਦੇ ਆ। ਸੋ ਆਪੇ ਉਹ ਡਾਇਗਨੋਸ ਕਰਕੇ ਤੇ ਆਪੇ ਉਹ ਇਨਸੂਲਿਨ ਜਿਹੜਾ ਹੈਗਾ ਦੇਈ ਜਾਂਦਾ ਔਰ ਕੰਟਰੋਲ ਵਧੀਆ ਹੁੰਦੇ। ਸੋ ਇਹ ਜਿਹੜੀ ਹੈਗੀ ਤੁਸੀਂ ਵਾਕਈ ਬਹੁਤ ਇੰਪੋਰਟੈਂਟ ਜਿਹੜੀ ਚੀਜ਼ ਆ ਸਾਡੇ ਸਰੋਤਿਆਂ ਦੇ ਸਾਹਮਣੇ ਲੈ ਕੇ ਆਉਂਦੀ ਹੈ। ਜੀ ਜੀ ਜੀ। ਸੋ ਡਾਕਟਰ ਸਾਹਿਬ ਇਹਦਾ ਮਤਲਬ ਇਹ ਹੋਇਆ ਕਿ ਫਲੋਸਿੰਗ ਬੋਡੀ ਦੇ ਹੋਰੀ ਹਿੱਸਿਆਂ ਨੂੰ ਬੜਾ ਇਫੈਕਟ ਕਰਦੀ ਹੈ। ਸਾਨੂੰ ਇਹ ਲੱਗਦਾ ਖੋਰੇ ਦੰਦ ਹੀ ਸਾਫ਼ ਹੁੰਦੇ ਨੇ, ਪਰ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਕਈ ਸਰੀਰ ਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਇਫੈਕਟ ਕਰਦੀ ਹੈ। ਇਹਦੇ ਲਈ ਬਹੁਤ ਧੰਨਵਾਦ। ਅਗਲਾ ਸਵਾਲ ਹੈ, ਜਿਨ੍ਹਾਂ ਨੇ 2 ਟੀਕੇ ਲਵਾ ਲਏ ਨੇ ਕੋਵਿਡ ਦੇ, ਡਬਲ ਸ਼ਾਟ ਹੋ ਗਏ ਆ, ਦੋਨੇ ਲੱਗ ਚੁੱਕੇ ਨੇ ਤੇ ਹੁਣ ਕੋਈ ਡਰ ਨਹੀਂ। ਹੁਣ ਕੈਨੇਡਾ ਵਾਲੇ ਕਹੀ ਜਾਂਦੇ ਨੇ ਕਿ ਬੂਸਟਰ ਸ਼ਾਟ ਦੀ ਜ਼ਰੂਰਤ ਪੈ ਸਕਦੀ ਹੈ। ਇਹਦੇ ਬਾਰੇ ਕੀ ਨਵੀਂ ਡਿਵੈਲਪਮੈਂਟ ਹੈ? ਦੇਖੋ ਜਿਹੜਾ ਆਪਾਂ ਹੁਣ ਸਾਰਿਆਂ ਨੇ 2 ਟੀਕੇ ਤੇ ਲਾਏ, ਭਾਵੇਂ ਉਹ ਮੋਡਰਨਾ ਦੇ ਆ, ਫਾਈਜ਼ਰ ਦੇ ਆ ਜਾਂ ਐਸਟਰਾਜ਼ੈਨੇਕਾ ਦੇ ਆ, ਜਾਂ ਮਿਕਸ ਐਂਡ ਮੈਚ ਵੀ ਹੋ ਗਿਆ। ਕਿਸੇ ਨੂੰ ਐਸਟਰਾਜ਼ੈਨੇਕਾ ਉਹਦੇ ਬਾਅਦ ਫਾਈਜ਼ਰ ਜਾਂ ਮੋਡਰਨਾ ਲੱਗ ਗਿਆ, ਕਿਸੇ ਨੂੰ ਪਹਿਲਾਂ ਫਾਈਜ਼ਰ ਲੱਗਿਆ ਸੀ ਮੋਡਰਨਾ ਲੱਗ ਗਿਆ ਬਾਅਦ ਚ ਜਾਂ ਰਿਵਰਸ। ਉਹਦੇ ਨਾਲ ਇਹ ਹੁੰਦਾ ਵੀ ਤੁਹਾਡੇ ਬੋਡੀ 'ਚ ਜਿਹੜੀ ਫੌਜ ਆ ਕੋਵਿਡ ਨੂੰ ਢਾਉਣ ਵਾਸਤੇ ਉਹ ਕਰੀਬਨ 95% ਤੋਂ ਲਾਗੇ ਜਾਗੇ ਹੋ ਜਾਂਦੀ ਆ। ਸੋ ਇਹਦੇ ਨਾਲ ਜਿਹੜਾ ਕੋਵਿਡ ਜੀ ਆ ਉਹ ਅਗਰ ਆਇਆ ਵੀ ਸਰੀਰ 'ਚ ਤੇ ਤੁਹਾਡੇ ਕੋਲ ਇੰਨਾ ਫੌਜ ਹੈਗੀ ਵੀ ਉਹਦੇ ਨਾਲ ਜੰਗ ਅਸੀਂ ਲੜ ਸਕਦੇ ਹਾਂ। ਔਰ ਸਾਨੂੰ ਅਗਰ ਹੋਇਆ ਵੀ ਤਾਂ ਬਹੁਤ ਪਹਿਲੀ ਗੱਲ ਤਾਂ ਹੋਏਗਾ ਨਹੀਂ, ਅਗਰ ਹੋਇਆ ਵੀ ਤਾਂ ਉਹਦੇ ਲੱਛਣ ਬੜੇ ਸੂਖਮ ਹੋਣਗੇ ਤੇ ਤੁਹਾਨੂੰ ਹਸਪਤਾਲ ਨਹੀਂ ਜਾਣਾ ਪਊਗਾ, ਐਡਮਿਸ਼ਨ ਨਹੀਂ ਹੋਊਗੀ, ICU ਨਹੀਂ ਹੋਗਾ ਤੇ ਮੌਤ ਦੀ ਦਰ ਘਟੂਗੀ। ਹੁਣ ਜਿਹੜਾ ਰਿਸਰਚ ਆ ਰਿਹਾ, ਔਰ ਫਾਈਜ਼ਰ ਨੇ ਪਹਿਲੋਂ ਵੀ ਕਿਹਾ ਸੀ, ਮੋਡਰਨਾ ਨੇ ਵੀ ਕਿਹਾ ਸੀ ਵੀ ਜਿਹੜੀ ਐਂਟੀਬੋਡੀਜ਼ ਹੈਗੀਆਂ ਫੌਜ ਆ ਇਹ 6 ਤੋਂ 8 ਮਹੀਨੇ ਬਾਅਦ ਇਹਨਾਂ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਆ। ਹੁਣ ਅਸੀਂ ਕਹਾਂਗੇ ਵੀ ਦੇਖੋ ਹੁਣ BC 'ਚ ਤੇ ਬੱਲੇ ਬੱਲੇ ਹੋਈ ਪਈ ਆ, ਅਸੀਂ ਵਿਆਹ ਸ਼ਾਦੀਆਂ 'ਚ ਵੀ ਜਾ ਰਹੇ ਹਾਂ, ਕੋਈ ਰਿਸਟ੍ਰਿਕਸ਼ਨ ਨਹੀਂ, ਅਨਲਿਮਿਟਿਡ ਗੈਦਰਿੰਗ ਹੈਗੀ ਆ, ਅਸੀਂ ਇੱਕ ਦੂਜੇ ਨੂੰ ਜੱਫੀ ਵੀ ਪਾ ਲੈਂਦੇ ਆ, ਅਸੀਂ ਸਾਰੇ ਕੰਮ ਕਰ ਰਹੇ ਜਿਹੜਾ ਪਹਿਲੋਂ ਕਰ ਰਹੇ ਸੀ, ਸਾਡੀ ਲਾਈਫ ਬੈਕ ਟੂ ਨਾਰਮਲ ਆ ਰਹੀ ਹੈ। ਕੇਸਿਸ 50 ਦੇ ਲਾਗੇ ਚਾਗੇ ਰਹਿੰਦੇ ਆ, ਡੈਥ ਬਿਲਕੁਲ ਮੇਬੀ ਐਵਰੀ ਸੈਕਿੰਡ ਜਾਂ ਥਰਡ ਡੇ ਕੋਈ ਹੋ ਰਹੀ ਹੈ। ਠੀਕ ਹੈ, ਚੰਗੀ ਗੱਲ ਹੈ, ਲੇਕਿਨ ਹੁਣ ਥੋੜਾ ਜਿਹਾ BC ਤੋਂ ਬਾਹਰ ਵੀ ਤਾਂ ਨਿਕਲ ਕੇ ਦੇਖੋ। ਅਮਰੀਕਾ 'ਚ ਅਜੇ ਵੀ ਕੰਮ ਖਰਾਬ ਆ, ਉੱਥੇ 70% ਟੀਕੇ ਲੱਗੇ ਆ। BC 'ਚ ਪਹਿਲਾ ਡੋਜ਼ ਕਰੀਬਨ 78 to 79% ਤੇ ਦੂਜਾ ਡੋਜ਼ 40% ਤੋਂ ਉੱਤੇ ਲੱਗਾ। ਅਮਰੀਕਾ 70% ਤੋਂ ਉੱਤੇ ਜਾ ਹੀ ਨਹੀਂ ਰਹੀ। ਉਹਦੇ ਥੱਲੇ ਚਲੇ ਜਾਓ ਸਾਊਥ ਅਮਰੀਕਾ, ਉੱਥੇ 83 ਪਈ ਹੋਈ ਆ। ਤੁਸੀਂ ਫਿਰ ਇੰਡੀਆ ਦੇਖ ਲਓ, ਅਜੇ ਤੱਕ ਕਾਬੂ ਨਹੀਂ ਹੈਗਾ। ਯੂਰਪ 'ਚ ਕਈ ਜਗ੍ਹਾ 'ਚ ਕਾਬੂ ਨਹੀਂ ਹੈਗਾ। ਹੁਣ ਸੰਸਾਰ ਭਰ 'ਚ ਜਿਹੜਾ ਵਾਇਰਸ ਹੈ ਇਹ ਤਾਂ ਸਰਕੂਲੇਟ ਹੋ ਰਿਹਾ ਔਰ ਇਹਦੀ ਆਵਾਜਾਈ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਨਾਲ ਹੀ ਹੋਣੀ ਆ। ਲੇਕਿਨ ਅਗਰ ਦੂਜੇ ਪਾਸੇ ਸੰਸਾਰ ਦੇ ਕਿਸੇ ਨੂੰ ਇਹ ਵਾਇਰਸ ਅਜੇ ਕਾਬੂ 'ਚ ਨਹੀਂ ਆ ਰਿਹਾ, ਇਹਦਾ ਮਤਲਬ ਇਹ ਆ ਵੀ ਸਾਡਾ ਰਿਸਕ ਵੀ ਤੇ ਹੈ। ਔਰ ਦੂਜੀ ਕੰਟਰੀਆਂ 'ਚ ਇਹਦੇ ਰੂਪਾਂਤਰ ਵੱਖ-ਵੱਖ ਬਣ ਰਹੇ ਆ, ਜਿਹਨੂੰ ਆਪਾਂ ਬ੍ਰਿਟਿਸ਼ ਦਾ ਕਹਿੰਦੇ ਸੀ, ਸਾਊਥ ਅਫਰੀਕਾ ਦਾ ਕਹਿੰਦੇ ਸੀ, ਇੰਡੀਆ ਦਾ ਕਹਿੰਦੇ ਸੀ। ਉਹਦੇ ਨਾਂ ਹੁਣ ਚੇਂਜ ਹੁੰਦੇ ਜਾ ਰਹੇ, ਗਾਂ ਚੱਲ ਕੇ ਮੈਂ ਦੱਸੂਗਾ। ਸੰਸਾਰ ਭਰ 'ਚ ਸਿਰਫ 25% ਲੋਕਾਂ ਨੂੰ ਇੱਕ ਡੋਜ਼ ਮਿਲ ਚੁੱਕਿਆ ਟੀਕੇ ਦਾ, ਔਰ ਜਿਹੜੇ ਗਰੀਬ ਮੁਲਕ ਆ ਉੱਥੇ ਲੈਸ ਦੈਨ 1% ਲੋਕਾਂ ਨੂੰ ਇੱਕ ਡੋਜ਼ ਮਿਲਿਆ। ਹੁਣ ਆਬਾਦੀ ਜਿਹੜੀ ਹੈਗੀ ਆ ਬਹੁਤੀ ਤੇ ਸੰਸਾਰ ਦੇ ਗਰੀਬ ਮੁਲਕਾਂ 'ਚ ਹੈਗੀ ਹੈ। 2 ਸਾਲ ਤੱਕ WHO ਐਸਟੀਮੇਟ ਕਰਦੀ ਹੈ ਵੀ ਪੂਰੇ ਸੰਸਾਰ ਨੂੰ ਅਜੇ ਟੀਕਾਕਰਨ ਨਹੀਂ ਹੋਣਾ ਤੇ 2 ਸਾਲ ਤੱਕ ਸਾਡੀ ਐਂਟੀਬਾਡੀ ਲੈਵਲ ਜਿਹੜੀ ਹੈਗੀ ਆ ਉਹ ਡ੍ਰਿਫਟ ਹੋਊਗੀ ਥੱਲੇ ਨੂੰ। ਇਸ ਲਈ ਫਾਈਜ਼ਰ ਨੇ FDA ਅਮਰੀਕਾ ਨੂੰ ਪਟੀਸ਼ਨ ਪਾਈ ਆ ਵੀ ਸਾਨੂੰ ਇਹ ਮਾਨਤਾ ਦਿਓ ਵੀ ਅਸੀਂ ਬੂਸਟਰ ਜਿਹੜਾ ਤਿਆਰ ਕੀਤਾ ਉਹ ਲੈ ਕੇ ਆਈਏ, ਕਿਉਂਕਿ ਅਮਰੀਕਾ ਦੇਖੋ ਸਾਡੇ ਤੋਂ ਪਹਿਲਾਂ 2 ਡੋਜ਼ ਕਰੀਬਨ 6 ਮਹੀਨੇ ਪਹਿਲੋਂ ਕਈ ਲੋਕਾਂ ਨੂੰ ਮਿਲ ਗਏ। ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵਿੱਚ ਹੋਇਆ। ਹੁਣ ਇਜ਼ਰਾਈਲ 'ਚ ਇਹ ਜਿਹੜਾ ਡੈਲਟਾ ਵੇਰੀਐਂਟ ਹੈ ਜਿਹੜਾ ਹਿੰਦੁਸਤਾਨ ਦਾ ਉਹ ਤੰਗ ਕਰ ਰਿਹਾ। ਕਰੀਬਨ ਜਿਹੜੇ ਵੀ ਉਹਨਾਂ ਦੇ ਐਡਮਿਸ਼ਨਸ ਹੁੰਦੇ ਆ ਜਾਂ ਜਿਹੜੇ ICU 'ਚ ਜਾਂਦੇ ਬਜ਼ੁਰਗ ਜੋ ਵੀ ਆ ਉਹ ਡੈਲਟਾ ਵੇਰੀਐਂਟ ਦੇ ਆ ਤੇ ਉੱਥੇ ਵੀ ਸਟੱਡੀ ਆ ਰਹੀ ਹੈ ਵੀ ਉਹਨਾਂ ਦੀ ਐਂਟੀਬਾਡੀ ਲੈਵਲ ਥੋੜੀ ਘਟਦੀ ਜਾ ਰਹੀ ਆ। ਇਸ ਲਈ ਅਨੀਤਾ ਆਨੰਦ ਜਿਹੜੇ ਸਾਡੇ ਪ੍ਰੋਕਿਊਰਮੈਂਟ ਮਿਨਿਸਟਰ ਆ ਉਹਨਾਂ ਨੇ 2021 ਦੇ ਐਂਡ ਦੀ 2022-2024 ਤੱਕ
ਫਾਈਜ਼ਰ ਦੇ ਨਾਲ 30 ਤੋਂ 40 ਮਿਲੀਅਨ ਬੂਸਟਰ ਡੋਜ਼ ਦੀ ਹਰ ਸਾਲ ਦੀ ਸੰਧੀ ਵੀ ਕੀਤੀ ਹੋਈ ਹੈ ਵੀ ਇੰਨੇ ਚਾਹੀਦੇ। ਹੁਣ ਜਿਹੜਾ ਬੂਸਟਰ ਹੋਊਗਾ, ਮੈਨੂੰ ਲੱਗਦਾ ਜਿੱਦਾਂ ਆਪਾਂ ਫਲੂ ਸ਼ਾਟ ਲਾਉਂਦੇ ਹਾਂ ਹਰ ਸਿਆਲ 'ਚ, ਸ਼ਾਇਦ ਸਾਨੂੰ ਕੋਵਿਡ ਦਾ ਵੀ ਲਾਉਣਾ ਪਏ ਕੁਝ ਸਿਆਲਾਂ ਵਾਸਤੇ। ਮੈਨੂੰ ਤਾਂ ਏਦਾਂ ਲੱਗਦਾ। ਅਗਾਂਹ ਚੱਲ ਕੇ ਦੱਸਾਂਗੇ ਜਦੋਂ ਸਾਇੰਸ ਇਹਦੇ ਉੱਤੇ ਹੋਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂਗੀ, ਤੇ ਇਹ ਜਿਹੜੇ ਰੂਪਾਂਤਰ ਉਸ ਏਰੀਏ 'ਚ ਹੋਣਗੇ ਉਹਦੇ ਅਗੇਂਸਟ ਜਿਹੜੇ ਬੂਸਟਰ ਸ਼ਾਟ ਬਣਾਏ ਜਾਣਗੇ, ਏਦਾਂ ਫਾਈਜ਼ਰ ਕਹਿ ਰਿਹਾ। ਸੋ ਮੈਨੂੰ ਇਹ ਲੱਗਦਾ ਵੀ ਸ਼ਾਇਦ ਆਉਣ ਵਾਲੇ 4-6 ਮਹੀਨਿਆਂ 'ਚ ਜਦੋਂ ਆਪਾਂ ਹੁਣ ਸਤੰਬਰ ਤੱਕ ਤੇ 2-2 ਡੋਜ਼ ਸਾਰਿਆਂ ਨੂੰ ਲੱਗ ਜਾਣੇ ਆ, ਹੋ ਸਕਦਾ ਵੀ ਸਾਨੂੰ ਹੋਰ ਇੱਕ ਐਡੀਸ਼ਨਲ ਬੂਸਟਰ ਦੀ ਲੋੜ ਪਵੇ ਔਰ ਇਹਨੂੰ ਵਾਚ ਕਰਨਾ ਪੈਣਾ ਜਦ ਤੱਕ ਗਲੋਬਲੀ ਕੋਵਿਡ ਜਿਹੜਾ ਹੈਗਾ ਕਾਬੂ 'ਚ ਨਹੀਂ ਹੁੰਦਾ। ਜੀ ਡਾਕਟਰ ਸਾਹਿਬ, ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਜਿਹੜੀਆਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਨੇ, ਇਹਨਾਂ ਵੱਲੋਂ ਛੱਡੇ ਹੋਏ ਸ਼ੋਸ਼ੇ ਨੇ ਉਹ ਮਲਟੀ ਬਿਲੀਅਨਸ ਡਾਲਰ ਉੱਥੇ ਬੈਠੇ ਬਣਾ ਰਹੇ ਨੇ, ਤੇ ਇਹ ਕੋਈ WHO ਨਾਲ ਕੋਈ ਐਗਰੀਮੈਂਟ ਹੁੰਦਾ ਇਹਨਾਂ ਦਾ, ਇਸ ਕਰਕੇ ਇਹ ਥੋੜੀ ਜਿਹੀ ਬੜੀ ਅਫਵਾਹ ਉੱਡ ਰਹੀ ਹੈ ਕਿ ਉਹ ਆਪਣਾ ਮਾਲ ਵੇਚਣ ਦੇ ਲਈ, ਪ੍ਰਮੋਟ ਕਰਨ ਦੇ ਲਈ ਇਹ ਸਾਰਾ ਕੁਝ ਕਰ ਰਹੇ ਨੇ। ਇਹਨੂੰ ਥੋੜਾ ਜਿਹਾ ਕਲੀਅਰ ਕਰਿਓ, 1-2 ਮਿੰਟਾਂ 'ਚ ਬ੍ਰੇਕ ਲੈਣੇ ਬਾਅਦ। ਹਾਂਜੀ, ਨਹੀਂ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਤੁਸੀਂ ਦੇਖੋ ਆਪਾਂ ਸਕਸੈਸ ਤਾਂ ਹੀ BC 'ਚ ਮਿਲੀ ਜਦ ਅਸੀਂ ਹੁਣ ਅਰਾਊਂਡ 78 to 79% ਇੱਕ ਡੋਜ਼ ਤੇ 40% ਉੱਤੇ 2 ਡੋਜ਼ ਜਿਹੜੇ ਹੈਗੇ ਮਿਲੇ। ਹੁਣ ਤੁਸੀਂ ਦੇਖੋ ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ 'ਚ ਬਜ਼ੁਰਗ ਆ, ਸਭ ਤੋਂ ਪਹਿਲਾਂ ਉਹਨਾਂ ਨੂੰ ਫਿਰ ਜਿਹੜੇ ਹਸਪੀਟਲ 'ਚ ICU 'ਚ ਕੰਮ ਕਰਦੇ ਸੀ ਡਾਕਟਰ, ਉਹਨਾਂ ਨੂੰ ਦਸੰਬਰ 'ਚ ਮਿਲੇ 2 ਡੋਜ਼, ਹੈ ਨਾ। ਹੁਣ ਤੁਸੀਂ ਦੇਖ ਲਓ ਰੈਜ਼ੀਡੈਂਸ਼ੀਅਲ ਕੇਅਰ ਹੋਮ ਤੇ ਕੋਈ ਕੇਸ ਨਹੀਂ ਆ ਰਿਹਾ, ਕੋਈ ਡੈਥ ਨਹੀਂ ਹੋ ਰਹੀ। ਵੈਕਸੀਨ ਕੰਮ ਤਾਂ ਕਰਦੀ ਆ, ਲੇਕਿਨ ਵੈਕਸੀਨ ਜਿਹੜੀ ਹੈਗੀ ਆ ਉਹਦੇ ਵੀ ਇੰਨੇ ਨਹੀਂ ਹੁੰਦੇ। ਤੁਸੀਂ ਦੇਖੋ ਨਿੱਕੇ ਜਵਾਕ ਹੁੰਦੇ ਆ, ਉਹਨਾਂ ਨੂੰ 2 ਮਹੀਨੇ 4 ਮਹੀਨੇ 6 ਮਹੀਨੇ ਸਾਲ 1.5 ਸਾਲ 5 ਸਾਲ ਉਹਨਾਂ ਨੂੰ 4 ਬੂਸਟਰ ਲੱਗਦੇ ਆ ਪਹਿਲੇ ਪ੍ਰਾਇਮਰੀ ਤੋਂ ਬਾਅਦ। ਸੋ ਵੈਕਸੀਨੇਸ਼ਨ ਦਾ ਇੱਕ ਆਪਣਾ ਮੁਕਾਮ ਹੁੰਦਾ ਔਰ ਬੂਸਟਰ ਦੇ ਬਾਅਦ ਕਦੀ ਸ਼ੋਅ ਕਰਦੀ ਸੀ ਵੀ 10 ਗੁਣਾ ਜ਼ਿਆਦਾ ਐਂਟੀਬੋਡੀਜ਼ ਜਿਹੜੀਆਂ ਹੈਗੀਆਂ ਬਣਦੀਆਂ। ਸੋ ਨਹੀਂ, ਇਹੋ ਜਿਹਾ ਕੋਈ ਸ਼ੋਸ਼ਾ ਨਹੀਂ ਹੈਗਾ, ਇਹ ਇੱਕ ਸਮੇਂ ਦੀ ਲੋੜ ਹੈਗੀ ਆ। ਕੋਵਿਡ ਕਿਸੇ ਨੇ ਮਤਲਬ ਸ਼ਰਾਰਤ ਨਹੀਂ ਕੀਤੀ, ਇਹ ਹੋਣਾ ਸੀ, ਹੋਇਆ। ਔਰ ਸਾਡੀ ਸਾਇੰਸ ਇੰਨੀ ਵਿਕਸਿਤ ਆ, ਇੰਨੀ ਮਾਡਰਨ ਹੋਈ। ਜਿਹੜੀ mRNA ਵੈਕਸੀਨ ਆ ਫਾਈਜ਼ਰ ਦੀ ਔਰ ਮੋਡਰਨਾ ਦੀ, ਉਹ ਵੀ ਪਹਿਲੀ ਵਾਰ ਤਿਆਰ ਹੋਈ, ਲੇਕਿਨ ਉਹ ਸਾਰੇ ਨਾਰਮਲ ਜਿਹੜੇ ਉਹਨਾਂ ਦੇ ਰਿਗਰਸ ਪ੍ਰੋਸੀਜਰ ਹੁੰਦੇ ਉਹਦੇ ਬਾਅਦ ਹੀ ਪਾਸ ਹੋਈ। ਸੋ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਮਲਟੀ ਬਿਲੀਅਨ ਡਾਲਰ ਦਾ ਸ਼ੋਸ਼ਾ ਚੱਲ ਰਿਹਾ ਵੀ ਇਹ ਕਰਨਾ ਪੈਣਾ। ਨਹੀਂ, ਸਮੇਂ ਦੀ ਮੰਗ ਹੈਗੀ ਆ ਔਰ ਇਸ ਤੋਂ ਬਾਅਦ ਹੀ ਸਾਨੂੰ ਸਕਸੈਸ ਮਿਲੂਗੀ। ਔਰ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ, ਉਹਨਾਂ ਨੇ ਦੇਖੋ ਭਾਵੇਂ ਅਸੀਂ ਸਟਾਰਟ ਥੋੜਾ ਜਿਹਾ ਲੇਟ ਕੀਤਾ, ਲੇਕਿਨ ਇਸ ਵੇਲੇ ਕੈਨੇਡਾ ਆਲਮੋਸਟ ਨੰਬਰ 1 ਜਾਂ ਨੰਬਰ 2 ਕੰਟਰੀ ਪੂਰੇ ਸੰਸਾਰ 'ਚ ਬਣ ਗਈ ਹੈ ਟੀਕਾਕਰਨ 'ਚ। ਸੋ ਸਾਡੇ ਨੰਬਰਸ ਵੀ ਵਧੀਆ, ਡਿਲੀਵਰੀ ਵੀ ਵਧੀਆ ਹੋ ਰਹੀ ਹੈ ਔਰ ਆਉਣ ਵਾਲੇ ਟਾਈਮ 'ਚ ਬੂਸਟਰ ਵੀ ਸਹੀ ਟਾਈਮ 'ਚ ਮਿਲਣਗੇ। ਜੀ ਬਹੁਤ ਧੰਨਵਾਦ ਜੀ, ਬਹੁਤ ਕਲੀਅਰ ਕਰਨਾ ਬਹੁਤ ਜ਼ਰੂਰੀ ਸੀ। ਆਪਾਂ ਵਪਾਰਕ ਵਕਫਾ ਲੈ ਲਈਏ ਤੇ ਉਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵਪਾਰਕ ਸੰਦੇਸ਼। ਦਿਲਾਂ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਡਾਕਟਰ ਪ੍ਰਗਟ ਸਿੰਘ ਭੁੱਜੀ ਮੇਰੇ ਨਾਲ ਨੇ, ਬੜੇ ਆਲਾ ਡਾਕਟਰ ਨੇ। ਜੋ ਨਵੀਆਂ ਰਿਸਰਚ ਮੈਡੀਕਲ ਜਰਨਲ ਦੇ ਵਿੱਚ ਹੋ ਰਹੀਆਂ ਨੇ ਉਸ ਦੇ ਸੰਬੰਧ ਵਿੱਚ ਡਾਕਟਰ ਸਾਹਿਬ ਗੱਲ ਕਰ ਰਹੇ ਨੇ। ਅਜੇ ਕਿਰਪਾ ਕਰਕੇ, ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਕਾਲ ਨਾ ਕਰਿਓ। ਡਾਕਟਰ ਸਾਹਿਬ ਗੱਲਬਾਤ ਆ ਕੋਵਿਡ ਵੇਰੀਐਂਟ, ਪਤਾ ਨਹੀਂ ਕਿਹੜੇ ਨਵੇਂ ਨਾਂ ਨਿਕਲੀ ਜਾਂਦੇ ਆ। ਪਹਿਲਾਂ ਡੈਲਟਾ ਨੇ ਬੜਾ ਤੜਫਾਇਆ ਸੀ, ਕਹਿੰਦੇ ਇੰਡੀਆ ਤੋਂ ਕੋਈ ਇਹੋ ਜਿਹਾ ਵੇਰੀਐਂਟ ਆਇਆ ਡੈਲਟਾ ਵੇਰੀਐਂਟ। ਹੁਣ ਲੈਂਬਡਾ ਕਿਹੜਾ ਆ ਗਿਆ ਵੇਰੀਐਂਟ 19 COVID-19 ਦਾ, ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਜੀ। ਕਹਿੰਦੇ ਇੱਥੇ ਕੈਨੇਡਾ 'ਚ ਵੀ ਪਹੁੰਚ ਗਿਆ। ਹਾਂਜੀ ਹਾਂਜੀ ਹਾਂਜੀ, ਜਿਹੜਾ ਨਾ ਅਸੀਂ ਪਹਿਲਾਂ ਕਹਿੰਦੇ ਸੀ ਵੀ ਇੰਡੀਆ ਦਾ ਰੂਪਾਂਤਰ ਜਾਂ ਇੰਗਲੈਂਡ ਦਾ ਰੂਪਾਂਤਰ ਜਾਂ ਸਾਊਥ ਅਫਰੀਕਾ ਦਾ, ਤਾਂ ਫਿਰ ਉਹਨੂੰ ਹੁਣ ਨਾਮ ਦੇਣੇ ਸ਼ੁਰੂ ਕਰ ਦਿੱਤੇ। ਜਿਹੜਾ ਇੰਡੀਆ ਦਾ ਉਹਨੂੰ ਡੈਲਟਾ ਕਹਿੰਦੇ ਆ। ਜਿਹੜਾ ਡੈਲਟਾ ਹੈਗਾ ਉਹਦੇ ਵੀ ਗਾਂ ਹੋ ਗਿਆ ਡੈਲਟਾ ਪਲੱਸ, ਜਿਹਦੇ ਵਿੱਚ 2 ਚੇਂਜਸ ਆ ਗਈਆਂ। ਇੱਥੇ ਮੈਂ ਸਮਝਾਉਣਾ ਚਾਹੁੰਦਾ, ਜਿਹੜਾ ਕੋਵਿਡ ਦਾ ਜਿਹੜਾ ਵਾਇਰਸ ਹੈ ਨਾ, ਉਹਦੇ ਨਾ ਇੱਕ ਸਪਾਈਕ ਪ੍ਰੋਟੀਨ ਹੁੰਦਾ SPIKE ਪ੍ਰੋਟੀਨ, ਜਿਹੜਾ ਕੰਡੇ ਵਰਗੀ ਉਹਦੀ ਗਾਂ ਇੱਕ ਚੁੰਝ ਜਿਹੀ ਹੁੰਦੀ ਹੈ, ਜਿਹਨੇ ਸਾਡੇ ਸੈੱਲ ਦੇ ਉੱਤੇ ਲੌਕ ਕਰਕੇ ਆਪਣਾ ਜੈਨੇਟਿਕ ਮਟੀਰੀਅਲ ਅੰਦਰ ਸਾਡੇ ਸੈੱਲ 'ਚ ਪਾ ਕੇ ਤੇ ਇਨਫੈਕਸ਼ਨ ਕ੍ਰੀਏਟ ਕਰਨਾ ਹੁੰਦਾ। ਉਹ ਹੁੰਦੀ ਹੈ ਚਾਬੀ।
तो ਉਹਦੇ ਕਰੀਬਨ 1270 ਪੇਅਰਸ ਹੁੰਦੇ ਆ ਜੈਨੇਟਿਕ ਕੋਡਿੰਗ ਦੇ ਤੇ ਜਿਹੜੇ ਅਸੀਂ ਟੀਕੇ ਤਿਆਰ ਕੀਤੇ ਆ ਉਹ ਜਦੋਂ ਪਹਿਲਾ ਕੋਵਿਡ ਦਾ ਵਾਇਰਸ ਸੀ ਜਿਹਦੇ ਹੁਣ ਕਰੀਬਨ 18 ਰੂਪਾਂਤਰ ਹੋ ਚੁੱਕੇ ਆ ਛੋਟੇ ਮੋਟੇ ਅਸੀਂ ਵੱਡੇ ਰੂਪਾਂਤਰ ਦੀ ਗੱਲਾਂ ਕਰ ਰਹੇ ਆ ਔਰ ਗਾਂ ਚੱਲ ਕੇ ਹੋਰ ਰੂਪਾਂਤਰ ਵੀ ਆਉਣਗੇ ਸੋ ਉਹਦੇ ਥੋੜੇ ਥੋੜੇ ਵਾਇਰਸ 1270 ਦੇ ਵਿੱਚ ਚੇਂਜਸ ਕਰਦਾ ਰਹਿੰਦਾ ਇਹ ਚੇਂਜਸ ਇਸ ਲਈ ਵਾਇਰਸ ਕਰਦਾ ਵੀ ਸਮਝੋ ਹੁਣ ਮੈਨੂੰ 2 ਟੀਕੇ ਲੱਗੇ ਆ ਮੈਨੂੰ ਤੇ ਹੁਣ ਕਰੀਬਨ 2 ਮਹੀਨੇ ਹੋ ਗਏ 2 ਟੀਕੇ ਲੱਗੇ ਨੂੰ ਮੇਰੇ ਸਰੀਰ 'ਚ ਐਂਟੀਬਾਡੀਜ਼ ਹੈਗੀਆਂ ਹੁਣ ਜਿਹੜਾ ਇਹ ਰੂਪਾਂਤਰ ਆ ਹੁਣ ਆਪਾਂ ਲੈਂਬਡਾ ਦੀ 1 ਮਿੰਟ 'ਚ ਗੱਲ ਕਰਾਂਗੇ ਉਹ ਜਦੋਂ ਬੋਡੀ ਦੇ ਅੰਦਰ ਜਾਂਦਾ ਹੈ ਨਾ ਉਹ ਜਿੱਦਾਂ ਸਮਝੋ ਵੀ ਬਹਿਰੂਪੀਆ ਹੋ ਜਾਂਦਾ ਵੀ ਐਂਟੀਬਾਡੀਜ਼ ਤੇ ਹੈਗੀਆਂ ਲੇਕਿਨ ਐਂਟੀਬਾਡੀਜ਼ ਉਹਨੂੰ ਦੇਖ ਨਹੀਂ ਪਾਉਂਦੀਆਂ ਕਿਉਂਕਿ ਉਹਨੇ ਆਪਣਾ ਸਪਾਈਕ ਪ੍ਰੋਟੀਨ ਦਾ ਸਟਰਕਚਰ ਚੇਂਜ ਕੀਤਾ ਸੋ ਉਹ ਕਈ ਵਾਰ ਬਹੁਤ ਛੇਤੀ ਲੌਕ ਇਨ ਹੋ ਕੇ ਇਨਫੈਕਸ਼ਨ ਕਰ ਸਕਦਾ ਜਾਂ ਫਿਰ ਜਿਹੜੇ ਐਂਟੀਬਾਡੀਜ਼ ਆ ਉਹਦੇ ਮੂੰਹ ਦੇ ਉੱਤੇ ਜਿਹੜਾ ਉਹਨੇ ਮਾਸਕ ਪਾਇਆ ਜਾਂ ਪਰਦਾ ਪਾਇਆ ਉਹ ਲਾ ਕੇ ਦੇਖ ਵੀ ਲੈਂਦੀਆਂ ਵੀ ਨਹੀਂ ਇਹ ਤੇ ਬਦਮਾਸ਼ ਆਇਆ ਇਹਨੂੰ ਕਿਲ ਕਰੋ ਸੋ ਇਨਫੈਕਸ਼ਨ ਹੋਣ ਦੇ ਚਾਂਸਸ ਥੋੜੇ ਜਿਹੇ ਵੱਧ ਜਾਂਦੇ ਆ ਹੁਣ ਜਿਹੜਾ ਲੈਂਬਡਾ ਹੈਗਾ LAVMDA ਇਹ ਪੈਰੂ ਤੋਂ ਸਟਾਰਟ ਹੋਇਆ ਪੈਰੂ ਹੈ ਬਿਲਕੁਲ ਟਿਪ 'ਚ ਸਾਊਥ ਅਮਰੀਕਾ ਦੇ ਇੱਕ ਕੰਟਰੀ ਹੈਗੀ ਆ ਥੋੜਾ ਗਰੀਬ ਮੁਲਕ ਵੀ ਹੈਗਾ ਤੇ ਉੱਥੇ ਅਗਸਤ 2020 'ਚ ਪਹਿਲੀ ਵਾਰ ਇਹ ਰੂਪਾਂਤਰ ਦੇਖੇ ਸੀ ਜਿਹੜੇ ਉਹਦੇ C37 ਦਾ ਜਿਹੜਾ ਨੰਬਰ ਆ ਉਹਦੇ ਚੇਂਜਸ ਪਾਏ ਗਏ ਸੀ ਕੋਵਿਡ ਦੇ ਵਿੱਚ ਹੁਣ ਟਰਬਲ ਇਹ ਹੈਗੀ ਆ ਵੀ ਇਹ ਵੀ ਬਹੁਤ ਛੇਤੀ ਇੱਕ ਤੋਂ ਦੂਜੇ ਨੂੰ ਸਪਰੈਡ ਹੁੰਦਾ ਜਿੱਦਾਂ ਇੰਗਲੈਂਡ ਦਾ ਰੂਪਾਂਤਰ ਅਸੀਂ ਪਹਿਲਾਂ ਕਹਿੰਦੇ ਸੀ ਵੀ ਉਹਦੀ ਇਨਫੈਕਸ਼ਨ ਵੱਧਦੀ ਆ ਤੇ ਇਸ ਵੇਲੇ ਪੈਰੂ ਦੇ ਵਿੱਚ 80% ਕੇਸਿਸ ਜਿਹੜੇ ਆ ਰਹੇ ਆ ਉਹ ਇਹ ਲੈਂਬਡਾ ਰੂਪਾਂਤਰ ਦੇ ਹੀ ਆ ਰਹੇ ਆ ਔਰ ਚਿਲੀ ਦੇ ਵਿੱਚ ਚਿਲੀ ਲਾਗੇ ਕੰਟਰੀ ਪੈਂਦੀ ਆ ਉੱਥੇ 35% ਜਿਹੜਾ ਇਨਫੈਕਸ਼ਨ ਹੋ ਰਿਹਾ ਉਹ ਵੀ ਲੈਂਬਡਾ ਦਾ ਅਰਜਨਟੀਨਾ ਦੇ ਵਿੱਚ ਤੇ ਹੌਲੀ ਹੌਲੀ ਹੁਣ ਅੱਜ ਦਾ ਡੇਟਾ ਨਹੀਂ ਪਤਾ ਕਿਉਂਕਿ ਹੁਣ ਛੁੱਟੀਆਂ ਹੈਗੀਆਂ ਫਰਾਈਡੇ ਤੱਕ ਮੈਂ ਦੇਖਿਆ ਸੀ ਤੇ 11 ਕੇਸਿਸ ਜਿਹੜੇ ਹੈਗੇ ਆ ਉਹ ਹੁਣ ਕੈਨੇਡਾ 'ਚ ਵੀ ਹੋ ਚੁੱਕੇ ਆ BC ਦੇ ਵਿੱਚ ਸੋ ਫਾਰ ਨਹੀਂ ਹੈਗਾ 2 ਕੇਸਿਸ ਅਲਬਰਟਾ 'ਚ ਆਏ ਸੀ ਉਹਨਾਂ ਦੀ ਟਰੈਵਲਿੰਗ ਹਿਸਟਰੀ ਸੀ ਵੀ ਉਹ ਸਾਊਥ ਅਮਰੀਕਾ ਹੋ ਕੇ ਗੁਜ਼ਰੇ ਸੀ ਵਾਪਸ ਪਰਤੇ ਸੀ ਅਲਬਰਟਾ ਨੂੰ ਸੋ ਅਮਰੀਕਾ ਦੇ ਵਿੱਚ ਵੀ ਜਿਹੜਾ ਹੈਗਾ ਅਮਰੀਕਾ 'ਚ ਡੈਲਟਾ ਵੀ ਹਾਵੀ ਆ ਤੇ ਲੈਂਬਡਾ ਹੋਰ ਕੈਨੇਡਾ ਦੇ ਵਿੱਚ 4500 ਕੇਸਿਸ ਡੈਲਟਾ ਦੇ ਵੀ ਹੈਗੇ ਆ ਸਿਰਫ 11 ਲੈਂਬਡਾ ਦੇ ਹੈਗੇ ਹੁਣ ਟਰਬਲ ਹੈਗੀ ਆ ਵੀ ਫਿਰ ਗੱਲ ਇੱਥੇ ਹੁੰਦੀ ਆ ਵੀ ਕਿ ਜਿਨ੍ਹਾਂ ਨੂੰ 2 ਟੀਕੇ ਲੱਗੇ ਉਹਨਾਂ ਦੀ ਪ੍ਰੋਟੈਕਸ਼ਨ ਹੈਗੀ ਆ ਤੇ ਫਾਈਜ਼ਰ ਕਹਿੰਦਾ ਕਰੀਬਨ 80% ਤਾਂ ਵੀ ਪ੍ਰੋਟੈਕਟਿਵ ਹੈਗੇ ਆ ਜਦ ਆਪਾਂ ਰੈਗੂਲਰ ਵਾਇਰਸ ਕਹੀਏ ਤੇ 95 ਕਹਿੰਦਾ ਫਾਈਜ਼ਰ ਜਿਹੜੇ ਰੂਪਾਂਤਰ ਆ 80 ਤੋਂ 85% ਤਾਂ ਫਿਰ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੁਣ ਦੇਖੋ ਟਰੈਵਲਿੰਗ ਦੀ ਖੁੱਲ੍ਹ ਮਿਲ ਰਹੀ ਆ ਲੇਕਿਨ ਮੇਰੀ ਬੇਨਤੀ ਹੱਥ ਜੋੜ ਕੇ ਵੀ ਆਪਾਂ ਦੇਖੋ ਨੰਬਰ ਪਲੇਟ ਤੇ ਕੀ ਲਿਖਦੇ ਆ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਸੰਸਾਰ ਭਰ ਦੇ ਲੋਕ ਤਾਂ BC ਆਉਣਾ ਚਾਹੁੰਦੇ ਆ ਸਮਰ 'ਚ ਅਸੀਂ ਇੱਥੋਂ ਹੁਣ ਸਮਰ ਸਮਰ ਆ ਤੇ ਮੇਰੀ ਬੇਨਤੀ ਹੈ ਵੀ ਹੁਣ ਆ ਜਿਹੜੇ ਆਉਣ ਵਾਲੇ 4-6 ਮਹੀਨੇ ਆ ਅਗਰ ਆਪਾਂ BC ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਹੀ ਟਰੈਵਲ ਕਰੀਏ ਤੇ ਸਾਡੀ ਸੁਰੱਖਿਆ ਜ਼ਿਆਦਾ ਹੈ ਕਿਉਂਕਿ ਪਹਿਲੋਂ ਸਟਾਰਟਿੰਗ 'ਚ ਆਪਾਂ ਗੱਲ ਕੀਤੀ ਸੀ ਸੰਸਾਰ ਪੱਧਰ 'ਤੇ ਵੈਕਸੀਨੇਸ਼ਨ ਲੋ ਜੋ ਕੈਨੇਡਾ ਨੇ ਬਹੁਤ ਵੱਡਾ ਮਾਰਕਾ ਮਾਰ ਲਿਆ ਅਮਰੀਕਾ ਨੇ ਵੀ ਕਰ ਲਿਆ ਯੂਰਪ ਨੇ ਕਰ ਲਿਆ ਲੇਕਿਨ ਬਹੁਤ ਸੰਸਾਰ ਦੇ ਏਰੀਆ 'ਚ ਅਜੇ ਵੈਕਸੀਨੇਸ਼ਨ ਨਹੀਂ ਹੋਇਆ ਜੋ ਬਾਈਡਨ ਨੇ ਇਸ ਰਾਸਤੇ ਨੂੰ ਦੇਖ ਕੇ 2 ਮਿਲੀਅਨ ਫਾਈਜ਼ਰ ਦੇ ਡੋਜ਼ ਦਾਨ ਦਿੱਤੇ ਹੋਏ ਆ ਪੈਰੂ ਨੂੰ ਤੇ ਸਾਡੇ ਪ੍ਰਧਾਨ ਮੰਤਰੀ ਨੇ ਵੀ ਵਾਅਦਾ ਕੀਤਾ ਵੀ ਉਹ ਵੀ ਵੈਕਸੀਨੇਸ਼ਨ ਦੇਣਗੇ ਕਿਉਂਕਿ ਸਾਡੇ ਕੋਲ ਤੇ ਹੁਣ ਸਰਪਲਸ ਹੋ ਜਾਣਾ ਸਾਡੀ ਆਬਾਦੀ ਹੈਗੀ ਆ 38 ਮਿਲੀਅਨ ਦੇ ਲਾਗੇ ਤੇ 400 ਮਿਲੀਅਨ ਡੋਸਿਸ ਅਸੀਂ ਆਰਡਰ ਕੀਤਾ ਸੀ ਵੱਖ-ਵੱਖ ਕੰਪਨੀ ਤੋਂ ਤੇ ਜਿਹੜਾ ਜੌਨਸਨ ਦਾ ਇੱਥੇ ਉਹਦੀ ਮਤਲਬ ਹੈਲਥ ਕੈਨੇਡਾ ਨੇ ਕਿਹਾ ਵੀ ਓਕੇ ਆ ਬਟ ਸੋ ਫਾਰ ਆਪਾਂ ਯੂਜ਼ ਹੀ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਫਾਈਜ਼ਰ ਔਰ ਮੋਡਰਨਾ ਕਾਫੀ ਹੈਗਾ ਸੋ ਅਸੀਂ ਉਹ ਵੀ ਦਾਨ ਦੇ ਰਹੇ ਹਾਂ ਉਹਨਾਂ ਨੂੰ ਸੋ ਇਸ ਲਈ ਜਿਹੜੀਆਂ ਗੱਲਾਂ ਹੈਗੀਆਂ ਵੀ ਆਪਾਂ ਸਾਰੇ ਭੈਣ ਭਰਾ ਹੈਗੇ ਪੂਰੇ ਸੰਸਾਰ 'ਚ ਅਗਰ ਪਰਲੇ ਪਾਸੇ ਅੱਗ ਆ ਤੇ ਉਹਦਾ ਸੇਕ ਤਾਂ ਇੱਥੇ ਆਊਗਾ ਹੀ ਸੋ ਇਸ ਲਈ ਉਹ ਅੱਗ ਬੁਝਾਉਣ ਦਾ ਸਾਡਾ ਕੰਮ ਸਾਂਝਾ ਹੋਣਾ ਚਾਹੀਦਾ ਜਿਹੜੇ ਵਿਕਸਿਤ ਮੁਲਕ ਆ ਗਰੀਬ ਮੁਲਕਾਂ ਨੂੰ ਵੈਕਸੀਨੇਸ਼ਨ ਦੇਣ ਤਾਂ ਇਹ ਰੂਪਾਂਤਰ ਜਿਹੜੇ ਹੈਗੇ ਕੰਟਰੋਲ ਹੋਣਗੇ ਔਰ ਜਦ ਤੱਕ ਵੈਕਸੀਨੇਸ਼ਨ ਨਹੀਂ ਹੁੰਦੀ ਸੰਸਾਰ ਭਰ 'ਚ ਇਸ ਤੋਂ ਬਾਅਦ ਵੀ ਆਪਾਂ ਅਗਲੇ ਮਹੀਨੇ ਵੀ ਕੋਈ ਨਾ ਕੋਈ ਹੋਰ ਰੂਪਾਂਤਰ ਦੀ ਗੱਲ ਕਰਾਂਗੇ ਲੈਂਬਡਾ ਤੋਂ ਬਾਅਦ ਥੀਟਾ ਆਏਗਾ ਉਹਦੇ ਬਾਅਦ ਗਾਮਾ ਆਊਗਾ ਕਈ ਇਹ ਜਿਹੜੇ ਹੈਗੇ ਆ ਇਹ ਪੁਰਾਣੇ ਜਿੱਦਾਂ ਹੁੰਦਾ ਨਾ ਅਲਫਾ ਬੀਟਾ ਗਾਮਾ ਥੀਟਾ ਡੈਲਟਾ ਇਹ ਸਾਰੀਆਂ ਪੁਰਾਤਨ ਜਿਹੜੀਆਂ ਹੈਗੀਆਂ ਨਾਮ ਆ ਉਹਦੇ ਉੱਤੇ ਚੱਲਦੇ ਆ ਅਜੇ ਕਾਫੀ ਆਉਂਦੇ ਆ ਲੇਕਿਨ ਅਜੇ ਹੋਰ ਵੀ ਆਉਣਗੇ ਲੇਕਿਨ ਸਭ ਤੋਂ ਸਾਡੇ ਕੋਲ ਇੱਕੋ ਤਰੀਕਾ ਹੈਗਾ ਵੀ ਆਪਣੇ ਆਪ ਨੂੰ ਬਚਾਉਣ ਦਾ ਹੋਏਗਾ ਵੈਕਸੀਨੇਸ਼ਨ ਔਰ ਦੇਖੋ ਬਹੁਤ ਥੋੜੀ ਮਾਤਰਾ 'ਚ ਲੋਕੀ ਐਂਟੀ ਵੈਕਸੀਨੇਟਰ ਹੈਗੇ ਕੈਨੇਡਾ ਦੇ ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਰੇ ਹੀ ਡਾਕਟਰ ਆ ਉਹਨਾਂ ਨੇ ਟੀਕੇ ਲਵਾਏ ਆ ਔਰ
ਸਾਰੇ ਹੀ ਜਿਹੜੇ ਹਸਪੀਟਲ 'ਚ ਕੰਮ ਕਰਦਾ ਸਟਾਫ ਉਹਨਾਂ ਨੇ ਲਾਏ ਆ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਇੰਨਾ ਪੈਨਿਕ ਨਾ ਕਰੋ। ਜਿਹੜਾ ਫਾਈਜ਼ਰ ਔਰ ਮੋਡਰਨਾ ਹੈਗਾ ਠੀਕ ਆ, ਉਹਦੇ ਕੁਝ ਕੇਸਿਸ ਆਏ ਸੀ ਵੀ ਹਾਰਟ ਦੀ ਮਸਲ ਆ, ਉਹਦੇ 'ਚ ਮਾੜੀ ਜਿਹੀ ਸੋਚ ਕਰਦਾ, ਲੇਕਿਨ ਉਹ ਸਾਰੇ 85 to 95% ਚੈੱਕ ਕਰਕੇ ਹਸਪੀਟਲ 'ਚ ਭੇਜ ਦਿੱਤੇ ਸੀ। ਕੁਛ ਦਾਖਲ ਕਰਨਾ ਪਏ ਸੀ, ਅਗਰ ਸਮਝੋ ਉਹ ਵੀ ਸੈਕਿੰਡ ਡੋਜ਼ ਤੋਂ ਬਾਅਦ। ਕੁਛ ਲੋਕਾਂ 'ਚ ਅਗਰ ਤੁਸੀਂ ਦੇਖੋ ਵੀ ਅਮਰੀਕਾ ਦੀ ਆਬਾਦੀ 380 ਮਿਲੀਅਨ ਦੀ ਆ, ਉਹਦੇ 'ਚ ਕਰੀਬਨ 200 ਮਿਲੀਅਨ ਲੋਕਾਂ ਨੂੰ ਡੋਜ਼ ਲੱਗ ਚੁੱਕਿਆ ਤੇ ਸਿਰਫ 200 ਕੇਸਿਸ ਆਏ ਸੀ 1 per 1 ਮਿਲੀਅਨ, ਉਹ ਵੀ ਕਰੀਬਨ 14 ਤੋਂ 24 ਸਾਲ ਦੀ ਏਜ ਗਰੁੱਪ 'ਚ। ਜਿੱਦਾਂ ਹੁਣ ਮਸਲ ਆ ਸਾਡੀ ਸੋਰ ਹੁੰਦੀ ਆ, ਟੀਕਾ ਲਾਈਏ ਤੇ ਕਈ ਵਾਰ ਦੁਖਦੀ ਆ, ਉਹਦਾ ਹਾਰਟ ਵੀ ਤੇ ਮਸਲ ਹੀ ਆ, ਤੇ ਉਹ ਵੀ ਸੋਰਨੈਸ ਹੋ ਸਕਦੀ ਆ। ਲੇਕਿਨ ਇਹਦਾ ਬੈਨੀਫਿਟ ਜਿਹੜਾ ਹੈਗਾ ਉਹ ਮਤਲਬ ਆਊਟਵੇ ਕਰਦਾ, ਇਸ ਲਈ ਟੀਕਾਕਰਨ ਬਹੁਤ ਜ਼ਰੂਰੀ ਹੈਗਾ। ਔਰ ਕੋਵਿਡ ਜਿਹੜਾ ਹੈਗਾ ਸਾਡੇ ਏਰੀਏ 'ਚ ਤੇ ਹੁਣ ਰੱਬ ਦੀ ਮਿਹਰ ਦੇ ਨਾਲ ਕੰਟਰੋਲ ਆ, ਲੇਕਿਨ ਅਗਰ ਤੁਸੀਂ ਹੁਣ ਆਸਟ੍ਰੇਲੀਆ ਦੇਖ ਲਓ, ਸਿਡਨੀ ਲਾਕਡਾਊਨ 'ਚ, ਉੱਥੇ ਸਿਆਲ ਸ਼ੁਰੂ ਹੋਇਆ, ਤੇ ਸਾਨੂੰ ਅਜੇ ਵੀ ਸੁਚੇਤ ਰਹਿਣਾ ਚਾਹੀਦਾ ਵੀ ਆਉਣ ਵਾਲਾ ਜਿਹੜਾ ਸਿਆਲ ਆ ਅਸੀਂ ਟਰੈਵਲਿੰਗ ਨਾ ਕਰੀਏ, ਕਿਉਂਕਿ ਹੁਣ ਇਹ ਅਗਰ ਆਪਾਂ ਕੰਟਰੋਲ ਕਰ ਰਹੇ ਆ ਜਾਂ ਅਸੀਂ ਬਾਹਰੋਂ ਲੈ ਕੇ ਆਉਣਾ ਜਾਂ ਕੋਈ ਬਾਹਰੋਂ ਸਾਨੂੰ ਲੈ ਆਊਗਾ। ਇਸ ਲਈ ਅਜੇ ਤੱਕ ਹਿੰਦੁਸਤਾਨ ਦੀ ਫਲਾਈਟਾਂ ਬੰਦ ਹੈ ਕਿਉਂਕਿ ਉੱਥੇ ਕੰਟਰੋਲ ਨਹੀਂ ਹੋ ਰਿਹਾ, ਤਾਂ ਇਸ ਲਈ ਇਹ ਸਾਰੀ ਚੀਜ਼ਾਂ ਸਾਨੂੰ ਵਾਚ ਕਰਨੀਆਂ ਚਾਹੀਦੀਆਂ। ਬਿਲਕੁਲ ਡਾਕਟਰ ਸਾਹਿਬ, ਇੱਕ ਗੱਲ ਤਾਂ ਜ਼ਰੂਰ ਹੋ ਗਈ ਨਾ ਵੀ ਸਾਨੂੰ ਕਿੰਨਾ ਧਿਆਨ ਰੱਖਣਾ ਪੈਣਾ, ਪਰ ਇਹਦਾ ਨਾਮ ਠੀਕ ਨਹੀਂ ਰੱਖਿਆ ਉਹਨਾਂ ਨੇ। ਇਹਦਾ ਨਾਮ ਲੰਬੜ ਰੱਖਣਾ ਚਾਹੀਦਾ। ਲੰਬੜ, ਜਿਵੇਂ ਪਿੰਡਾਂ 'ਚ ਲੰਬੜ ਹੁੰਦਾ ਸੀ ਨਾ, ਲੰਬੜਦਾਰ ਹੁੰਦਾ। ਹਾਂਜੀ, ਲੰਬੜ ਹੀ ਹੈ ਜੀ। ਹਾਂਜੀ ਕਹਿ ਕੇ ਉਹਨੂੰ ਕੋਈ ਸਪੈਲਿੰਗ ਠੀਕ ਕਰੋ, ਸਪੈਲਿੰਗ ਤੁਸੀਂ ਗਲਤ ਲਿਖੇ ਨੇ। ਇਹ ਸਾਡੇ ਪਿੰਡਾਂ ਵਾਲਾ ਲੰਬੜ ਹੈ, ਜਿਹੜਾ ਲੰਬੜ ਭਰਿਆ ਕੈਨੇਡਾ 'ਚ। ਲੰਬੜਦਾਰ, ਹਾਂਜੀ ਲੰਬੜਦਾਰ। ਅੱਛਾ, ਇਹਦੇ ਨਾਲ ਨਾਲ ਆਪਾਂ ਇੱਕ ਬ੍ਰੇਕ ਲੈ ਲਈਏ। ਇੱਕ ਸਵਾਲ ਮੇਰੇ ਮਨ ਦੇ ਵਿੱਚ ਹੋ ਰਿਹਾ, ਉਹ ਸਵਾਲ ਦਾ ਜਵਾਬ ਦੇਣ ਤੋਂ ਬਾਅਦ ਫੇਰ ਆਪਾਂ ਲਾਈਨਾਂ ਖੋਲਾਂਗੇ, ਕਿਉਂਕਿ ਇੱਕ ਛੋਟੀ ਬ੍ਰੇਕ ਪਹਿਲਾਂ ਲੈ ਲਈਏ। ਗੱਲਬਾਤ ਤੋਂ ਬਾਅਦ ਲਾਈਨਾਂ ਖੋਲ ਦਿੱਤੀਆਂ ਨੇ, ਤੁਸੀਂ ਆਪਣੀ ਲਾਈਨ ਹੋਲਡ ਕਰ ਲਿਓ। ਬਹੁਤਾਤ ਦੇ ਵਿੱਚ ਜਿਹੜੇ ਮੇਰੇ ਸਤਿਕਾਰਯੋਗ ਸਰੋਤੇ ਨੇ ਉਹਨਾਂ ਨੂੰ ਲਾਈਨਾਂ ਮਿਲਦੀਆਂ ਨਹੀਂ, ਤੇ ਬਾਅਦ ਦੇ ਵਿੱਚ ਕਾਲ ਇੰਨੀਆਂ ਆ ਜਾਂਦੀਆਂ ਨੇ ਕਿ ਸਾਡੀ ਕਾਲ ਨਹੀਂ ਕੀਤੀ, ਸਾਡਾ ਇਹ ਸਵਾਲ ਸੀ। ਤੁਹਾਡਾ ਕੋਈ ਵੀ ਸਵਾਲ ਹੈ ਸਿਹਤ ਸੰਬੰਧੀ, ਕੋਵਿਡ ਸੰਬੰਧੀ, ਪੈਂਡੈਮਿਕ ਸੰਬੰਧੀ, ਜਾਂ ਜਿਹੜੀ ਡਾਕਟਰ ਸਾਹਿਬ ਨੇ ਫਲੋਸਿੰਗ ਦੀ ਗੱਲਬਾਤ ਕੀਤੀ ਹੈ, ਬੂਸਟਰ ਸ਼ਾਟ ਦੀ ਗੱਲਬਾਤ ਕੀਤੀ ਹੈ, ਆ ਜਿਹੜਾ ਨਵਾਂ ਲੰਬਰ ਵੇਰੀਐਂਟ ਨਵਾਂ ਆ ਰਿਹਾ ਇਹਦੀ ਗੱਲਬਾਤ ਕੀਤੀ ਹੈ, ਜਾਂ ਫਿਰ ਇੱਕ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਡਾਕਟਰ ਸਾਹਿਬ ਕਿ ਪਹਿਲੇ ਸਮੇਂ ਦੇ ਵਿੱਚ ਤੁਸੀਂ ਪਿੱਛੇ 20, 30 ਕਿ 40 ਵਾਰੀ ਪਹਿਲਾਂ ਚਲੇ ਜਾਓ ਤੇ ਲੜਕੀਆਂ ਬੱਚੀਆਂ ਨੇ ਜਿਹੜੀਆਂ, ਉਹਨਾਂ ਨੂੰ ਜਿਹੜੇ ਮੈਂਸਟਰੂਅਲ ਪੀਰੀਅਡ ਨੇ ਉਹ ਤਕਰੀਬਨ ਕਾਫੀ ਲੇਟ ਆਉਂਦੇ ਸੀ। ਅੱਜ ਕੱਲ੍ਹ ਤਾਂ ਬੱਚੇ ਹਾਈ ਸਕੂਲ ਦੇ ਜਾਣ ਤੋਂ ਪਹਿਲਾਂ ਹੀ ਇਹ ਪੀਰੀਅਡ ਆ ਜਾਂਦੇ ਨੇ, ਉਹਦਾ ਕਾਰਨ ਕੀ ਹੈ? ਬਹੁਤ ਸੋਹਣਾ ਸਵਾਲ ਹੈ ਕੁਲਦੀਪ ਸਿੰਘ ਜੀ, ਔਰ ਇਹਦੇ ਉੱਤੇ ਬਕਾਇਦਾ ਰਿਸਰਚ ਚੱਲ ਰਿਹਾ। ਔਰ ਸਾਡੇ ਕੋਲ ਨਾ ਪਿਛਲੇ 100 ਸਾਲ ਦਾ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਵੀ ਡੇਟਾ ਆ। ਤਕਰੀਬਨ 100 ਸਾਲ ਪਹਿਲੋਂ ਐਵਰੇਜ ਉਮਰ 18 ਸਾਲ ਦੀ ਹੁੰਦੀ ਸੀ, ਔਰ 50 ਸਾਲ ਪਹਿਲੋਂ ਕਰੀਬਨ 13-14 ਸਾਲ ਹੁੰਦੇ ਸੀ। ਈਵਨ 20-30 ਸਾਲ ਪਹਿਲੋਂ ਕਰੀਬਨ 11-12 ਸਾਲ ਹੁੰਦੇ ਸੀ। ਹੁਣ ਜਦ ਮੈਂ ਟ੍ਰੇਨਿੰਗ ਕਰ ਰਿਹਾ ਸੀ ਅੱਜ ਤੋਂ 25 ਸਾਲ ਪਹਿਲੋਂ, ਉਦੋਂ ਕਹਿੰਦੇ ਸੀ ਵੀ 9 ਸਾਲ ਚਲੋ ਠੀਕ ਆ, 9 ਐਂਡ ਅਬਵ, ਕੁੜੀਆਂ 'ਚ 10 ਐਂਡ ਅਬਵ, ਮੁੰਡਿਆਂ 'ਚ ਵੀ ਜਵਾਨ ਹੋਣਾ। ਹੁਣ ਜਿਹੜਾ ਸ਼ਿਫਟ ਆ ਅਸੀਂ 1 ਸਾਲ ਹੋਰ ਥੱਲੇ ਨੂੰ ਦੇਖ ਰਹੇ ਹਾਂ ਵੀ 8 ਐਂਡ ਅਬਵ ਨਾਰਮਲ ਗਿਣਿਆ ਜਾ ਰਿਹਾ ਗੁੱਡੀਆਂ 'ਚ, ਤੇ ਮੁੰਡਿਆਂ 'ਚ 9 ਐਂਡ ਅਬਵ। ਔਰ ਜਿਹੜਾ ਡੇਟਾ ਸਾਨੂੰ ਇਹ ਸ਼ੋਅ ਕਰਦਾ ਵੀ ਹਰ 10 ਸਾਲ ਦੇ ਬਾਅਦ ਕਰੀਬਨ ਜਿਹੜਾ ਹੈਗਾ ਇਹ 3 ਮਹੀਨੇ ਮਾਈਨਸ ਥੱਲੇ ਨੂੰ ਸ਼ਿਫਟ ਹੋ ਰਿਹਾ ਪਿਛਲੇ 100-150 ਸਾਲ ਤੋਂ। ਔਰ ਸਾਇੰਟਿਸਟ ਇਹਦੇ ਉੱਤੇ ਬਕਾਇਦਾ ਰਿਸਰਚ ਕਰ ਰਹੇ ਵੀ ਕਿਉਂ ਏਦਾਂ ਹੋ ਰਿਹਾ। ਉਹਨਾਂ ਨੂੰ 3 ਪ੍ਰਮੁੱਖ ਕਾਰਨ ਜਿਹੜੇ ਹੈਗੇ ਸਾਹਮਣੇ ਆਏ। ਪਹਿਲਾ ਜਿਹੜਾ ਕਾਰਨ ਸੀ ਵੀ ਬੱਚਿਆਂ ਦੇ ਵਿੱਚ ਮੋਟਾਪੇ ਦੀ ਦਰ ਜਿਹੜੀ ਹੈਗੀ ਕਾਫੀ ਵੱਧ ਰਹੀ ਹੈ। ਕਰੀਬਨ 25 ਤੋਂ 30% ਬੱਚੇ ਆ, ਮੁੰਡੇ ਤੇ ਕੁੜੀਆਂ, ਮੋਟੇ ਆ। ਮੋਟੇ ਮੀਨਸ ਬਕਾਇਦਾ ਵੀ ਉਹਨਾਂ ਦਾ ਸਰੀਰ ਬੋਡੀ ਮਾਸ ਇੰਡੈਕਸ 25-30 ਤੋਂ ਉੱਤੇ ਜਾ ਚੁੱਕਿਆ। ਉਹਦਾ ਰੀਜ਼ਨ ਇਹ ਆ ਕਿਉਂਕਿ ਜਿਹੜਾ ਐਸਟ੍ਰੋਜਨ ਹਾਰਮੋਨ ਆ, ਜਿਹਨੇ ਪਿਊਬਰਟੀ ਸਟਾਰਟ ਕਰਨੀ ਆ, ਉਹ ਸਾਡੇ ਫੈਟ ਸੈੱਲ ਤੋਂ ਬਣਦਾ। ਅਗਰ ਫੈਟ ਸੈੱਲ ਜ਼ਿਆਦਾ ਆ ਤਾਂ ਬਕਾਇਦਾ ਹੀ ਐਸਟ੍ਰੋਜਨ ਜਿਹੜਾ ਹੈਗਾ ਉਹਦੀ ਮਾਤਰਾ ਜਿਹੜੀ ਹੈਗੀ ਹੈ ਜ਼ਿਆਦਾ ਹੋਊਗੀ, ਜਲਦੀ ਹੋਊਗੀ। ਤੇ ਇੱਕ ਕਾਰਨ ਇਹ ਆ। ਦੂਜਾ ਜਿਹੜਾ ਕਾਰਨ ਸੀ ਵੀ ਹੋ ਸਕਦਾ ਜਿਹੜਾ ਸਾਡਾ ਖਾਣਾ ਆ, ਸਾਡਾ ਪਾਣੀ ਆ, ਸਾਡੀ ਆਬੋ ਹਵਾ ਆ, ਇਹਦੇ ਕੁਛ ਵੇਰੀਐਂਟਸ ਹੋਣੇ, ਇਹਦੇ ਵਿੱਚ ਕੁਛ ਚੇਂਜਿਸ ਹੋ ਗਏ। ਖਾਸ ਕਰਕੇ ਜਿਹੜੇ ਬਿਸਫੀਨੋਲ ਏ ਜਿਹੜੇ ਪਲਾਸਟਿਕ ਦੇ ਹੈਗੇ ਆ,
ਜਿਹੜੇ ਆਪਾਂ ਨੌਨ ਸਟਿਕ ਪੈਨ ਯੂਜ਼ ਕਰਦੇ ਹਾਂ ਉਹਦਾ ਜਿਹੜਾ ਰਬਰ ਦਾ ਜਿਹੜਾ ਮਟੀਰੀਅਲ ਹੈ ਟੈਫਲੌਨ ਦਾ, ਦੇਖੋ ਪਿੱਛੇ ਜਿਹੜੀਆਂ ਹੈਗੀਆਂ ਬੋਤਲਾਂ ਬੱਚਿਆਂ ਨੂੰ ਦਿੰਦੇ ਸੀ ਦੁੱਧ, ਅੱਜ ਤੋਂ 8-10 ਸਾਲ ਪਹਿਲਾਂ ਬਿਸਫੀਨੋਲ ਏ ਬੈਨ ਕੀਤਾ ਗਿਆ ਕੈਨੇਡਾ ਵਿੱਚ, ਲੇਕਿਨ ਪਲਾਸਟਿਕ ਇੰਡਸਟਰੀ ਬਹੁਤ ਪਾਰਟਸ ਆਫ ਵਰਲਡ ਅਜੇ ਬੈਨ ਨਹੀਂ ਹੋਇਆ। ਹੁਣ ਜਿਹੜਾ ਡਾਇਆਕਸਿਨ DIOXIN, ਬਿਸਫੀਨੋਲ BIS, PHC, NOL ਇਹ ਜਿਹੜਾ ਮਟੀਰੀਅਲ ਹੈਗਾ ਇਹ ਐਸਟ੍ਰੋਜਨ ਵਰਗਾ ਮਿਮਿਕ ਕਰਦਾ, ਵੀ ਬੋਡੀ 'ਚ ਜਾਂਦਾ ਤੇ ਉਹ ਹਾਰਮੋਨ ਵਾਂਗਰ ਕਰਦਾ ਤੇ ਉਹ ਵੀ ਜਿਹੜਾ ਹੈਗਾ ਸਾਡੀ ਪਿਊਬਰਟੀ ਨੂੰ ਟ੍ਰਿਗਰ ਕਰ ਸਕਦਾ। ਦੂਜਾ ਕਈ ਜਗ੍ਹਾ 'ਚ ਜਿਹੜੀਆਂ ਗਾਵਾਂ ਜਾਂ ਮੱਝਾਂ ਉਹਨਾਂ ਨੂੰ ਟੀਕੇ ਲਾਏ ਜਾਂਦੇ ਹਾਰਮੋਨਸ ਦੇ, ਸੋਮੈਟੋਟ੍ਰੋਫਿਨ, ਤਾਂ ਕਿ ਉਹਨਾਂ ਦਾ ਦੁੱਧ ਜਿਹੜਾ ਹੈਗਾ 10 ਗੁਣਾ 20 ਗੁਣਾ ਜ਼ਿਆਦਾ ਬਣੇ, ਵੀ ਪੈਸੇ ਜ਼ਿਆਦਾ ਹੋਣ। ਉਹ ਫਿਰ ਸੂਖਮ ਮਾਤਰਾ 'ਚ ਹਾਰਮੋਨ ਗਾਂ ਜਾਂ ਮੱਝ ਦੇ ਦੁੱਧ 'ਚ ਵੀ ਜਾਂਦਾ, ਉਹ ਵੀ ਮਤਲਬ ਜਿਹੜਾ ਹੈਗਾ ਇੱਕ ਫੈਕਟਰ ਹੈਗਾ। ਜਿਹੜਾ ਤੀਜਾ ਫੈਕਟਰ ਹੈਗਾ ਸੀ ਉਹ ਆ ਰਿਹਾ ਵੀ ਜਿਹੜੀ ਮਾਨਸਿਕਤਾ ਅਗਰ ਘਰ ਦੇ ਵਿੱਚ ਕਲੇਸ਼ ਆ, ਦੁਵੇਸ਼ ਹੈਗਾ, ਸਟ੍ਰੈਸ ਹੈਗਾ, ਉਹ ਵੀ ਟ੍ਰਿਗਰ ਕਰਦਾ। ਸੋ ਦੇਖੋ ਜਿਹੜਾ ਪਹਿਲਾ ਫੈਕਟਰ ਸੀ ਵੀ ਮੋਟਾਪਾ ਦਬਦਾ ਰਿਹਾ, ਤੇ ਕਿਉਂ ਨਾ ਆਪਾਂ ਬੱਚਿਆਂ ਨੂੰ 2 ਘੰਟੇ ਘੱਟ ਤੋਂ ਘੱਟ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਤਵੱਜੋ ਦਈਏ ਔਰ ਖਾਣਾ ਜਿਹੜਾ ਮੇਚ ਦਾ ਦਈਏ, ਚੰਗਾ ਦਈਏ, ਜਿਹੜੀ ਕੈਨੇਡਾ ਫੂਡ ਗਾਈਡ ਕਹਿੰਦੀ ਹੈ, ਤਾਂ ਕਿ ਉਹਨਾਂ ਦਾ ਵਜ਼ਨ ਠੀਕ ਰਹੇ। ਤੁਸੀਂ ਅਕਸਰ ਦੇਖੋਗੇ ਵੀ ਸਾਡੇ ਜਿਹੜੇ ਫੋਕ ਗਾਣੇ ਆ ਉਹਦੇ ਵਿੱਚ ਹਮੇਸ਼ਾ ਪਤਲੀ ਪਤੰਗ ਵਰਗੀ ਨਾਰ ਦਾ ਜ਼ਿਕਰ ਆਊਗਾ। ਜਿਹੜੇ ਪਤਲੇ ਬੱਚੇ ਆ ਉਹ ਪਿਊਬਰਟੀ ਲੇਟ ਜਾਂਦੇ ਆ। ਅਜੇ ਵੀ ਕਈ ਅਫਰੀਕਨ ਕੰਟਰੀਆਂ ਦੇ ਵਿੱਚ ਜਿੱਥੇ ਗਰੀਬੀ ਆ ਉੱਥੇ ਗੁੱਡੀਆਂ ਅਜੇ ਵੀ 13-13, 14-14, 15-15 ਸਾਲ 'ਚ ਪਿਊਬਰਟੀ 'ਚ ਆ ਰਹੀਆਂ। ਸੋ ਪਤਲਾ ਰਹਿਣਾ ਜਿਹੜਾ ਹੈਗਾ ਸਰੀਰ ਇਹ ਸਗੋਂ ਵਧੀਆ। ਅੱਛਾ, ਜਿਹੜਾ ਤੀਜਾ ਫੈਕਟਰ ਸੀ ਘਰ ਦੇ ਵਿੱਚ ਜਿਹੜੀ ਸਮੱਸਿਆ ਹੈਗੀ ਆ, ਸਟ੍ਰੈਸ ਹੈਗਾ, ਉਹ ਤਾਂ ਫਿਰ ਸਾਨੂੰ ਆਪ ਕਰਨਾ ਪੈਣਾ ਦੂਰ, ਤਾਂ ਕਿ ਘਰ ਦੇ ਵਿੱਚ ਖੁਸ਼ਨੁਮਾ ਮਾਹੌਲ ਹੋਏ। ਜਿਹੜਾ ਦੂਜਾ ਫੈਕਟਰ ਮੈਂ ਜ਼ਿਕਰ ਕੀਤਾ ਸੀ, ਕੋਸ਼ਿਸ਼ ਕਰੀਏ, ਦੇਖੋ ਜਿਹੜੇ ਸਾਡੇ ਕੈਨੇਡਾ ਦੇ ਵਿੱਚ ਤੇ ਜਿਹੜੇ ਗਾਵਾਂ ਜਾਂ ਮੱਝਾਂ ਜਾਂ ਜੋ ਵੀ, ਮੱਝ ਤਾਂ ਬਹੁਤ ਘੱਟ ਹੈ, ਗਾਵਾਂ ਉਹਨਾਂ ਨੂੰ ਟੀਕੇ ਨਹੀਂ ਲਾਏ ਜਾਂਦੇ। ਇਸ ਲਈ ਤੁਸੀਂ ਦੇਖੋ ਸਾਡਾ ਦੁੱਧ ਆ ਉਹ ਅਮਰੀਕਨ ਦੁੱਧ ਨਾਲੋਂ ਡਬਲ ਪ੍ਰਾਈਸ 'ਚ ਹੈਗਾ, ਕਿਉਂਕਿ ਉਹਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈਗੀ ਉਨੀ ਕੀ ਹੁੰਦੀ ਆ ਵੀ ਬਿਨਾਂ ਟੀਕੇ ਤੋਂ ਲੱਗਦਾ। ਈਵਨ ਹੁਣ ਅਮਰੀਕਾ 'ਚ ਉਹਨਾਂ ਨੂੰ ਸਟਿੱਕਰ ਲਾਉਣੇ ਪੈਂਦੇ ਆ ਵੀ ਨੋ ਸਟੋਮੈਟੋਟ੍ਰੋਫਿਨ ਹਾਰਮੋਨ ਯੂਜ਼, ਜਿਹੜਾ ਦੁੱਧ ਸੈਲ ਕਰ ਰਿਹਾ। ਅਗਰ ਸਟਿੱਕਰ ਨਹੀਂ ਲੱਗਾ ਦੈਟ ਮੀਨਸ ਹੋ ਸਕਦਾ ਉਹਦੇ ਵਿੱਚ ਹਾਰਮੋਨ ਹੋਵੇ। ਸੋ ਇਸ ਲਈ ਸਾਨੂੰ ਜਿਹੜਾ ਸਾਡਾ ਚੀਜ਼ ਅਸੀਂ ਸਰੀਰ 'ਚ ਪਾ ਰਹੇ ਹਾਂ ਉਹ ਆਰਗੈਨਿਕ ਹੋਵੇ, ਨੈਚੁਰਲ ਹੋਵੇ। ਸਾਡਾ ਪਾਣੀ ਤਾਂ ਠੀਕ ਆ, ਆਬੋ ਹਵਾ ਵੀ ਠੀਕ ਆ, ਲੇਕਿਨ ਖਾਣਾ ਜਿਹੜਾ ਹੈਗਾ ਉਹਦੇ ਵਿੱਚ ਸਾਨੂੰ ਥੋੜ੍ਹੀ ਜਿਹੀ ਚੀਜ਼ਾਂ ਵਾਚ ਕਰਨੀਆਂ ਚਾਹੀਦੀਆਂ। ਬਾਕੀ ਇਹਦੇ ਉੱਤੇ ਹੋਰ ਸਾਇੰਸ ਜੋ ਗਾਂ ਦੱਸੋਗੀ ਫਿਰ ਅਗਲੇ ਪ੍ਰੋਗਰਾਮ 'ਚ ਸਾਨੂੰ ਸਾਂਝੇ ਕਰਾਂਗੇ। ਲੇਕਿਨ ਹੁਣ ਦੇਖੋ ਇੱਕ ਬੱਚੀ ਆ ਉਹ ਗ੍ਰੇਡ 3 ਜਾਂ 4 'ਚ ਆ ਤੇ ਉਹਦੇ ਵੀ ਜਿਹੜੇ ਪਿਊਬਰਟੀ ਸਟਾਰਟ ਹੋਣਾ ਨਾਰਮਲ ਆ। ਅਜੇ ਤਾਂ ਦੇਖੋ ਉਹ ਖਿਡੌਣਿਆਂ ਦੇ ਨਾਲ ਖੇਡ ਰਹੀ ਆ। ਕਈ ਵਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਮੇਰੇ ਸਰੀਰ ਦੇ ਨਾਲ ਕੀ ਹੋ ਰਿਹਾ। ਕਈ ਵਾਰ ਸਟ੍ਰੈਸ ਵੱਧਦਾ, ਐਂਗਜ਼ਾਇਟੀ ਹੁੰਦੀ ਆ, ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਆ, ਉਹਨੂੰ ਹੌਸਲਾ ਦੇਣਾ ਪੈਂਦਾ ਔਰ ਮਾਂ-ਬਾਪ ਨੂੰ ਵੀ ਸਪੋਰਟ ਦੀ ਲੋੜ ਪੈਂਦੀ ਕਈ ਵਾਰ। ਜੀ ਅੱਛਾ ਡਾਕਟਰ ਸਾਹਿਬ, ਬਹੁਤ ਖੂਬ ਜੀ, ਕਿਉਂਕਿ ਜ਼ਰੂਰੀ ਹੈ। ਕਈ ਵਾਰੀ ਮਾਪਿਆਂ ਨੂੰ ਵੀ ਇਸ ਗੱਲ ਦੀ ਚਿੰਤਾ ਹੋ ਜਾਂਦੀ ਹੈ ਵੀ ਇਹਦਾ ਕਾਰਨ ਕੀ ਹੈ। ਤੁਸੀਂ ਬੜੇ ਵਿਸਤਾਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ। ਹੁਣ ਮੈਂ ਸਰੋਤਿਆਂ ਨੂੰ ਦੱਸਦੇ ਹਾਂ ਕਿ ਸਮਾਂ ਹੁਣ ਤੁਹਾਡਾ ਹੈ, ਮੇਰਾ ਸਮਾਂ ਖਤਮ ਹੈ। ਤੁਹਾਡੀ ਕਾਲਸ 184424711550 ਤੇ 1844-247-1550 ਤੇ ਤੁਸੀਂ ਫੋਨ ਕਰਕੇ ਡਾਕਟਰ ਸਾਹਿਬ ਨੂੰ ਕੋਈ ਵੀ ਸਵਾਲ ਹੈ ਸਿਹਤ ਸੰਬੰਧੀ ਪੁੱਛ ਸਕਦੇ ਹੋ। ਡਾਕਟਰ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਇਸ ਤੋਂ ਪਹਿਲਾਂ ਕਿ ਅਗਲੇ ਕਾਲਾਂ ਨਾਲ ਗੱਲਬਾਤ ਕਰੀਏ, ਆ ਜਿਹੜਾ ਪੈਂਡੈਮਿਕ ਦੇ ਦੌਰਾਨ ਟਾਈਪ 1 ਡਾਇਬਟੀਜ਼ ਵਧੀ ਹੈ ਆਮ ਨਾਲੋਂ? ਹਾਂਜੀ ਬਿਲਕੁਲ ਵਧੀ ਹੈ, ਐਡਲਟਸ ਦੇ ਵਿੱਚ ਵੀ ਵਧੀ ਹੈ ਔਰ ਬੱਚਿਆਂ 'ਚ ਵੀ ਵਧੀ ਹੈ। ਔਰ ਜਿੱਦਾਂ ਮੈਂ ਕਹਿੰਦਾ ਵੀ ਚਲੋ ਹੁਣ ਸਰੀ ਬਹੁਤ ਵੱਡਾ ਈਪੀ ਸੈਂਟਰ ਰਿਹਾ ਵੀ ਜਿੱਥੇ ਕੋਵਿਡ ਦਾ ਫੈਲਾਅ ਬਹੁਤ ਜ਼ਿਆਦਾ ਸੀ। ਐਡਲਟਸ ਦੇ ਵਿੱਚ ਚਲੋ ਕਈ ਵਾਰ ਲੱਛਣ ਆ ਜਾਂਦੇ ਵੀ ਬੁਖਾਰ ਹੋ ਗਿਆ, ਉਹਨਾਂ ਨੂੰ ਖੰਘ ਗਿਆ ਜਾਂ ਉਹ ਟੈਸਟ ਵੀ ਕਰਵਾਏ, ਲੇਕਿਨ ਬੱਚਿਆਂ 'ਚ ਕਈ ਵਾਰ ਲੱਛਣ ਬੜੇ ਸੂਖਮ ਹੁੰਦੇ ਆ, ਕਈ ਵਾਰ ਹੁੰਦੇ ਹੀ ਨਹੀਂ ਆ। ਸੋ ਅਗਰ ਉਹੀ ਘਰ ਦੇ ਵਿੱਚ ਬੱਚੇ ਰਹਿ ਰਹੇ ਆ ਤਾਂ ਹੋ ਸਕਦਾ ਵਾਇਰਸ ਉਹਨਾਂ 'ਚ ਵੀ ਗਿਆ ਹੋਵੇ। ਔਰ ਜਿਹੜੇ ਸਾਡੇ ਪੈਨਕ੍ਰੀਅਸ ਦੇ ਜਿਹੜੇ ਆਈਲੈਟ ਸੈੱਲ ਆ ਉਹ ਡੈਮੇਜ ਕਰਨ 'ਚ ਇਹ ਵਾਇਰਸ ਸਮਰੱਥ, ਜੋ ਇਹਦੀ ਰਿਸਰਚ UK ਤੋਂ ਆ ਰਹੀ ਆ, ਜਾਂ ਫਿਰ ਹੋਰ ਫੈਕਟਰਸ ਵੀ ਹੋ ਸਕਦੇ ਆ ਵੀ ਟਾਈਪ 1 ਡਾਇਬਟੀਜ਼, ਕਿਉਂਕਿ ਇਹ ਆਟੋ ਇਮਿਊਨ ਆ। ਸਾਡੀ ਬੋਡੀ ਦਾ ਜਿਹੜਾ ਡਿਫੈਂਸ ਸਿਸਟਮ ਹੁੰਦਾ, ਇਮਿਊਨ ਸਿਸਟਮ ਹੁੰਦਾ, ਉਹ ਸਾਡੀ ਬੋਡੀ ਨੂੰ ਪ੍ਰੋਟੈਕਟ ਕਰਦਾ। ਸਾਡੀ ਬੋਡੀ ਨੂੰ ਦੇ ਪਾਰਟਸ ਉਹਨੂੰ ਪਤਾ ਵੀ ਆਪਦੇ ਆ। ਅਗਰ ਬਾਹਰੋਂ ਕੋਈ ਜਰਾਸੀਮ ਆਉਂਦਾ, ਵਾਇਰਸ, ਬੈਕਟੀਰੀਆ, ਫੰਗਸ, ਉਹਨੂੰ ਕਿਲ ਕਰਨ 'ਚ ਸਮਰੱਥ ਆ।
लेकिन कई बार जो साडा इम्यून सिस्टम है वो भी गलती You're कर जाता listening to 1550 AM KRPI Ferndale. The views expressed are not necessarily those of the staff, management, or ownership of this station. जी डॉक्टर साहब जारी रखो जी प्लीज। हाँ जी, हाँ जी। तो ਜਿਹੜਾ ਸਾਡਾ ਇਮਿਊਨ ਸਿਸਟਮ ਆ, ਜਿਹੜਾ ਸਾਡਾ ਡਿਫੈਂਸ ਦਾ ਸਿਸਟਮ ਹੈ, ਕਈ ਵਾਰ ਉਹ ਵੀ ਗਲਤੀ ਕਰ ਜਾਂਦਾ। ਉਹ ਸੋਚਦਾ ਵੀ ਜਿਹੜੇ ਪੈਨਕ੍ਰੀਅਸ ਦੇ ਜਿਹੜੇ ਆਈਲੈਟ ਸੈੱਲ ਆ, ISLET, ਜਿੱਥੋਂ ਇਨਸੂਲਿਨ ਬਣਨਾ, ਸ਼ਾਇਦ ਉਹ ਬਾਹਰੋਂ ਕੋਈ ਚੀਜ਼ ਆਈ ਹੈ, ਤਾਂ ਉੱਥੇ ਬੰਬਾਰਡਮੈਂਟ ਕਰਕੇ ਉਹਨਾਂ ਨੂੰ ਡੈਮੇਜ ਕਰਦਾ। ਤਾਂ ਇੱਕ ਤਾਂ ਇਹ ਥਿਊਰੀ ਹੈਗੀ ਹੈ ਟਾਈਪ 1 ਦੀ। ਦੂਜੀ, ਜਿਹੜਾ ਕੋਵਿਡ ਦਾ ਜਿਹੜੀ ਸਪਾਈਕ ਪ੍ਰੋਟੀਨ ਆ, ਉਹ ਠੀਕ ਆ ਸਾਡੇ ਸੈਲਸ ਦੇ ਉੱਤੇ ਇਫੈਕਟ ਕਰਦਾ, ਲੇਕਿਨ ਉਹ ਪੈਨਕ੍ਰੀਅਸ ਦੇ ਸੈਲਸ ਦੇ ਉੱਤੇ ਵੀ ਇਫੈਕਟ ਕਰਦਾ, ਉੱਥੇ ਵੀ ਜਾ ਕੇ ਉਹਨੂੰ ਡੈਮੇਜ ਕਰਦਾ। ਇਹ ਰਿਸਰਚ ਹੁਣ ਇੰਗਲੈਂਡ ਤੋਂ ਆ ਰਹੀ ਆ। ਸੋ ਇਸ ਲਈ ਟਾਈਪ 1 ਡਾਇਬਟੀਜ਼ ਬੱਚਿਆਂ ਦੇ ਵਿੱਚ ਬਹੁਤ ਵੱਧ ਗਈ ਹੈ ਪੈਂਡੇਮਿਕ ਦੌਰਾਨ। ਜਿਹੜੇ ਪਹਿਲੇ ਆਪਾਂ ਦੇਖਦੇ ਸੀ ਮਹੀਨੇ 'ਚ ਕਰੀਬਨ ਇੱਕ ਐਡਮਿਸ਼ਨ ਹੁੰਦੀ ਸੀ, ਹੁਣ ਹਫ਼ਤੇ 'ਚ ਇੱਕ ਦੋ ਹੋ ਰਹੀ ਆ। ਸੋ ਇਸ ਲਈ ਸਾਨੂੰ, ਕਿਉਂਕਿ ਇਹ ਬੱਚਿਆਂ ਨੂੰ ਫਿਰ ਲਾਈਫ ਲੌਂਗ ਇਨਸੂਲਿਨ ਲੈਣਾ ਪੈਣਾ, ਕਿਉਂਕਿ ਗੋਲੀ ਦੇ ਨਾਲ ਨਹੀਂ ਕੰਮ ਸਰਦਾ ਟਾਈਪ 1 'ਚ। ਟਾਈਪ 2 'ਚ ਗੋਲੀ ਦੇ ਸਕਦੇ, ਜਿਹੜੇ ਐਡਲਟ ਨਹੀਂ ਕਹਿੰਦੇ ਮੈਂ ਡਾਇਬੀਟਾ ਲੈ ਰਿਹਾ ਜਾਂ ਹੋਰ ਗੋਲੀਆਂ ਲੈ ਰਿਹਾ, ਉਹ ਟਾਈਪ 2 'ਚ ਹੁੰਦੀ ਹੈ। ਟਾਈਪ 1 'ਚ ਤੇ ਇਨਸੂਲਿਨ ਲੈਣਾ ਪਊਗਾ, ਬਲੱਡ ਸ਼ੂਗਰ 3 ਤੋਂ 4 ਵਾਰੀ ਚੈੱਕ ਕਰਨੀ ਪਊਗੀ, ਉਹ ਵੀ ਮਤਲਬ ਖੂਨ ਕੱਢ ਕੇ। ਦੂਜੇ ਵੀ ਆ ਰਹੇ ਆ ਟੈਕਨੋਲੋਜੀ, ਲੇਕਿਨ ਜ਼ਿਆਦਾਤਰ ਇਹੀ ਯੂਜ਼ ਕਰਨਾ ਪੈਂਦਾ। ਟੀਕਾ ਤੇ ਲਾਉਣਾ ਹੀ ਪਊਗਾ ਸਬਕਿਊਟੇਨੀਅਸ, ਜਿਹੜਾ ਚਮੜੇ ਦੇ ਥੱਲੇ ਆ, ਹੋ ਸਕਦਾ ਦਿਨ 'ਚ 2 ਵਾਰ ਹੀ ਲਾਉਣਾ ਪਏ ਲਾਜ਼ਮੀ। ਸੋ ਇਹ ਜਿਹੜੀਆਂ ਹੈਗੀਆਂ, ਅਜੇ ਸਾਨੂੰ ਗਾਂਹ ਚੱਲ ਕੇ ਪਤਾ ਲੱਗੂਗਾ ਵੀ ਹੋਰ ਕੋਵਿਡ ਸਾਨੂੰ ਕੀ ਤਰਾਸਦੀ 'ਚ ਪਾਉਂਦਾ। ਡਾਇਬਟੀਜ਼ ਟਾਈਪ 1 ਦਾ ਤੇ ਸਾਹਮਣੇ ਆ ਰਿਹਾ। ਮੈਂ ਬਹੁਤ ਬੱਚੇ ਦੇਖ ਰਿਹਾ ਜਿਨ੍ਹਾਂ ਨੂੰ ਹੁਣ ਐਂਗਜ਼ਾਇਟੀ ਹੋ ਰਹੀ ਹੈ, ਚਿੰਤਾ ਰੋਗ ਹੋ ਰਹੀ ਹੈ। ਜਿਹੜੀ ਐਂਗਜ਼ਾਇਟੀ ਸੀ ਕੁਲਦੀਪ ਸਿੰਘ ਜੀ, ਕਰੀਬਨ 15% ਬੱਚਿਆਂ ਨੂੰ ਹੁੰਦੀ ਸੀ ਕੋਵਿਡ ਤੋਂ ਪਹਿਲਾਂ, 85% ਬੱਚਿਆਂ ਨੂੰ ਨਹੀਂ ਹੁੰਦੀ ਸੀ। ਹੁਣ 33% ਬੱਚਿਆਂ ਨੂੰ ਐਂਗਜ਼ਾਇਟੀ ਹੋਈ ਪਈ ਆ। ਹਰ ਤੀਜਾ ਬੱਚਾ ਜਿਹੜਾ ਹੈਗਾ ਉਹ ਡਰ ਦੇ ਮਾਹੌਲ 'ਚ, ਚਿੰਤਾ ਦੇ ਮਾਹੌਲ 'ਚ ਆ, ਮਾਨਸਿਕਤਾ। ਸੋ ਇਹ ਗਾਂਹ ਵਾਲੇ ਆਉਣ ਵਾਲੇ ਟਾਈਮ 'ਚ ਅਸੀਂ ਹੁਣ ਮਾਨਸਿਕ ਹੈਲਥ ਦੀ ਇੱਕ ਸੁਨਾਮੀ ਦੇਖ ਸਕਦੇ ਹਾਂ। ਮੈਨੂੰ ਇਹ ਡਰ ਹੈਗਾ ਵੀ ਚਲੋ ਫਿਜ਼ੀਕਲ ਹੈਲਥ ਤੇ ਆਪਾਂ ਦੇਖ ਹੀ ਰਹੇ ਹਾਂ, ਲੇਕਿਨ ਉਹਦੇ ਨਾਲ ਜਿਹੜਾ ਮਨ ਦੇ ਉੱਤੇ ਅਸਰ ਹੋਇਆ, ਖਾਸ ਕਰਕੇ ਬੱਚਿਆਂ ਦੇ ਉੱਤੇ, ਉਹ ਬਹੁਤ ਜਿਹੜਾ ਹੈਗਾ ਆਉਣ ਵਾਲੇ ਟਾਈਮ 'ਚ ਸਾਨੂੰ ਡੀਲ ਕਰਨਾ ਪੈਣਾ। ਲੇਕਿਨ ਅਸੀਂ ਡੀਲ ਕਰਨ 'ਚ ਸਮਰੱਥ ਹੈਗੇ ਆ। ਕੈਨੇਡਾ ਅੱਛਾ ਮੁਲਕ ਹੈਗਾ, ਹੈਲਥ ਕੇਅਰ ਸਿਸਟਮ ਸਭ ਤੋਂ ਵਧੀਆ ਹੈਗਾ ਜੀ। ਡਾਕਟਰ ਬੰਦ ਕਰੀਏ, ਆਪਣੇ ਕੋਲ ਕੁਝ ਸਤਿਕਾਰਯੋਗ ਕਾਲਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਈਆਂ ਦੇ ਮਨਾਂ 'ਚ ਸਵਾਲ ਨੇ। ਪਹਿਲੇ ਕਾਲਰ ਨੇ ਸਾਡੇ ਸਰਦਾਰ ਚਰਨ ਸਿੰਘ ਜੀ, ਤੁਸੀਂ ਏਅਰ ਤੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਜੀ, ਤੁਹਾਨੂੰ ਤੇ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਰਾ ਸਵਾਲ ਇਹ ਆ ਵੀ ਅਸੀਂ ਦੋਵਾਂ ਜੀਆਂ ਨੇ ਨਾ ਮੋਡਰੀਨਾ ਲਵਾ ਲਿਆ ਵਾ, ਤੇ ਮੈਨੂੰ ਏਦਾਂ ਲੱਗਦਾ ਵਾ ਵੀ ਮੈਨੂੰ ਵਾਕ ਕਰਨ ਦੇ ਵਿੱਚ ਨਾ ਮੇਰਾ ਮਤਲਬ ਅੱਧੇ ਤੋਂ ਵੀ ਨਹੀਂ ਵਾਕ ਕਰ ਸਕਦਾ। ਜਿੱਥੇ ਮੈਂ 4 ਮਹੀਨੇ ਤੁਰ ਸਕਦਾ ਸੀ ਨਾ, ਹੁਣ ਮੇਰੇ ਕੋਲ ਅੱਧਾ ਮੀਲ ਵੀ ਨਹੀਂ ਜਾਇਆ ਜਾਂਦਾ, ਤੇ ਪੈਰ ਧੂ ਕੇ ਤੁਰਨਾ ਪੈਂਦਾ ਵਾ। ਤੇ ਇਹ ਮੈਨੂੰ ਏਦਾਂ ਲੱਗਦਾ ਵੀ ਇਫੈਕਟ ਮੋਡਰਨ ਦਾ ਉੱਠਣ ਲੱਗਿਆ ਵੀ ਮੈਨੂੰ ਨਾ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ। ਵਾਸ਼ਰੂਮ ਦੇ ਵਿੱਚ ਬਹਿ ਕੇ ਆਪਣਾ ਬਾਥ ਲਈਦਾ ਤੇ ਮੇਰੇ ਕੋਲ ਉੱਠਿਆ ਨਹੀਂ ਜਾਂਦਾ, ਬਹੁਤ ਔਖਾ ਹੋ ਗਏ। ਤਰੀਕੇ ਨਾਲ ਮੈਂ ਹੱਥ ਪਾ ਕੇ ਇੱਧਰ ਉੱਧਰ ਫੇਰ ਉੱਠਦਾ। ਇੰਜੈਕਸ਼ਨ ਲਾਏ ਦਾ ਫਰਕ ਹੈ ਜਾਂ ਕੀ ਕਰ ਰਿਹਾ? ਇਹ ਕਦੋਂ ਲੱਗਾ? ਡਾਕਟਰ ਸਾਹਿਬ ਸਵਾਲ ਪੁੱਛ ਰਹੇ ਨੇ ਤੁਹਾਨੂੰ, ਇੱਕ ਮਿੰਟ ਡਾਕਟਰ ਸਾਹਿਬ ਦੀ ਗੱਲ ਸੁਣਿਓ ਜੀ ਜਰਾ। ਹਾਂਜੀ ਡਾਕਟਰ ਸਾਹਿਬ, ਸੈਕਿੰਡ ਡੋਜ਼ ਕਦੋਂ ਲੱਗਾ ਸੀ ਤੁਹਾਨੂੰ? ਸੈਕਿੰਡ ਡੋਜ਼ ਮਤਲਬ ਵੀ ਦੂਜਾ ਡੋਜ਼ ਮੋਡਰਨਾ ਦਾ ਕਦੋਂ? ਦੂਜਾ ਡੋਜ਼ ਕਦੋਂ ਲੱਗਾ? 2 ਮਹੀਨੇ ਪਹਿਲਾਂ। ਚਰਨ ਸਿੰਘ ਜੀ, 2 ਮਹੀਨੇ ਤੋਂ ਬਾਅਦ ਲੱਗਾ। ਠੀਕ ਹੈ, ਹਾਂਜੀ। ਹੈਲੋ, ਮੈਨੂੰ ਲੱਗਦਾ ਲਾਈਨ ਛੱਡ ਗਏ ਨੇ। ਹਾਂਜੀ, ਮੋਡਰਨਾ ਇਹਨਾਂ ਨੂੰ ਲੱਗਾ ਸੀ ਤੇ ਹੁਣ ਇਹ ਵਾਕ ਕਰਨ 'ਚ ਵੀ ਇਹਨਾਂ ਨੂੰ ਡਿਫੀਕਲਟੀ ਆ, ਬਾਥ ਕਰਨ 'ਚ ਵੀ ਡਿਫੀਕਲਟੀ ਆ। ਦੇਖੋ, ਜਿਹੜੇ ਮੋਡਰਨਾ, ਫਾਈਜ਼ਰ ਜਾਂ ਈਵਨ ਐਸਟਰਾਜ਼ੈਨੇਕਾ, ਮੈਂ ਮੰਨਦਾ ਵੀ ਪਹਿਲੇ 1-2 ਦਿਨ 4 ਦਿਨ ਤੱਕ ਵੀ ਕਈਆਂ ਨੇ ਕਿਹਾ ਵੀ ਸਾਨੂੰ ਮਸਲ ਦੁਖਦੇ ਆ, ਜਿੱਥੇ ਟੀਕਾ ਲੱਗਾ ਉੱਥੇ ਬਹੁਤ ਪੇਨ ਹੋ ਰਹੀ ਆ, ਬੁਖਾਰ ਵੀ ਆ ਰਿਹਾ। ਮੈਂ ਆਪ ਜਦੋਂ ਲਾਇਆ ਸੈਕਿੰਡ ਡੋਜ਼, ਪਹਿਲੇ ਡੋਜ਼ 'ਚ ਮੈਨੂੰ ਕੋਈ ਨਹੀਂ ਜ਼ਿਆਦਾ ਸਿੰਪਟਮ ਹੈ। ਮੇਰਾ ਸਿਰ ਬਹੁਤ ਭਾਰੀ ਰਿਹਾ 2-3 ਦਿਨ, ਮੈਨੂੰ ਵੀ ਫੀਵਰ ਹੋਇਆ ਥੋੜਾ ਜਿਹਾ 1-2 ਦਿਨ। ਇਹ ਸਾਰੀਆਂ ਚੀਜ਼ਾਂ ਕਾਮਨ ਨੇ, ਲੇਕਿਨ ਜਿਹੜੇ ਹੁਣ ਕਹਿ ਰਹੇ ਵਾਕ ਕਰਨ 'ਚ ਥੋੜੀ ਡਿਫੀਕਲਟੀ ਆ, ਬਾਥ ਲੈਣ 'ਚ ਡਿਫੀਕਲਟੀ, ਏਦਾਂ ਰਿਪੋਰਟਡ ਨਹੀਂ ਹੈਗਾ ਵੀ ਇਹ ਸਾਈਡ ਇਫੈਕਟ ਹੈਗਾ ਵੈਕਸੀਨੇਸ਼ਨ ਦਾ। ਮੇਬੀ ਕੁਝ ਹੋਰ ਕਾਰਨ ਵੀ ਹੋ ਸਕਦਾ। ਸੋ ਇਸ ਲਈ ਇਹਨਾਂ ਨੂੰ ਜ਼ਰੂਰ ਆਪਣਾ ਬਲੱਡ ਟੈਸਟ, ਸ਼ੂਗਰ, ਆਇਰਨ, ਥਾਇਰੋਇਡ, B12 ਸਾਰਾ ਚੈੱਕ ਕਰਾਉਣਾ ਚਾਹੀਦਾ ਵੀ ਕਿਤੇ ਹੋਰ ਪ੍ਰੋਸੈਸ ਨਾ ਹੋਵੇ।
ਦੇਖੋ ਜਿਹੜਾ ਹੈਗਾ ਨਾ ਕੋਵਿਡ ਤੋਂ ਪਹਿਲਾਂ ਉਦੋਂ ਵੀ ਤੇ ਬਿਮਾਰੀਆਂ ਹੁੰਦੀਆਂ ਸੀ, ਟੀਕਾਕਰਨ ਦੇ ਨਾਲ ਵੀ ਬਿਮਾਰੀਆਂ ਹੋ ਸਕਦੀਆਂ ਵੀ ਜਿਹੜੀਆਂ ਟੀਕੇ ਤੋਂ ਨਾ ਹੀ ਹੋਣ, ਵੀ ਹੋਰ ਕੋਈ ਰੀਜ਼ਨ ਕਰਕੇ ਹੋਵੇ। ਇਸ ਲਈ ਇਹਨਾਂ ਨੂੰ ਆਪਣੇ ਡਾਕਟਰ ਨੂੰ ਜ਼ਰੂਰ ਸੰਪਰਕ ਕਰਨਾ ਚਾਹੀਦਾ। ਔਰ ਜਿਹੜੇ ਟੀਕੇ ਦੇ ਜਿਹੜੇ ਵੀ ਲੱਛਣ ਹੈਗੇ ਆ ਪਹਿਲੇ 5-7 ਦਿਨ ਤੱਕ ਹੀ ਫਿਨਿਸ਼ ਹੋ ਜਾਂਦੇ, ਉਸ ਤੋਂ ਬਾਅਦ ਡਰੈਗ ਨਹੀਂ ਹੁੰਦੇ। ਹਾਂ, ਇੱਕ ਕੰਡੀਸ਼ਨ ਹੈਗੀ ਆ ਕੋਵਿਡ ਲੌਂਗ ਹਾਲ, ਜਿਹਨੂੰ ਨੈਚੁਰਲ ਕੋਵਿਡ ਇਨਫੈਕਸ਼ਨ ਹੋਇਆ, ਉਹ ਕਈ ਮਹੀਨੇ ਤੱਕ, ਜਿੱਦਾਂ ਇਹਨਾਂ ਨੇ ਡਿਸਕ੍ਰਿਪਸ਼ਨ ਦਿੱਤੀ ਆ ਵੀ ਉਹ ਮਤਲਬ ਵੀਕਨੈਸ ਮਹਿਸੂਸ ਕਰਦੇ ਆ, ਉਹ ਗੇਮਾਂ 'ਚ ਨਹੀਂ ਜਾ ਸਕਦੇ। ਜਿਹੜੇ ਐਡਲਟ ਨੂੰ ਸਮਝੋ ਬਹੁਤ ਵੱਡਾ ਐਥਲੀਟ ਸੀ, ਉਹ ਗੇਮ 'ਚ ਨਹੀਂ ਖੇਡ ਸਕਦਾ, ਥਕੇਵਾਂ ਜ਼ਿਆਦਾ ਹੁੰਦਾ, ਸੋ ਉਹਨੂੰ ਕਹਿੰਦੇ ਲੌਂਗ ਹਾਲ। ਉਹਦੀ ਕਲੀਨਿਕ ਵੀ ਸਰੀ ਹੈਗੀ ਹੈ, ਡਾਕਟਰ ਕਾਲੋਂ ਜਾਂ ਮੇਰੇ ਖਿਆਲ ਨਾਲ ਡਾਕਟਰ ਕੰਡੋਲਾ, ਮੇਰੇ ਖਿਆਲ ਨਾਲ ਵਨ ਆਫ ਦੈਮ, ਮੈਨੂੰ ਸ਼ੈਲੀ ਕੰਡੋਲਾ, ਡਾਕਟਰ ਸ਼ੈਲੀ ਕੰਡੋਲਾ ਉਹਨੂੰ ਰਨ ਕਰਦੇ ਆ। ਸੇਂਟ ਪੌਲਸ 'ਚ ਵੀ ਹੈਗੀ ਆ। ਔਰ ਇਹ ਸਾਨੂੰ ਵਾਚ ਕਰਨਾ ਪੈਣਾ। ਪਲੀਜ਼ ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਜ਼ਰੂਰ ਸਲਾਹ ਕਰੋ। ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਰਿਸ਼ਪਾਲ ਸਿੰਘ ਜੀ, ਸ਼ਾਇਦ ਡਾਕਟਰ ਰਿਸ਼ਪਾਲ ਸਿੰਘ ਹੁਣੀ ਨੇ, ਸਵਾਗਤ ਹੈ ਜੀ। ਸਰਦਾਰ ਕੁਲਦੀਪ ਸਿੰਘ ਜੀ ਤੇ ਡਾਕਟਰ ਭੁਰਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਵਿਡ ਦੀ ਦੋਵੇਂ ਫੁੱਲੀ ਮਤਲਬ ਵੈਕਸੀਨ ਲੈ ਲਈਆਂ, ਦੋ ਵਾਰ ਫਾਈਜ਼ਰ ਦੀਆਂ ਲਈਆਂ ਸੀ ਤੇ ਮਤਲਬ ਮੇਰੇ ਤਾਂ ਉਹ ਡੋਜ਼ ਲੈਣ ਤੋਂ ਬਾਅਦ ਸਿਰਫ ਇੱਕ ਦਿਨ ਹੀ, ਅਗਲੇ ਦਿਨ ਮਾੜਾ ਜਿਹਾ ਮੋਢਾ ਮਾਮੂਲੀ ਜਿਹਾ ਉਹ 'ਚ ਪੇਨ ਹੋਇਆ, ਫੀਲ ਹੋਇਆ ਵੀ ਜਿੱਦਾਂ ਟੀਕਾ ਲੱਗਾ ਆ, ਤੇ ਦੋਵੇਂ ਵਾਰੀ ਏਦਾਂ ਹੀ ਹੋਈ ਆ। ਕੋਈ ਹੋਰ ਉਹਦਾ ਸਾਈਡ ਇਫੈਕਟ ਨਹੀਂ ਅੱਜ ਤੇ ਹੋਇਆ, ਕਦੀ ਕੋਈ ਫੀਲ ਨਹੀਂ ਹੋਇਆ। ਤੇ ਮੈਂ ਹਰ ਸਾਲ ਆਪਣੇ ਫਲੂ ਦਾ ਇੰਜੈਕਸ਼ਨ ਵੀ ਲਵਾਉਣਾ ਆ, ਉਹਨਾਂ ਵੀ ਮੈਨੂੰ ਕਦੀ ਵੀ ਕੋਈ ਹੱਡ ਭੱਜਣੀ ਜਾਂ ਕੋਈ ਵੀ ਮਤਲਬ ਇਹੀ ਕਦੀ ਕੋਈ ਫੀਲਿੰਗ ਨਹੀਂ ਹੋਈ। ਮਤਲਬ ਹੁਣ ਇਹ ਕੀ ਮੈਂ ਸਮਝਾਂ ਵੀ ਇਹ ਵੈਕਸੀਨ ਜਿਹੜੀ ਆ ਮਤਲਬ ਪੂਰਾ ਮੇਰੇ ਤੇ ਅਸਰ ਕਰ ਗਈ, ਜਾਂ ਬੁਖਾਰ ਹੋਣਾ ਜਾਂ ਹੱਡ ਭੱਜਣੀ ਦੀ ਜ਼ਰੂਰੀ ਹੁੰਦੀ ਹੈ ਜੇ ਪੂਰੇ ਇਹਦੇ ਇਫੈਕਟ ਹੋਣ ਦੀ। ਤੇ ਦੂਜਾ ਮੈਂ ਅਗਲਾ ਕੁਐਸਚਨ ਇਹ ਕਰਨਾ ਚਾਹੁੰਦਾ ਵੀ ਹੁਣ ਇਸ ਤੋਂ ਬਾਅਦ 'ਚ ਜਿਹੜਾ ਰੌਲਾ ਪੈਂਦਾ ਵੀ ਤੀਜੀ ਡੋਜ਼ ਦਾ ਉਹ ਲੈਣ ਦੀ ਲੋੜ ਪਊਗੀ ਜਾਂ ਇਸੇ ਤਰ੍ਹਾਂ ਗੁਜ਼ਾਰਾ ਹੋ ਜਾਊਗਾ? ਪੁੱਛ ਲੈਂਦੇ ਆ ਜੀ ਡਾਕਟਰ ਸਾਹਿਬ, ਆ ਜਿਹੜਾ ਬੂਸਟਰ ਵਾਲਾ ਤੁਸੀਂ ਜ਼ਿਕਰ ਕਰਕੇ ਗਏ ਹੋ, ਇਹ ਕਲੀਅਰ ਕਰਿਓ ਜੀ ਇਹਨਾਂ ਦੀ ਗੱਲਬਾਤ ਜੀ। ਹਾਂਜੀ, ਪਹਿਲੇ ਤੇ ਬਹੁਤ ਅੱਛੀ ਗੱਲ ਹੈ, ਇਹਨਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਮਾੜਾ ਜਿਹਾ ਇਹਨਾਂ ਨੂੰ ਪੇਨ ਹੋਇਆ, ਮਾੜਾ ਜਿਹਾ ਇਹਨਾਂ ਨੂੰ ਫੀਲਿੰਗ ਹੋਈ। ਦੇਖੋ ਇਹ ਸਾਰਾ ਕੁਛ ਦੇ ਵਿੱਚ ਵੀ 95% ਐਂਟੀਬੋਡੀਜ਼ ਬਣਦੀਆਂ। ਹੁਣ ਪਿਛਲੇ ਹਫ਼ਤੇ ਇੱਥੇ UBC 'ਚ ਰਿਸਰਚ ਹੋਈ ਹੈ ਵੀ ਜਿਹਨੂੰ ਬਹੁਤ ਜ਼ਿਆਦਾ ਬੁਖਾਰ ਚੜ੍ਹਦਾ, ਬਹੁਤ ਜ਼ਿਆਦਾ ਪੇਨ ਹੁੰਦਾ, ਉਹਦੀ ਐਂਟੀਬੋਡੀ ਲੈਵਲ 100 ਦੇ ਲਾਗੇ ਚੱਗੇ ਜਾ ਰਹੀ ਹੈ। ਮੀਨਸ ਤੁਹਾਡਾ ਇਮਿਊਨ ਸਿਸਟਮ ਹਾਈਪਰ ਮੋਡ 'ਚ ਕੰਮ ਕਰ ਰਿਹਾ। ਸੋ ਮੇਰੇ ਬਹੁਤ ਸਤਿਕਾਰਯੋਗ ਫਰੈਂਡ ਵੀ ਹੈਗੇ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਆ, ਦਿਲਬਰ ਕੰਗ ਹੋਣੇ, ਓਮਨੀ ਤੇ ਜਿਹੜੇ TV ਦੇ ਐਂਕਰ ਆ। ਉਹਨੂੰ 4-5 ਦਿਨ ਇਹ ਸਮੱਸਿਆ ਰਹੀ ਤੇ ਉਹਨੇ ਹਾਰ ਕੇ ਮੈਨੂੰ ਫੋਨ ਵੀ ਕੀਤਾ। ਮੈਂ ਕਿਹਾ ਤੂੰ ਹੁਣ ਵਰੀ ਨਾ ਕਰ, ਰਿਸਰਚ ਤੇ ਸ਼ੋ ਕਰਦਾ ਤੇਰੀ ਐਂਟੀਬੋਡੀ ਤਾਂ 100 ਦੇ ਲਾਗੇ ਜਾ ਕੇ ਜਾ ਰਹੀ ਆ। ਉਹ ਤੇ ਹਸਪਤਾਲ ਜਾਣ ਨੂੰ ਫਿਰਦਾ ਸੀ ਵੀ ਸਿਰ ਬਹੁਤ ਹੈਵੀ ਹੋ ਰਿਹਾ, ਚੱਕਰ ਆਉਣ ਨੂੰ ਹੁੰਦੇ ਆ, ਬੁਖਾਰ ਜਿਹੜਾ, ਤਰੇਲੀਆਂ ਪੈ ਰਹੀਆਂ, ਤਾਂਬਾ ਲੱਗ ਰਿਹਾ ਨਾ। ਦੈਟ ਮੀਨਸ ਤੁਹਾਡਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਐਕਟਿਵਲੀ ਐਂਟੀਬੋਡੀਜ਼ ਬਣਾ ਰਿਹਾ ਸੀ। ਲੇਕਿਨ ਫਿਰ ਵੀ ਜਿੱਦਾਂ ਸਰਦਾਰ ਰਸਪਾਲ ਸਿੰਘ ਨੇ ਗੱਲ ਕੀਤੀ ਆ, ਮੈਨੂੰ ਵੀ ਲਗਭਗ ਸੇਮ ਲੱਛਣ ਹੋਏ ਸੀ। ਔਰ ਉਹਦੇ 'ਚ ਰਿਸਰਚ ਸ਼ੋ ਕਰਦਾ ਵੀ mid-90s 'ਚ ਐਂਟੀਬੋਡੀਜ਼ ਤੇ ਬਣਾਉਣੀਆਂ। ਅਗਰ ਤੁਹਾਨੂੰ ਹੁਣ ਮੇਰੀ ਬੀਬੀ ਆ, ਉਹਨੂੰ ਕੁਛ ਵੀ ਨਹੀਂ ਹੋਇਆ, ਫਿਰ ਵੀ ਉਹਦੀ ਐਂਟੀਬੋਡੀਜ਼ ਲੈਵਲ mid-95 'ਚ ਬਣੀਆਂ। ਦੂਜਾ ਹੁਣ ਜਿਹੜਾ ਬੂਸਟਰ ਦਾ, ਮੈਨੂੰ ਆਪ ਕਿਉਂਕਿ ਮੈਡੀਕਲ ਸਟੂਡੈਂਟ ਆ, ਮੈਂ ਰਿਸਰਚ ਮੈਂ ਮਤਲਬ ਉਹਨਾਂ ਦੇ ਨਾਲ ਮੇਰਾ ਵਾਹ ਪੈਂਦਾ ਰਹਿੰਦਾ, ਮੇਰੇ ਬਹੁਤ ਫਰੈਂਡ ਰਿਸਰਚ ਕਰਦੇ ਆ। ਬੂਸਟਰ ਤੇ ਸਾਨੂੰ ਮੈਨੂੰ ਲੱਗਦਾ ਵੀ ਲਾਉਣਾ ਪਊਗਾ। ਹੈਲਥ ਕੈਨੇਡਾ ਨੇ ਇਹਦੇ ਉੱਤੇ ਅਜੇ ਕੋਈ ਵੀ ਜਵਾਬ ਨਹੀਂ ਦਿੱਤਾ। ਆਲਰੇਡੀ FDA ਤੇ ਜਿਹੜੀ ਪਟੀਸ਼ਨ ਹੈ ਫਾਈਜ਼ਰ ਦੀ, ਉਹਨਾਂ ਦੀ ਫਾਈਲ ਪਈ ਹੋਈ ਆ। ਅਮਰੀਕਨ ਅਜੇ ਵੀ ਸੈਕਿੰਡ ਡੋਜ਼ ਦੇ ਵਿੱਚ ਕਈ ਸਟੇਟ ਜਿਹੜੇ ਹੈਗੇ ਆ ਬਹੁਤ ਪਿੱਛੇ ਜੋ, ਕਈ ਜਿਹੜੇ ਰਿਪਬਲਿਕਨ ਸਟੇਟ ਆ ਉਹ ਤੇ ਸਿਰਫ 48% ਪਹਿਲਾਂ ਹੀ ਡੋਜ਼ ਲੱਗਾ, ਕਿਉਂਕਿ ਉਹ ਬਹੁਤ ਉਹਨਾਂ ਦੀ ਆਪ ਦੀ ਪੋਲੀਟੀਕਲ ਸਮੱਸਿਆ ਖੜੀ ਆ। ਕਈ ਜਿਹੜੇ ਗਰੁੱਪ ਹੈ ਉਹ ਕਹਿੰਦੇ ਨਹੀਂ ਲਾਉਣਾ। ਸੋ ਉਹ ਅਮਰੀਕਾ ਜੇ ਵੀ ਕਹਿ ਰਿਹਾ ਵੀ 2 ਡੋਜ਼ ਤਾਂ ਸਾਰਿਆਂ ਨੂੰ ਪਹਿਲਾਂ ਲਾ ਲਿਓ, ਫਿਰ ਤੁਹਾਡੀ ਫਾਈਲ ਦੇਖਦੇ ਆ। ਬਟ ਮੈਡੀਕਲ ਰਿਸਰਚ ਇਹ ਸ਼ੋ ਕਰ ਰਿਹਾ ਵੀ ਐਂਟੀਬੋਡੀ ਲੈਵਲ ਕਰੀਬਨ 6 ਮਹੀਨੇ ਬਾਅਦ ਥੋੜਾ ਜਿਹਾ ਘਟਣਾ ਸ਼ੁਰੂ ਹੁੰਦਾ। ਪਰ ਜਦ ਤੱਕ ਗਲੋਬਲੀ ਇਹ ਕੋਵਿਡ ਨਹੀਂ ਹਟਦਾ, ਮੈਨੂੰ ਲੱਗਦਾ 1-2 ਸਾਲ ਸਾਨੂੰ ਸ਼ਾਇਦ ਬੂਸਟਰ ਦੀ ਲੋੜ ਪਵੇ। ਲੇਕਿਨ ਹੈਲਥ ਕੈਨੇਡਾ ਜਦੋਂ ਹੀ ਇਹਦੇ ਉੱਤੇ ਸਟੇਟਮੈਂਟ ਦੇਗੀ, ਮੈਂ ਤੁਹਾਡੇ ਨਾਲ ਬ੍ਰੇਕਿੰਗ ਨਿਊਜ਼ ਕਰੂੰਗਾ ਉਦੋਂ। ਫਿਰ ਵੀ ਸੰਸਾਰ ਦੇ ਵਿੱਚ ਇਹ ਕਾਬੂ ਨਹੀਂ ਆ ਰਿਹਾ, ਇਸ ਲਈ ਜਦ ਤੱਕ ਸੰਸਾਰ 'ਚ ਕਾਬੂ ਨਹੀਂ ਹੁੰਦਾ ਤਦ ਤੱਕ ਸਾਨੂੰ ਬੂਸਟਰ ਦੀ ਲੋੜ ਪੈ ਸਕਦੀ ਹੈ। ਓਕੇ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।
ਸਰਦਾਰ ਸੁਖਦੇਵ ਸਿੰਘ ਜੀ, ਤੁਸੀਂ ਇਹ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਵਪਾਰਕ ਸੰਦੇਸ਼ ਤੋਂ ਬਾਅਦ। ਸੁਖਦੇਵ ਸਿੰਘ, ਜਗਮੇਲ ਸਿੰਘ ਖਾਲਸਾ ਤੇ ਗੁਰਦਿਆਲ ਸਿੰਘ ਜੀ, ਵਪਾਰਕ ਵਕਫਾ ਲੈ ਲਈ ਗੱਲਬਾਤ ਕਰਦੇ ਹਾਂ ਜੀ। ਜਿਹੜੇ ਕਾਲਰ ਹੋਲਡ ਤੇ ਨੇ ਸਾਰਿਆਂ ਨਾਲ ਗੱਲਬਾਤ ਕਰਾਂਗੇ। ਸੰਖੇਪ ਰੱਖਿਓ, ਸਿਰਫ ਸਵਾਲ ਹੀ ਰੱਖਿਓ ਜੀ। ਸਰਦਾਰ ਸੁਖਦੇਵ ਸਿੰਘ ਜੀ, ਸਵਾਗਤ, ਤੁਸੀਂ ਇੱਥੇ ਹੋ। ਡਾਕਟਰ ਸਾਹਿਬ ਤੇ ਸਰਦਾਰ ਕੁਲਦੀਪ ਸਿੰਘ ਜੀ, ਤੁਹਾਨੂੰ ਪਿਆਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਨੂੰ ਪਹਿਲਾਂ ਤਾਂ ਮੈਂ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਕਈ ਵਾਰ ਨਾ ਤੁਸੀਂ ਬੰਬੇ ਵਾਲੇ ਸਾਡੇ ਸਾਂਝੇ ਪੰਜਾਬ ਦੀ ਨਾ ਇੱਕ ਜਿਹੜੇ ਵਾਰਡ ਸਾਂਭੀ ਬੈਠੇ ਹੋ, ਉਹਨਾਂ ਲਈ ਬਹੁਤ ਤੁਸੀਂ ਸ਼ਬਦ ਬੋਲਿਆ, ਇੱਕ ਬੜਾ ਵਧੀਆ ਲੱਗਿਆ ਮੈਨੂੰ, ਬੀਬੀ ਤੇ ਮੇਰੀ ਬੀਬੀ। ਤੇ ਮੈਨੂੰ ਐਂ ਲੱਗਿਆ ਜਿਵੇਂ ਇਹ ਮੇਰੀ ਮਾਂ ਦੇ ਵਾਰਡ ਹੁੰਦੇ ਨੇ। ਤੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਵੀ ਇਹ ਚੀਜ਼ ਸਾਡੇ ਇੱਥੇ ਗੈਪ ਹੁੰਦੀ ਜਾ ਰਹੀ ਹੈ। ਤੁਸੀਂ ਪੜ੍ਹੇ ਲਿਖੇ ਹੋ ਪਰ ਤੁਸੀਂ ਮੰਮੀ ਨਹੀਂ ਬੋਲਿਆ, ਇਹ ਬੜਾ ਧੰਨਵਾਦ ਤੁਹਾਡਾ। ਵਾਹ ਜੀ ਵਾਹ। ਦੂਸਰੀ ਗੱਲ ਸਰ, ਮੇਰਾ ਸਵਾਲ ਸੀ ਕਿ ਇੱਥੇ ਅਸੀਂ ਇੱਕ ਦਿਨ ਗੱਲ ਹੋ ਰਹੀ ਸੀ, ਕੋਈ ਸਾਡੇ ਦੋਸਤ ਨੇ, ਉਹ ਇੰਡੀਆ ਤੋਂ ਆਏ ਸੀ, ਡਾਕਟਰ ਨੇ, ਸਪੈਸ਼ਲਿਸਟ ਨੇ ਸਰਜਰੀ ਦੇ, ਉਹ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ, ਇੱਥੇ ਟਰਾਈ ਕੀਤੀ ਕਿ ਮੈਂ ਇੱਥੋਂ ਦੇ ਸਿਸਟਮ ਨੂੰ, ਮੈਡੀਕਲ ਸਿਸਟਮ ਨੂੰ ਅਡਾਪਟ ਕਰਾਂ। ਤਾਂ ਕੁਛ ਗੱਲਾਂ ਦੱਸੀਆਂ ਉਹਨਾਂ ਨੇ ਮੈਨੂੰ ਨਹੀਂ ਪਤਾ। ਹੁਣ ਇਹ ਤੁਹਾਨੂੰ, ਤੁਸੀਂ ਇਸ ਲਾਈਨ ਨਾਲ ਸੰਬੰਧਿਤ ਔਰ ਤੁਹਾਡੇ ਕੋਲ ਜਾਣਕਾਰੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਇੱਕ ਜਿਹੜੀ ਮੈਡੀਕਲ ਐਸੋਸੀਏਸ਼ਨ ਹੈ ਤੁਹਾਡੀ, ਇਹਦਾ ਬਹੁਤ ਵੱਡਾ ਇੱਕ ਕਬਜ਼ਾ ਹੈ ਇਸ ਫਰੇਜ਼ਰ ਹੈਲਥ ਤੇ ਕਹਿ ਲਓ ਜਾਂ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ, ਜਿਹੜੀ ਇੱਕ ਨਵੇਂ ਡਾਕਟਰਾਂ ਨੂੰ ਐਂਟਰ ਹੋਣ ਦੇ ਵਿੱਚ ਬੜਾ ਵੱਡਾ ਅੜਿੱਕਾ ਲਾਉਂਦੀ ਹੈ। ਇਹਦੇ ਵਿੱਚ ਕਿੰਨਾ ਕੁ ਵੱਡਾ ਸੱਚ ਹੈ ਜਾਂ ਕਿ ਇਹ ਗੱਲਾਂ ਨੇ ਜਾਂ ਅਫਵਾਹ ਨੇ, ਇਸ ਬਾਰੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਕੇ ਜਾਇਓ। ਬਹੁਤ ਖੂਬ ਜੀ, ਬਹੁਤ ਵਧੀਆ ਸਵਾਲ ਹੈ ਜੀ। ਆਮ ਡਾਕਟਰ ਜਿਹੜੇ ਨਵੇਂ ਆਉਂਦੇ ਨੇ ਉਹਨਾਂ ਦਾ ਸਵਾਲ ਵੀ ਨਾਲ ਹੀ ਹੈ ਜੀ। ਜੀ ਜੀ ਜਿਹੜੇ ਨਾ ਫੋਰਨ ਮੈਡੀਕਲ ਗ੍ਰੈਜੂਏਟ ਹੈ, ਫੋਰਨ ਮੈਡੀਕਲ ਗ੍ਰੈਜੂਏਟ ਮੀਨਸ ਜਿਹੜੇ ਕੈਨੇਡਾ ਤੋਂ ਬਾਹਰੋਂ ਪੜ੍ਹ ਕੇ ਆਏ ਆ। ਅਗਰ ਆਪਾਂ ਅਮਰੀਕਾ ਤੋਂ ਪੜ੍ਹ ਕੇ ਆਏ ਆ ਫਿਰ ਤਾਂ ਕੋਈ ਤਰਾਸਦੀ ਨਹੀਂ ਹੈ, ਉਹ ਸਾਰੀ ਤੁਹਾਡੇ ਜਿਹੜੀ ਚੀਜ਼ਾਂ ਐਟ ਪਾਰ ਆ, ਉਹ ਐਕਸੈਪਟ ਹੁੰਦਾ। ਗੱਲ ਹੁੰਦੀ ਹੈ ਲਾਇਸੈਂਸ ਦੀ। ਬਿਨਾਂ ਲਾਇਸੈਂਸ ਤੋਂ ਤੁਸੀਂ ਪ੍ਰੈਕਟਿਸ ਨਹੀਂ ਕਰ ਸਕਦੇ, ਭਾਵੇਂ ਤੁਸੀਂ ਜਿੰਨੇ ਮਰਜ਼ੀ ਵਧੀਆ ਤੋਂ ਵਧੀਆ ਡਾਕਟਰ ਹਿੰਦੁਸਤਾਨ ਦੇ ਹੋਏ, ਭਾਵੇਂ ਤੁਸੀਂ ਬੁੱਕਾਂ ਲਿਖੀਆਂ ਹੋਣ, ਭਾਵੇਂ ਤੁਸੀਂ ਮਤਲਬ ਵੀ ਬਹੁਤ ਵੱਡੇ ਪ੍ਰੋਫੈਸਰ ਹੋਣ, ਵੀ ਤੁਹਾਨੂੰ ਮੱਥੇ ਟੇਕਦੇ ਲੋਕੀ ਹੋਣ, ਵੀ ਤੁਹਾਡੇ ਵਰਗਾ ਡਾਕਟਰ ਨਹੀਂ ਜੰਮੇ ਹੋਣਾ, ਬਟ ਲਾਇਸੈਂਸ ਤੋਂ ਬਗੈਰ ਤੁਸੀਂ ਕੈਨੇਡਾ 'ਚ ਨਹੀਂ ਪ੍ਰੈਕਟਿਸ ਕਰ ਸਕਦੇ। ਉਹ ਲਾਇਸੈਂਸ ਹਰ ਪ੍ਰੋਵਿੰਸ ਦਾ ਜਿਹੜਾ ਕਾਲਜ ਆ, ਹੁਣ ਸਾਡਾ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨ ਆ, ਉਹ ਸਾਨੂੰ ਲਾਇਸੈਂਸ ਦਿੰਦਾ। ਉਹ ਲਾਇਸੈਂਸ ਦੇ ਲਈ ਤੁਹਾਨੂੰ ਆਪਣੇ ਜਿਹੜੇ ਹੈਗੇ ਆ ਸਾਰੀ ਡਿਗਰੀਆਂ ਸਬਮਿਟ ਕਰਨੀਆਂ ਪੈਂਦੀਆਂ, ਨਾਲ ਕੈਨੇਡੀਅਨ ਐਗਜ਼ਾਮ ਸਬਮਿਟ ਕਰਨੇ ਪੈਂਦੇ ਆ, ਤੇ ਨਾਲ ਕੈਨੇਡੀਅਨ ਟ੍ਰੇਨਿੰਗ ਸਬਮਿਟ ਕਰਨੀ ਪੈਂਦੀ ਹੈ। ਜਦੋਂ ਮੈਂ ਜ਼ਿਕਰ ਕੀਤਾ ਸੀ ਕੈਨੇਡੀਅਨ ਜਾਂ ਅਮਰੀਕਨ, ਸੋ ਅਗਰ ਤੁਹਾਡੇ ਕੋਲ ਸਿਰਫ ਇੱਕ ਹਿੰਦੁਸਤਾਨ ਦੀ ਡਿਗਰੀ ਆ ਤਾਂ ਫਿਰ ਤਾਂ ਬਿਲਕੁਲ ਸਿਫਰ ਹੋ ਗਿਆ, ਵੀ ਤੁਹਾਨੂੰ ਤਾਂ ਐਂਟਰੀ ਮਿਲਣੀ ਨਾ। ਤੁਹਾਨੂੰ ਪਹਿਲਾਂ ਕੈਨੇਡੀਅਨ ਐਗਜ਼ਾਮ ਦੇਣੇ ਪੈਣੇ ਆ। ਪਹਿਲਾ ਐਗਜ਼ਾਮ ਹੈਗਾ, ਉਹਦਾ ਨਾਂ ਹੈਗਾ ਇਵੈਲੂਏਟਿੰਗ ਐਗਜ਼ਾਮ। ਤੁਹਾਨੂੰ ਇਵੈਲੂਏਟ ਕੀਤਾ ਜਾਊਗਾ ਵੀ ਹੁਣ ਇਹਦੀ ਬੁੱਧੀ ਕੰਮ ਕਰਦੀ ਕਿ ਨਹੀਂ ਕਰਦੀ, ਵੀ ਮੈਡੀਕਲ ਪ੍ਰੋਫੈਸ਼ਨ ਜਿਹੜਾ ਕੈਨੇਡਾ 'ਚ ਕੰਮ ਕਰਨਾ। ਦੂਜਾ ਹੈਗਾ ਕੁਆਲੀਫਾਈਂਗ ਐਗਜ਼ਾਮ, ਜਿਹਦੇ ਵਿੱਚ ਬਕਾਇਦਾ ਪਾਰਟ 1 ਔਰ 2 ਹੁੰਦਾ, ਵੀ ਜਿਹੜਾ ਹੁਣ ਪੇਸ਼ੈਂਟ ਨਹੀਂ ਦੇਖਣਾ, ਉਹਦੀ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਨ 'ਚ ਸਮਰੱਥ ਹੈਗਾ ਕਿ ਨਹੀਂ ਹੈਗਾ। ਸੋ ਉਹਦੇ 20 ਸਟੇਸ਼ਨ ਹੁੰਦੇ ਪਾਰਟ 2 'ਚ। ਮੈਂ ਉਹਦਾ ਐਗਜ਼ਾਮਨਰ ਵੀ ਹੈਗਾ ਪਾਰਟ 2 ਦਾ, ਇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਕਿੱਦਾਂ ਇਵੈਲੂਏਟ ਕਰਦੇ ਹਾਂ। ਫਿਰ ਤੁਹਾਨੂੰ ਰੈਸੀਡੈਂਸੀ ਲੈਣੀ ਪੈਣੀ ਆ। ਅਗਰ ਤੁਸੀਂ ਫੈਮਿਲੀ ਮੈਡੀਸਿਨ ਕਰਨੀ ਆ, ਫੈਮਿਲੀ ਡਾਕਟਰ ਬਣਨਾ, ਤੇ 2 ਸਾਲ ਦੀ ਟ੍ਰੇਨਿੰਗ ਤੁਹਾਨੂੰ ਚਾਹੀਦੀ ਹੈ ਇੱਥੇ। ਅਗਰ ਤੁਸੀਂ ਸਪੈਸ਼ਲਾਈਜੇਸ਼ਨ ਕਰਨੀ ਆ ਤੇ ਘੱਟ ਤੋਂ ਘੱਟ 4 ਤੇ ਹੋ ਸਕਦਾ 6 ਸਾਲ ਵੀ ਤੁਹਾਨੂੰ ਟ੍ਰੇਨਿੰਗ ਕਰਨੀ ਪਏ, 4 ਤੋਂ 6 ਸਾਲ। ਉਹਦੇ ਬਾਅਦ ਤੁਹਾਨੂੰ ਫਿਰ ਉਹ ਸਪੈਸ਼ਲਿਟੀ ਦੀ ਜਿਹੜੀ ਹੈਗੀ ਲਾਇਸੈਂਸ ਮਿਲਦੀ, ਜਿੱਦਾਂ ਮੈਂ ਕੀਤਾ। ਹੁਣ ਕਾਫੀ ਜਿੱਦਾਂ ਇਹਨਾਂ ਦਾ ਜ਼ਿਕਰ ਸੀ ਵੀ ਸਰਜਨ ਇਹਨਾਂ ਦੇ ਆਏ ਸੀ ਫਰੈਂਡ, ਉਹ ਕਹਿੰਦੇ ਬੜੀ ਤਰਾਸਦੀ ਆ। ਨਹੀਂ, ਤਰਾਸਦੀ ਕੋਈ ਨਹੀਂ ਹੈਗੀ, ਇਹ ਸਿਸਟਮ ਹੈਗਾ। ਔਰ ਸਿਸਟਮ ਇਸ ਲਈ ਬਣਿਆ ਵੀ ਜਿਹੜਾ ਵੀ ਕੈਨੇਡਾ 'ਚ ਫਿਜ਼ੀਸ਼ੀਅਨ ਜਿਹਨੂੰ ਲਾਇਸੈਂਸ ਮਿਲਿਆ, ਉਹਦੀ ਜਿਹੜੀ ਕੁਆਲੀਫਿਕੇਸ਼ਨ ਆ, ਉਹਦੇ ਜਿਹੜੇ ਸਕਿੱਲਸ ਆ, ਉਹ ਪੇਸ਼ੈਂਟ ਨੂੰ ਠੀਕ ਕਰਨ 'ਚ ਗੁੱਡ ਹੈਗੇ ਕਿ ਨਹੀਂ ਹੈਗੇ। ਕਿਉਂਕਿ ਐਟ ਦਾ ਐਂਡ ਆਫ ਦਾ ਡੇ ਜਿਸ ਦਿਨ ਤੁਹਾਨੂੰ ਲਾਇਸੈਂਸ ਮਿਲ ਗਿਆ, ਉਸ ਤੋਂ ਬਾਅਦ ਤੁਸੀਂ ਪੇਸ਼ੈਂਟ ਦੇਖਣਾ ਸ਼ੁਰੂ ਹੋ ਜਾਣਾ। ਸੋ ਪੇਸ਼ੈਂਟ ਕੇਅਰ ਜਿਹੜੀ ਹੈਗੀ ਆ, ਉਹਦੀ ਪ੍ਰਾਇਮਰੀ ਜਿਹੜੀ ਹੈਗੀ ਆ ਫੋਕਸ ਹੈਗੀ ਆ, ਇਸ ਲਈ ਹੈ। ਹੁਣ ਦੂਜੀ ਗੱਲ ਇਹਨਾਂ ਕਹੀ ਸੀ ਵੀ ਕਈ ਵਾਰ ਕਿਸੇ ਕੋਲ ਲਾਇਸੈਂਸ ਮਿਲ ਵੀ ਜਾਂਦਾ, ਲੇਕਿਨ ਉਹਨੂੰ ਇੱਥੇ ਫਰੇਜ਼ਰ ਹੈਲਥ 'ਚ ਕੰਮ ਕਰਨ ਨੂੰ ਡਿਫੀਕਲਟੀ ਹੁੰਦੀ ਹੈ। ਇਹ ਵੀ ਇੱਕ ਇਸ਼ੂ ਹੈਗਾ। ਉਹਦਾ ਇਹ ਰੀਜ਼ਨ ਹੈਗਾ ਵੀ ਹਰ ਡਿਪਾਰਟਮੈਂਟ 'ਚ, ਹੁਣ ਮੈਂ ਚਲੋ
ਬੱਚਿਆਂ ਦੇ ਸਪੈਸ਼ਲਿਸਟ ਦੀ ਗੱਲ ਕਰਦਾ 6 ਪੋਜੀਸ਼ਨ ਹੈਗੀਆਂ ਫ੍ਰੀਜ਼ਰ ਹੈਲਥ 'ਚ। ਜਦ ਤੱਕ ਕੋਈ ਰਿਟਾਇਰ ਨਹੀਂ ਹੋਊਗਾ ਤੇ ਅਗਲਾ ਬੰਦਾ ਕਿੱਦਾਂ ਅੰਦਰ ਜਾਊਗਾ। ਹੁਣ ਚਲੋ ਮੈਡੀਕਲ ਪ੍ਰੋਫੈਸ਼ਨ ਫਿਰ ਵੀ ਠੀਕ ਆ ਵੀ ਤੁਸੀਂ ਹਸਪੀਟਲ ਨਹੀਂ ਤੇ ਬਾਹਰ ਕਲੀਨਿਕ ਆਪਣੇ ਖੋਲ ਲਓ ਤੁਹਾਡਾ ਅਗਰ ਹੈਗਾ ਲਾਇਸੈਂਸ, ਲੇਕਿਨ ਜਿਹੜਾ ਸਰਜਨ ਹੈ ਉਹ ਕੀ ਕਰੂਗਾ? ਉਹਨੂੰ ਤਾਂ ਆਪਰੇਸ਼ਨ ਥੀਏਟਰ ਚਾਹੀਦਾ। ਆਪਰੇਸ਼ਨ ਥੀਏਟਰ ਤੋਂ ਬਗੈਰ ਕਟਿੰਗ ਨਹੀਂ ਕਰ ਸਕਦਾ, ਬਾਹਰ ਆਪਰੇਸ਼ਨ ਥੀਏਟਰ ਉਹ ਖੋਲ ਨਹੀਂ ਸਕਦਾ, ਹੈ ਨਾ, ਕਿਉਂਕਿ ਆਪਰੇਸ਼ਨ ਥੀਏਟਰ ਸਿਰਫ ਹਸਪੀਟਲ 'ਚ ਕੈਨੇਡਾ 'ਚ ਹੈਗੇ, ਪ੍ਰਾਈਵੇਟ ਨਹੀਂ ਹੈਗੇ। ਪੁੱਕੇ ਆਈ ਸਰਜਨ ਕੁਛ ਹੈਗੇ ਅਲਬਰਟਾ 'ਚ ਜਾਂ ਹੋਰ ਜਗ੍ਹਾ 'ਚ ਜਿਹੜੇ ਕਰ ਰਹੇ ਆ, ਜਿਨ੍ਹਾਂ ਨੂੰ ਉਹਨਾਂ ਦੀ ਪ੍ਰੋਵਿੰਸ ਨੇ ਮਾਨਤਾ ਦਿੱਤੀ ਆ। ਸੋ ਉਹਨੂੰ ਫਿਰ ਵੇਟ ਕਰਨਾ ਪੈਣਾ। ਅਗਰ ਜਿਹੜਾ ਓਪਨਿੰਗ ਹੈਗੀ ਹੈ ਤਾਂ ਹੀ ਮਿਲਦੀ ਹੈ। ਇਸ ਲਈ ਤੁਸੀਂ ਦੇਖੋ ਕਾਫੀ ਸਾਡੇ ਬੱਚੇ ਆਊਟ ਆਫ ਪ੍ਰੋਵਿੰਸ ਜਾ ਕੇ ਕੰਮ ਕਰ ਰਹੇ ਜਿਹੜੇ ਇੱਥੇ ਜੰਮੇ ਪਲੇ ਸੀ ਸਰੀ 'ਚ, ਜਿਨ੍ਹਾਂ ਨੇ ਇੱਥੋਂ ਟ੍ਰੇਨਿੰਗ ਕੀਤੀ ਕਿਉਂਕਿ ਪੋਜੀਸ਼ਨ ਨਹੀਂ ਅਵੇਲੇਬਲ ਹੈਗੀ। ਸੋ ਫੋਰਨ ਮੈਡੀਕਲ ਗ੍ਰੈਜੂਏਟਸ ਨੂੰ ਉਹ ਪ੍ਰੋਸੀਜਰ ਤੋਂ ਜਾਣਾ ਪੈਣਾ। ਜਦ ਮੈਂ ਕਰੀਬਨ 30 ਸਾਲ ਪਹਿਲਾਂ ਆਇਆ ਸੀ ਮੈਂ ਵੀ ਉਹ ਪ੍ਰੋਸੈਸ ਤੋਂ ਗਿਆ ਸੀ। ਮਹਾਰਾਜ ਨੇ ਲੇਕਿਨ ਕਿਰਪਾ ਕੀਤੀ ਵੀ ਮੇਰਾ ਸਾਰਾ ਕੰਮ ਵਧੀਆ ਹੁੰਦਾ ਗਿਆ ਔਰ ਮੈਂ ਪਹਿਲਾ ਦਸਤਾਰਧਾਰੀ ਗ੍ਰੈਜੂਏਟ ਹੈਗਾ UBC ਤੋਂ ਪੀਡੀਆਟ੍ਰਿਕ ਪ੍ਰੋਗਰਾਮ 'ਚ, ਜਿਹੜੇ ਬੱਚਿਆਂ ਦੀ ਸਪੈਸ਼ਲਾਈਜੇਸ਼ਨ 'ਚ। ਸੋ ਅਜੇ ਤੱਕ ਚਲੋ ਮੇਰੇ ਤੋਂ ਬਾਅਦ ਵੀ ਹੋਰ ਲੋਕੀ ਆਉਣ, ਲੇਕਿਨ ਉਦੋਂ ਬਹੁਤ ਥੋੜਾ ਜਿਹਾ, ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਡਿਸਕ੍ਰਿਮੀਨੇਸ਼ਨ, ਲੇਕਿਨ ਸੀ ਉਦੋਂ ਵੀ ਸੀ, ਅੱਜ ਵੀ ਹੈਗਾ ਔਰ ਗਾਂ ਵੀ ਰਹੂਗਾ। ਲੇਕਿਨ ਮਹਾਰਾਜ ਦੀ ਕਿਰਪਾ ਰਹੀ ਕਿਉਂਕਿ ਮੈਨੂੰ ਆਪਣਾ ਅੰਦਰੋਂ ਮੈਨੂੰ ਸੋਲਿਡ ਬਿਲੀਫ ਸੀ ਵੀ ਮੈਂ ਕਰ ਸਕਦਾ। ਸੋ ਇਸ ਲਈ ਤੁਹਾਡੀ ਆਪਣੀ ਅੰਦਰਲੀ ਇੱਕ ਵਿਲ ਪਾਵਰ ਹੋਣੀ ਚਾਹੀਦੀ ਹੈ ਵੀ ਮੈਂ ਸਕਸੈਸਫੁਲ ਹੋਵਾਂਗਾ ਜਾਂ ਹੋਵਾਂਗੀ। ਐਗਜ਼ਾਮ ਪਾਸ ਕਰ ਲੈਣਾ ਤਾਂ ਬਹੁਤ ਈਜ਼ੀ ਆ, ਐਗਜ਼ਾਮ ਦੀ ਇਸ਼ੂ ਨਹੀਂ ਹੈਗਾ। ਟ੍ਰੇਨਿੰਗ ਪੋਜੀਸ਼ਨ ਲੈਣਾ, ਇੰਟਰਵਿਊ ਦੇਣਾ, ਅਗਲੇ ਨੂੰ ਕਨਵਿੰਸ ਕਰਨਾ ਵੀ ਨਹੀਂ ਮੈਂ ਇਸ ਕੰਮ ਦੇ ਵਿੱਚ ਐਟ ਪਾਰ ਜਾਂ ਇਵਨ ਬੈਟਰ ਆ ਕੈਨੇਡੀਅਨ ਨਾਲੋਂ, ਤਾਂ ਗੱਡੀ ਚੱਲਣੀ ਹੈ। ਜੀ ਬਹੁਤ ਧੰਨਵਾਦ ਜੀ, ਬੜੀ ਗੱਲ ਕਲੀਅਰ ਹੋ ਗਈ। ਜਗਮੇਲ ਸਿੰਘ ਖਾਲਸਾ ਜੀ, ਤੁਸੀਂ ਏਅਰ ਤੇ ਹੋ, ਤੁਹਾਡਾ ਸਵਾਗਤ ਹੈ ਜੀ। ਹਾਂਜੀ, ਸਰਦਾਰ ਕੁਲਦੀਪ ਸਿੰਘ ਜੀ ਤੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਰਜ਼ੇ ਹੈ ਕਿ ਤੁਹਾਡੀ ਆਵਾਜ਼ ਸੁਣਦੀ ਹੈ, ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ। ਤੇ ਸਵਾਲ ਮੇਰੇ ਅੱਜ 2 ਨੇ ਤੇ ਪਹਿਲਾਂ ਮੈਂ ਗੱਲ ਕਰਨਾ, ਮੈਂ ਡਰਨਾ ਸਾਡੇ ਦੋਨੋਂ ਲਾਗੇ ਕੋਈ ਤਕਲੀਫ ਨਹੀਂ ਹੋਈ, ਲੇਕਿਨ ਇਹ ਸੁਣਨ ਵਿੱਚ ਆਇਆ ਗੱਲਾਂ ਕਈਆਂ ਨੇ ਦੱਸੀਆਂ ਕਿ 15 ਤੋਂ ਲੈ ਕੇ 30 ਸਾਲ ਦੀ ਏਜ ਵਾਲਿਆਂ ਨੂੰ ਮਡਰਨਾ ਹੋਵੇ ਚਾਹੇ ਕੋਈ ਹੋਰ ਹੋਵੇ, ਉਹਨਾਂ ਨੂੰ ਕਾਫੀ ਬੁਖਾਰ ਹੋਇਆ ਤੇ ਇਹ ਨਹੀਂ ਪਤਾ ਵੀ ਕਿਉਂ। ਤੇ ਬਾਕੀ ਮੇਰਾ ਪਹਿਲਾ ਸਵਾਲ ਦਾ ਤਾਂ ਆਲਰੇਡੀ ਜਵਾਬ ਮਿਲ ਗਿਆ ਕਿ ਨਵੇਂ ਡਾਕਟਰਾਂ ਬਾਰੇ ਡਾਕਟਰ ਸਾਹਿਬ ਨੇ ਸਭ ਕੁਝ ਦੱਸਤਾ ਔਰ ਸਰਦਾਰ ਸਾਹਿਬ ਨੇ ਜਿਹੜੇ ਕਾਲਰ ਸਨ ਉਹਨਾਂ ਨੇ ਬਹੁਤ ਅੱਛਾ ਕੀਤਾ ਇਹ ਸਵਾਲ ਕੀਤਾ। ਔਰ ਮੇਰਾ ਅਗਲਾ ਸਵਾਲ ਇਹ ਹੈ ਕਿ ਡਾਕਟਰ ਸਾਹਿਬ ਨੂੰ ਕਾਫੀ ਗਿਆਨ ਹੈ ਤੇ ਈਵਨ ਸਾਰੇ ਥਰੂ ਆਊਟ ਕੈਨੇਡਾ ਵਾਸਤੇ, ਸਾਰੇ ਪ੍ਰੋਵਿੰਸ ਵਾਸਤੇ, ਕਿ ਸਮੋਕਿੰਗ ਤੋਂ ਲੈ ਕੇ ਜਿਹੜੇ ਲੋਕ ਚਾਹੇ ਸ਼ਰਾਬ ਹੈ ਚਾਹੇ ਹੋਰ ਖਤਰਨਾਕ ਨਸ਼ੇ ਹੈ, ਖੈਰ ਮੈਨੂੰ ਤਾਂ ਉਹਨਾਂ ਦੇ ਨਾਮ ਵੀ ਨਹੀਂ ਪਤਾ, ਤੇ ਤਸਕਰ ਵੀ ਫਸਦੇ ਆ, ਹੁਣ ਵੀ ਫਸੇ ਹੋਏ ਆ ਤੇ ਖਬਰਾਂ ਆ ਵੀ ਰਹੀਆਂ। ਇਹਦੇ ਤੇ ਪ੍ਰੋਵਿੰਸ਼ੀਅਲ ਗਵਰਨਮੈਂਟਾਂ ਕਿੰਨਾ ਖਰਚ ਕਰਦੀਆਂ, ਖਾਸ ਕਰਕੇ BC ਦੇ ਵਿੱਚ ਕਿੰਨਾ ਉਹਨਾਂ ਨੂੰ ਫ੍ਰੀ ਜਿਹੜਾ ਇਲਾਜ ਤੇ ਖਰਚਾ ਆਉਂਦਾ ਹੈ, ਔਰ ਇਹ ਖਰਚੇ ਨੂੰ ਰੋਕਣ ਦਾ ਕੋਈ ਪ੍ਰਬੰਧ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਕਿਉਂਕਿ ਲੋਕ, ਤੁਹਾਡਾ ਸਵਾਲ ਪਹੁੰਚ ਗਿਆ ਜੀ ਖਾਲਸਾ ਜੀ। ਇੰਝ ਕਰਦੇ ਹਾਂ ਆਪਾਂ ਬ੍ਰੇਕ ਲੈ ਲਈਏ। ਡਾਕਟਰ ਸਾਹਿਬ, ਜਿਹੜਾ ਖਾਲਸਾ ਜੀ ਦਾ ਸਵਾਲ ਹੈ ਕਰਿਓ, ਇਹਦਾ ਜਵਾਬ ਤੇ ਬਾਅਦ ਵਿੱਚ ਦਾ ਗੁਰਦਿਆਲ ਸਿੰਘ ਜੀ ਤੁਹਾਡੀ ਵਾਰੀ ਹੈ ਜੀ। ਪਹਿਲਾਂ ਹੋਲਡ ਕਰਿਓ, ਥੋੜਾ ਜਿਹਾ ਬ੍ਰੇਕ ਲੈ ਲਈਏ, ਬ੍ਰੇਕ ਦਾ ਸਮਾਂ ਹੈ ਤੇ ਗੱਲਬਾਤ ਜਾਰੀ ਰੱਖਦੇ ਹਾਂ। ਡਾਕਟਰ ਸਾਹਿਬ ਹੋਲਡ ਕਰਿਓ। ਡਾਕਟਰ ਸਾਹਿਬ, ਜਿਹੜਾ ਖਾਲਸਾ ਜੀ ਦਾ ਸਵਾਲ ਸੀ ਤੇ ਨਾਲ ਇੱਕ ਸਵਾਲ ਮੈਂ ਹੋਰ ਲੈ ਲਾਂ। ਸਰਦਾਰ ਗੁਰਦਿਆਲ ਸਿੰਘ ਬਹੁਤ ਲੰਮੇ ਸਮੇਂ ਤੋਂ ਹੋਲਡ ਤੇ ਨੇ, ਫਿਰ ਤੁਸੀਂ ਦੋਨਾਂ ਦੇ ਜਵਾਬ ਇਕੱਠੇ ਦੇ ਦਿਓ। ਸਰਦਾਰ ਗੁਰਦਿਆਲ ਸਿੰਘ ਜੀ, ਸਵਾਗਤ ਹੈ ਤੁਹਾਡਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਠੀਕ ਹੈ, ਮੇਰੇ ਦੋਨੋਂ ਲੱਗੇ ਫਾਈਜ਼ਰ ਦੇ, ਕੋਈ ਪ੍ਰੋਬਲਮ ਤਾਂ ਨਹੀਂ ਆਈ, ਠੀਕ ਹੀ ਰਿਹਾ। ਨੈਕਸਟ ਦੀ ਪ੍ਰੋਬਲਮ ਆਊ, ਲਾਉਣਾ ਪਊਗਾ ਕਿ ਨਹੀਂ? ਮੈਂ ਸਮਝਿਆ ਨਹੀਂ। ਨੈਕਸਟ ਪ੍ਰੋਬਲਮ ਦੋਨੋਂ ਲੱਗੇ ਬਸ ਠੀਕ ਹੈ ਫਿਰ। ਤੇ ਨੈਕਸਟ ਸਵਾਲ ਮੇਰੇ 2 ਹੋ ਰਿਹਾ ਜੀ। ਇੱਕ ਸਾਡਾ ਨਾ ਰਿਸ਼ਤੇਦਾਰ ਇੰਡੀਆ ਵਿੱਚ ਆ, ਤਾਂ ਉਹਦੇ ਨਾ ਮਤਲਬ ਮੱਠਾ ਬੁਖਾਰ ਰਹਿੰਦਾ ਤੇ ਸੈੱਲ ਬੜੇ ਘਟਦੇ, ਜਦੋਂ ਡਾਕਟਰ ਦਵਾਈਆਂ ਦਿੰਦੇ ਤੇ ਸੈੱਲ ਵੱਧ ਜਾਂਦੇ, ਫੇਰ ਸੈੱਲ ਘਟਣ ਲੱਗ ਪੈਂਦੇ। ਇੱਕ ਇਹ ਤੇ ਇੱਕ ਬੰਦਾ ਸਾਡਾ ਸ਼ਰਾਬ ਨਹੀਂ ਛੱਡਦਾ, ਉਹਦੇ ਬਾਰੇ 2 ਸਵਾਲ ਨੇ। ਜਿਹੜਾ ਨਾ ਪਹਿਲੋਂ ਤੁਹਾਡੇ ਸਵਾਲ ਦੇ ਜਵਾਬ ਆਨਸਰ ਕਰਾਂਗੇ, ਫਿਰ ਗੁਰਮੇਲ ਸਿੰਘ ਹੁਣਾਂ ਦੇ ਜਿਹੜੇ ਪਿਛਲਾ ਸਵਾਲ ਸੀ ਉਹਨਾਂ ਦਾ ਉਹਦਾ ਆਨਸਰ ਕਰਾਂਗੇ।
ਜਿਹੜੇ ਸੈੱਲ ਘਟਦੇ ਆ ਵੱਧਦੇ ਆ ਨਾ, ਇਹ ਬੋਡੀ ਦੇ ਵਿੱਚ ਜਿਹੜੇ ਸਾਡੇ ਸਾਰੇ ਸੈੱਲ ਆ ਬੋਨ ਮੈਰੋ ਤੋਂ ਬਣਦੇ ਆ, ਸਾਡੀ ਮਿੱਝ ਤੋਂ ਬਣਦੇ ਆ। ਅਗਰ ਮੈਨੂੰ ਹੁਣ ਫੋਨ ਤੇ ਕਹਿਣਾ ਬੜਾ ਔਖਾ ਵੀ ਕੀ ਪ੍ਰੋਬਲਮ ਹੈਗੀ ਆ, ਅਗਰ ਸਮਝੋ ਇੱਥੇ ਕੋਈ ਬੱਚਾ ਹੈ ਜਿਹਦੇ ਸੈੱਲ ਨਾ ਵੱਧਦੇ ਹੋਣ ਤਾਂ ਸਾਨੂੰ ਬੋਨ ਮੈਰੋ ਚੈੱਕ ਕਰਨੀ ਪੈਂਦੀ ਵੀ ਜਿੱਥੋਂ ਸੈੱਲ ਬਣਦੇ ਵੀ ਉੱਥੇ ਕੋਈ ਇਸ਼ੂ ਹੈਗਾ ਕਿ ਨਹੀਂ ਹੈਗਾ। ਦੂਜਾ ਜਿਹੜਾ ਸ਼ਰਾਬ ਦਾ ਹੈਗਾ, ਇਹ ਤਾਂ ਦੇਖੋ ਬਹੁਤ ਪੈਚੀਦਾ ਇਸ਼ੂ ਹੈਗਾ। ਮੈਂ ਬੱਚਿਆਂ ਦਾ ਡਾਕਟਰ ਹਾਂ, ਲੇਕਿਨ ਮੈਂ ਤੁਹਾਨੂੰ ਥੋੜਾ ਜਿਹਾ ਜਨਰਲ ਮਤਲਬ ਇਹਦੇ ਉੱਤੇ ਗੱਲ ਦੱਸਦਾ ਵੀ ਜਿਸ ਦਿਨ ਸ਼ਰਾਬੀ ਨੇ ਸ਼ਰਾਬ ਛੱਡਣੀ ਆ ਉਸ ਦਿਨ ਹੀ ਛੱਡ ਸਕਦੇ ਆ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਗਰ ਉਹ ਅੰਦਰੋਂ ਨਹੀਂ ਛੱਡਣਾ ਚਾਹੁੰਦਾ ਬੰਦਾ, ਉਹ ਨਹੀਂ ਛੱਡਦਾ। ਇੱਥੇ ਰੋਸ਼ਨੀ ਕਲੀਨਿਕ ਹੈਗੀ ਆ ਸਰੀ ਦੇ ਵਿੱਚ, ਜਿੱਥੇ ਬਕਾਇਦਾ ਡਾਕਟਰ ਵੀ ਉਹਨੂੰ ਕਾਉਂਸਲਿੰਗ ਕਰਦੇ ਆ, ਉਹਦਾ ਇਲਾਜ ਵੀ ਕਰਦੇ ਆ, ਲੇਕਿਨ ਉਹ ਦੱਸ ਰਿਹਾ ਵੀ 70 ਤੋਂ 80% ਜਿਹੜੇ ਬੰਦੇ ਆ ਉਹ ਫਿਰ ਸ਼ਰਾਬ ਪੀਣ ਲੱਗ ਪੈਂਦੇ। ਠੀਕ ਹੈ, ਤੁਸੀਂ ਫੜ ਕੇ ਉਹਨੂੰ ਲੈ ਆਓ, ਉਹਨੂੰ ਮਤਲਬ ਸਾਰਾ ਕੁਛ ਕਰ ਲਓ, ਉਹ ਚਲਾ ਵੀ ਜਾਊਗਾ ਬੰਦਾ, ਲੇਕਿਨ ਜਿਸ ਦਿਨ ਉਹਦੇ ਮਨ ਦੇ ਵਿੱਚੋਂ ਦੀ ਗੱਲ ਹੋਊਗੀ ਮੈਂ ਛੱਡਣੀ ਆ, ਉਸ ਦਿਨ ਉਹਨੇ ਬਕਾਇਦਾ ਛੱਡਣੀ ਆ। ਇਹਦੇ ਲਈ ਬਕਾਇਦਾ ਪ੍ਰੋਗਰਾਮਸ ਹੈਗੇ ਆ ਔਰ ਗਵਰਨਮੈਂਟ ਫ੍ਰੀ ਇਹਦੇ ਉੱਤੇ ਪੈਸੇ ਵੀ ਖਰਚ ਰਹੀ ਆ, ਕਿਉਂਕਿ ਸ਼ਰਾਬ ਦੇ ਨਾਲ ਸਿਰ ਤੋਂ ਲੈ ਕੇ ਪੈਰ ਤੱਕ ਹਰ ਇੱਕ ਅੰਗ ਆ ਉਹਦੇ ਉੱਤੇ ਡੈਮੇਜ ਤਾਂ ਹੋਣਾ। ਜਿਵੇਂ ਉਹਨੂੰ ਨਾ ਸਪਿਰਿਚੁਅਲ ਕਾਉਂਸਲਿੰਗ ਜਿਹੜੀ ਹੈਗੀ ਆ, ਅਗਰ ਉਹ ਵੀ ਦਿੱਤੀ ਜਾਵੇ ਵੀ, ਮੈਂ ਗਿਆਨੀ ਸੰਤ ਸਿੰਘ ਮਸਕੀਨ ਜੀ ਉਹਨਾਂ ਨੂੰ ਇੱਥੇ ਕੋਟ ਕਰੂੰਗਾ। ਇੱਕ ਵਾਰੀ ਅਸੀਂ ਬੈਠੇ ਸੀ, ਉਹ ਕਹਿ ਰਹੇ ਸੀ ਵੀ ਡਾਕਟਰ ਵੀ ਸੰਸਾਰ ਜਿਹੜਾ ਹੈਗਾ ਨਾ, ਸਾਰੇ ਲੋਕੀ ਚਿੰਤਾ 'ਚ ਆ ਔਰ ਸਾਰਿਆਂ ਨੂੰ ਨਸ਼ੇ ਦੀ ਲੋੜ ਆ। ਮੈਂ ਕਿਹਾ ਗਿਆਨੀ ਜੀ ਤੁਸੀਂ ਇਹ ਕੀ ਕਹਿ ਰਹੇ ਆ ਨਾ? ਉਹ ਕਹਿੰਦੇ ਵੀ ਨਸ਼ਾ ਜਿਹੜਾ ਹੈਗਾ ਉਹ ਟੈਂਪਰੇਰੀ ਹੈਗਾ, ਸ਼ਰਾਬ ਦਾ, ਡਰੱਗਸ ਦਾ, ਜਾਂ ਪਰਮਾਨੈਂਟ ਹੈਗਾ ਪਰਮਾਤਮ ਨਾਮ ਦਾ। ਤਾਂ ਪਰਮਾਤਮਾ ਦਾ ਜਿਹੜਾ ਨਾਮ ਹੈਗਾ, ਅਗਰ ਉਹਦੀ ਪਰਿਭਾਸ਼ਾ ਉਹਦੇ ਵਿੱਚ ਪਾਈ ਜਾਵੇ ਤਾਂ ਉਹ ਸਦੀਵੀ ਜਿਹੜਾ ਉਹਦਾ ਸਰੂਰ ਹੁੰਦਾ ਹੈ ਨਾ। ਸੋ ਇਸ ਲਈ ਸਪਿਰਿਚੁਅਲ ਕਾਉਂਸਲਿੰਗ ਦੀ ਵੀ ਕਿਤੇ ਨਾ ਕਿਤੇ ਸਾਨੂੰ ਜ਼ਰੂਰਤ ਹੈਗੀ ਆ, ਭਾਵੇਂ ਉਹ ਇੰਡੀਆ ਜਾਂ ਕੈਨੇਡਾ ਜਾਂ ਜਿੱਥੇ ਵੀ ਹੈਗੇ ਆ, ਤਾਂ ਕਿ ਰੂਹਾਨੀਅਤ ਪੱਧਰ ਤੇ ਉਹ ਬੰਦਾ ਸਮਝੇ। ਔਰ ਜਿਸ ਦਿਨ ਵਾਕਈ ਤੁਸੀਂ ਨਾਮ ਦੇ ਅਭਿਆਸੀ ਹੋ ਗਏ, ਅੰਦਰੋਂ ਤੁਹਾਡੇ ਬੋਡੀ 'ਚ ਐਂਡੋਰਫਿਨਸ ਬਣਨਗੇ ਜਿਹੜੇ ਮੋਰਫਿਨ ਵਾਂਗਰ ਕੰਮ ਕਰਦੇ ਆ। ਉਹੀ ਸਰੂਰ, ਉਹੀ ਖੁਸ਼ੀ, ਉਹੀ ਖੇੜਾ ਤੁਹਾਨੂੰ ਦਿੰਦੇ ਆ ਜਿਹੜੀ ਬਾਹਰਲੀ ਡਰੱਗ, ਲੇਕਿਨ ਕੋਈ ਸਾਈਡ ਇਫੈਕਟ ਨਹੀਂ, ਕੋਈ ਇਹਦੇ ਪੈਸੇ ਖਰਚਣ ਦੀ ਲੋੜ ਨਹੀਂ, ਖਾਲੀ ਇਹੀ ਹੈ ਨਾਮ ਸਾਧਨਾ ਦੇ ਉੱਤੇ। ਹੁਣ ਸਰਦਾਰ ਜਗਮੇਲ ਸਿੰਘ ਹੁਣਾਂ ਦੇ ਪਾਸੇ ਜਾਈਏ, ਕਿਉਂਕਿ ਇਹ ਖੋਜੀ ਬੰਦੇ ਨੇ ਔਰ ਇਹਨਾਂ ਨੇ ਦੱਸਿਆ ਵੀ ਆਲ ਓਵਰ ਕੈਨੇਡਾ ਔਰ ਤੁਹਾਨੂੰ ਪਤਾ ਟੋਰਾਂਟੋ ਦੇ ਏਰੀਆ 'ਚ ਬਹੁਤ ਵੱਡਾ ਉਹਨਾਂ ਨੇ ਗੈਂਗ ਵੀ, ਜਿਹਦੇ ਵਿੱਚ ਕਾਫੀ ਸਾਡੇ ਪੰਜਾਬੀ ਮੂਲ ਦੇ ਲੋਕੀ ਆ, ਉਹਨਾਂ ਨੂੰ ਫੜਿਆ ਔਰ ਮਿਲੀਅਨਸ ਆਫ ਡਾਲਰ ਕੈਸ਼ ਵੀ ਸੀ ਔਰ ਡਰੱਗ ਟ੍ਰੇਡ ਚੱਲ ਰਿਹਾ ਸੀ। ਦੇਖੋ ਡਰੱਗ ਟ੍ਰੇਡ ਪੂਰੇ ਅਮਰੀਕਾ 'ਚ ਚੱਲਦਾ, ਪੂਰੇ ਵਰਲਡ 'ਚ ਚੱਲਦਾ। ਉਹਦੇ ਵੱਖ-ਵੱਖ ਕਾਰਨ ਨੇ, ਮੈਂ ਉਹ 'ਚ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਉਹਦੀ ਇੰਨੀ ਨੌਲੇਜ ਨਹੀਂ ਹੈਗੀ ਹੈ ਜ਼ਿਆਦਾ। ਪੁਲਿਸ ਜਿਹੜੇ ਡਿਪਾਰਟਮੈਂਟ ਵਾਲੇ, ਮੈਂ ਤੁਹਾਨੂੰ ਬੇਨਤੀ ਕਰੂੰਗਾ ਡਾਕਟਰ ਜਿਹੜੇ ਸਰਜਨ ਤੇ ਜੱਗ ਖੋਸਾ ਜੀ ਆ, ਉਹ ਕਾਫੀ ਕੰਮ ਕਰਦੇ ਆ ਇਹਦੇ ਉੱਤੇ। ਹੋਰ ਵੀ ਜਿਹੜੇ ਹੈਗੇ ਆ, ਇੱਕ ਵਾਰੀ ਮੈਂ ਜੱਗ ਖੋਸਾ ਨੂੰ ਮਿਲਿਆ, ਮੈਂ ਕਿਹਾ ਖੋਸਾ ਸਾਹਿਬ ਤੁਸੀਂ ਮੈਨੂੰ ਦੱਸੋ ਵੀ ਕੀ ਆ? ਕਹਿੰਦਾ ਡਾਕਟਰ ਵੀ 112 ਗੈਂਗ ਤਾਂ ਸਰੀ 'ਚ ਆ, 112 ਗੈਂਗ। ਆਪਾਂ ਦੇਖਦੇ ਆ ਨਾ ਵੀ ਆ ਪਿੱਛੇ ਸ਼ੂਟਿੰਗਾਂ ਚੱਲਣ ਦੀਆਂ, ਗੋਲੀ ਚੱਲਦੀ ਸੀ, 112 ਗੈਂਗ ਹੈ। ਔਰ ਕਹਿੰਦਾ ਵੀ ਮੇਰੇ ਕੋਲ 300 ਤੋਂ ਜ਼ਿਆਦਾ ਫਾਈਲਾਂ ਮੇਰੇ ਟੇਬਲ ਤੇ ਆ ਮੁੰਡਿਆਂ ਦੀਆਂ, ਔਰ ਇਹ ਸਾਰੇ ਮੁੰਡਿਆਂ ਨੂੰ ਗੋਲੀ ਵੱਜਣੀ ਹੈ ਕਦੀ ਨਾ ਕਦੀ, ਜਾਂ ਇਹਨਾਂ ਨੇ ਗੋਲੀ ਮਾਰ ਕੇ ਆਉਣੀ ਹੈ, ਇਹਨਾਂ ਨੂੰ ਵੱਜਣੀ ਹੈ। ਕਿਉਂਕਿ ਜਿਹੜਾ ਡਰੱਗ ਜਿਹੜਾ ਬਿਜ਼ਨਸ ਜਿਹੜਾ ਹੈਗਾ ਉਹਦੇ ਬਹੁਤ ਵੱਖ-ਵੱਖ ਪਹਿਲੂ ਆ, ਤੇ ਮੈਂ ਉਹਦੇ ਵਿੱਚ ਐਕਸਪਰਟ ਨਹੀਂ ਆ। ਆਪਾਂ ਹੁਣ ਸਿਗਰਟ ਹੋਏ, ਸ਼ਰਾਬ ਹੋਏ, ਡਰੱਗ ਹੋਏ, ਗਵਰਨਮੈਂਟ ਫ੍ਰੀ ਆਫ ਕਾਸਟ ਕਰਨਾ ਚਾਹੀਏ, ਤੁਹਾਨੂੰ ਇਹ ਤੋਂ ਮੁਕਤੀ ਦਿਵਾਉਣ 'ਚ ਹੈਲਪ ਕਰਨਾ ਚਾਹੁੰਦੀ ਹੈ। ਹੁਣ ਜਿਹੜਾ ਸਿਗਰਟ ਹੈਗੀ ਆ ਉਹਦੇ 'ਚ ਨਿਕੋਟੀਨ ਹੁੰਦਾ, NiCOTINE, ਉਹਦੇ ਤੋਂ ਤੁਸੀਂ ਆਦੀ ਹੋ ਜਾਂਦੇ। ਲੇਕਿਨ ਸਿਗਰਟ ਦੇ ਨਾਲ ਨਾਲ ਹੋਰ ਉਹਦੇ ਵਿੱਚ ਬਹੁਤ ਸਾਰੇ ਕੈਮੀਕਲਸ ਹੈਗੇ ਆ। ਲੁੱਕ ਜਿਹੜੀ ਟਾਰ ਨਹੀਂ ਹੈਗੀ ਜਿਹੜੀ ਰੋਡ ਦੇ ਉੱਤੇ ਲੁੱਕ ਪੈਂਦੇ, ਉਹ ਵੀ ਹੈਗਾ, ਕੈਂਸਰ ਕਾਜ਼ਿੰਗ ਹੈਗੀ ਹੈ। ਇਸ ਵਿੱਚ ਤੁਸੀਂ ਦੇਖੋ ਸਿਗਰਟ ਦੀ ਡੱਬੀ ਆ, ਉਹਦੇ 'ਚ ਲਿਖਿਆ ਸਿਗਰਟ ਸਮੋਕਿੰਗ ਇਜ਼ ਇੰਜੂਰੀਅਸ ਟੂ ਹੈਲਥ, ਕੈਨ ਕਾਜ਼ ਲੰਗ ਕੈਂਸਰ, ਡਾਇਰੈਕਟ ਰਿਲੇਸ਼ਨ। ਉਹਦੇ ਬਾਵਜੂਦ ਵੀ ਲੋਕ ਕੀ ਕਰਦੇ, ਲੇਕਿਨ ਇੱਕ ਗੁੱਡ ਨਿਊਜ਼ ਆ, ਸਿਗਰਟ ਸਮੋਕਿੰਗ ਘਟੀ ਆ ਪ੍ਰਚਾਰ ਦੇ ਨਾਲ। ਜਿਹੜੇ ਵੱਡੇ ਵੱਡੇ ਕੰਪਨੀਆਂ ਸੀ ਉਹਨਾਂ ਨੂੰ ਸਪੋਰਟਸ ਇਵੈਂਟਸ ਵਿੱਚ ਬੈਨ ਕੀਤਾ ਗਿਆ ਵੀ ਨਹੀਂ ਤੁਸੀਂ ਐਡਵਰਟਾਈਜ਼ ਕਰ ਸਕਦੇ, ਬੱਚਿਆਂ ਦੇ ਚੈਨਲ 'ਚ ਬੈਨ ਕੀਤਾ ਗਿਆ। ਸੋ ਉਹਦੇ ਨਾਲ ਫਰਕ ਤਾਂ ਪਿਆ, ਲੇਕਿਨ ਉਹ ਚਾਹੁੰਦੇ ਆ ਵੀ ਜਿਹੜਾ ਬੱਚਾ ਜਵਾਨ ਹੋ ਰਿਹਾ 12, 14, 15 ਸਾਲ ਦਾ, ਉਹਨੂੰ ਆਦੀ ਬਣਾਇਆ ਜਾਏ, ਕਿਉਂਕਿ ਇੱਕ ਵਾਰੀ ਉਹ ਯੂਜ਼ ਕਰਨ ਲੱਗ ਪਿਆ ਤਾਂ ਪੂਰੀ ਉਮਰ ਉਹਨੇ ਯੂਜ਼ ਕਰਨਾ। ਫਿਰ ਜਿਹੜੀ ਹਾਲੀਵੁੱਡ ਇੰਡਸਟਰੀ ਆ ਉੱਥੇ ਦੇਖੋ, ਜਿਹੜੇ ਲੇਡੀਜ਼ ਜਦੋਂ ਸਟਾਰਟਿੰਗ 'ਚ ਅੱਜ ਤੋਂ 40-50 ਸਾਲ ਪਹਿਲਾਂ ਪੀਂਦੀਆਂ ਨਹੀਂ ਸੀ ਸਿਗਰਟ, ਉਹ ਜਿਹੜੀ ਹੀਰੋਇਨ ਸੀ ਉਹਨਾਂ ਨੂੰ ਦਿੱਤੀਆਂ ਗਈਆਂ ਵੀ ਤੁਸੀਂ ਸਿਗਰਟ ਪੀਓ, ਫਿਰ ਵਿਮਨ ਦੇ ਸਿਗਰਟ ਪੀਣੀ ਜਿਹੜੀ ਉਹਦੀ ਦਰ ਵਧੀ ਆ। ਸੋ ਇਹ ਸਾਰੀ ਵੇਚਣ ਵਾਲੇ ਨੇ ਆਪਣਾ ਸੌਦਾ ਵੇਚਣ ਦੇ ਜਿਹੜੇ ਮੁਜੱਸਮੇ ਬਣਾਏ ਆ।
ਹੁਣ ਸਿਗਰਟ ਕੰਪਨੀਆਂ ਹੈਵਲੀ ਇਨਵੈਸਟ ਕਰ ਰਹੀਆਂ ਵੇਪਿੰਗ 'ਚ, ਜਿਹੜਾ ਆਪਣਾ ਉਹ ਛੋਟਾ ਜਿਹਾ ਸਿਲੰਡਰ ਹੁੰਦਾ ਉਹ 'ਚ ਲਿਕੁਇਡ ਪਾਈਦਾ, ਫਿਰ ਉਹਨੂੰ ਧੂੰਆਂ ਜਿਹੜਾ ਲਈਦਾ ਵੀ ਠੀਕ ਹੈ ਤੁਹਾਨੂੰ ਹੱਥ 'ਚ ਨਹੀਂ ਫੜਨਾ ਪੈਣਾ, ਲੇਕਿਨ ਧੂੰਆਂ ਉਹਦੇ 'ਚ ਫਿਰ ਵੀ ਉਹੀ ਆ, ਐਡਿਕਸ਼ਨ ਦੀ ਗੱਲ ਹੁੰਦੀ ਆ, ਵੱਖ ਵੱਖ ਫਲੇਵਰ ਪਾ ਦਿੰਦੇ ਆ। ਸੋ ਆਪਾਂ ਨੂੰ ਇਹ ਦੇਖਣਾ ਪੈਣਾ ਵੀ ਬੱਚੇ ਨੂੰ ਕੀ ਐਂਗਜ਼ਾਇਟੀ ਆ ਜਾਂ ਉਹਨੂੰ ਕੋਈ ਹੋਰ ਪ੍ਰੋਬਲਮ ਹੈ ਜਿਹਦੇ ਕਰਕੇ ਉਹ ਕਰ ਰਿਹਾ, ਉਹ ਜਿਹੜੇ ਮੂਲ ਜਿਹੜੀ ਪ੍ਰੋਬਲਮ ਹੈ ਉਹਨੂੰ ਵੀ ਡੀਲ ਕਰਨਾ ਪੈਣਾ। ਡਰੱਗਸ ਦਾ, ਸ਼ਰਾਬ ਦਾ ਬਕਾਇਦਾ ਜਿਹੜਾ ਹੈਗਾ ਕਿਤੇ ਨਾ ਕਿਤੇ ਮਾਨਸਿਕਤਾ ਦੇ ਨਾਲ ਸੰਬੰਧ ਹੁੰਦਾ। ਬਹੁਤ ਸਾਰੇ ਐਡਲਟ ਜਿਹੜੇ ਹੈਗੇ ਆ ਬੰਦੇ, ਉਹਨਾਂ ਨੂੰ ਵੀ ਐਂਗਜ਼ਾਇਟੀ ਹੈਗੀ, ਚਿੰਤਾ ਰੋਗ, ਡਿਪਰੈਸ਼ਨ ਹੁੰਦਾ, ਕਲੇਸ਼ ਹੈਗਾ। ਪਿੱਛੇ ਮੈਂ ਰਿਵਿਊ ਕੀਤਾ ਸੀ ਓਮਨੀ ਨਿਊਜ਼ ਦੇ ਨਾਲ ਕਰੀਬਨ 6 ਮਹੀਨੇ ਪਹਿਲੋਂ, ਕਿਉਂਕਿ ਅਗਰ ਆਪਾਂ ਦੇਖੀਏ ਟੋਟਲ ਡੈਥ ਕੋਵਿਡ ਦੀ BC 'ਚ ਘੱਟ ਜੋ ਕੋਵਿਡ ਨਾਲੋਂ, ਲੇਕਿਨ ਡਰੱਗਸ ਯੂਜ਼ ਨਾਲੋਂ ਪਿਛਲੇ 10 ਸਾਲ 'ਚ ਜਿਹੜੀ ਡੈਥ ਆ ਬਹੁਤ ਜ਼ਿਆਦਾ ਹੈ। ਉਹਦੇ ਵੱਖ ਹੋਰ ਸਾਡੇ ਸਰੀ ਦੇ ਵਿੱਚ ਸਾਨੂੰ ਪਤਾ ਲੱਗਾ ਸੀ ਵੀ 48% ਜਿਹੜੇ ਡਰੱਗ ਯੂਜ਼ ਕਰਕੇ ਬੱਚੇ ਸਾਡੇ ਬਹੁਤ ਯੰਗ ਉਮਰ ਦੇ ਜਿਹੜੇ ਚੜਾਈ ਕਰ ਗਏ ਕਲੇਸ਼ ਸੀ ਘਰਾਂ ਦੇ ਵਿੱਚ। ਸੋ ਸਾਡੇ ਘਰਾਂ ਦੇ ਵਿੱਚ ਕਲੇਸ਼ ਜਿਹੜਾ ਹੈਗਾ ਉਹ ਦੂਰ ਕਰਨਾ ਚਾਹੀਦਾ, ਇੱਕ ਦੂਜੇ ਨੂੰ ਸਮਝਣਾ ਚਾਹੀਦਾ, ਇੱਕ ਦੂਜੇ ਦੀ ਦਿਲਾਂ ਦੀ ਗੱਲ, ਦੇਖੋ ਤੁਹਾਡੇ ਪ੍ਰੋਗਰਾਮ ਦਾ ਦਿਲਾਂ ਦੀ ਸਾਂਝ, ਸੋ ਦਿਲਾਂ ਦੀ ਸਾਂਝ ਕਰਨੀ ਚਾਹੀਦੀ, ਉਹਨਾਂ ਦੇ ਉੱਤੇ ਜਬਰਨ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ, ਉਹਨਾਂ ਦੀ ਵੀ ਗੱਲ ਸੁਣੋ, ਉਹਨਾਂ ਦੇ ਲਈ ਹੱਸਣ ਖੇਡਣ ਦੇ ਮੁਜੱਸਮੇ ਤਿਆਰ ਕਰੋ। ਸਾਨੂੰ ਕਮਿਊਨਿਟੀ ਸੈਂਟਰ ਡਿਵੈਲਪ ਕਰਨੇ ਚਾਹੀਦੇ ਜਿੱਥੇ ਬੱਚੇ ਆ ਕੇ ਬਾਸਕਟਬਾਲ ਖੇਲ ਸਕਣ, ਸਵਿਮਿੰਗ ਕਰ ਸਕਣ, ਇੱਕ ਦੂਜੇ ਨਾਲ ਗੱਲਬਾਤ ਕਰ ਸਕਣ। ਉੱਥੇ ਮੀਡੀਆ ਹੋਵੇ ਜਿੱਥੇ ਬਲੌਕੇਜ ਹੋਵੇ ਵੀ ਅਸ਼ਲੀਲਤਾ ਨਹੀਂ ਲੇਕਿਨ ਪੋਜ਼ਿਟਿਵ ਜਿਹੜਾ ਇਨਫੋਰਮੇਸ਼ਨ ਹੋਵੇ, ਨਿਊਜ਼ਪੇਪਰ ਹੋਣ, ਕਮਿਊਨਿਟੀ ਦੇ ਐਲਡਰਸ ਵੀ ਹੋਣ। ਇਹਦੇ ਨਾਲ ਜਿਹੜਾ ਹੈਗਾ ਹੌਲੀ ਹੌਲੀ ਫਿਲਟਰ ਹੋਊਗਾ। ਦੇਖੋ ਮੈਂ ਬਚਿਆ ਰਿਹਾ ਕਿਉਂਕਿ ਮੇਰੇ ਦਾਦਾ ਸੀ, ਦਾਦੀ ਸੀ, ਤਾਏ ਸੀ, ਚਾਚੇ ਸੀ, ਇੱਕ ਦੂਜੇ ਦੇ ਨਾਲ ਸਾਡਾ ਵਾਤਾਵਰਨ ਹੁੰਦਾ ਰਹਿੰਦਾ ਸੀ। ਬਜ਼ੁਰਗ ਸਾਨੂੰ ਕਾਉਂਸਲਿੰਗ ਕਰਦੇ ਰਹਿੰਦੇ ਸੀ ਵੀ ਆਹ ਚੀਜ਼ ਚੰਗੀ ਹੈ ਮਾੜੀ ਆ, ਲੇਕਿਨ ਪਿਆਰ ਮੁਹੱਬਤ ਦੇ ਨਾਲ, ਏਦਾਂ ਫੋਰਸ ਦੇ ਨਾਲ ਨਹੀਂ, ਡੰਡੇ ਦੇ ਨਾਲ ਨਹੀਂ। ਸੋ ਇਸ ਲਈ ਸਾਨੂੰ ਇਹਦਾ ਰੂਟ ਕਾਜ਼ ਲੱਭਣਾ ਚਾਹੀਦਾ। ਲੇਕਿਨ ਸਾਨੂੰ ਜਿਹੜਾ ਬੱਚਾ ਜਾਂ ਜਿਹੜਾ ਐਡਲਟ ਇਸ ਪਾਸੇ ਚਲਾ ਵੀ ਗਿਆ ਉਹਨੂੰ ਅਸੀਂ ਬਾਹਰ ਕੱਢ ਸਕਦੇ ਹਾਂ, ਲੇਕਿਨ ਪ੍ਰੇਮ ਦੇ ਨਾਲ। ਜਿੱਦਾਂ ਬਾਣੀ ਵੀ ਕਹਿੰਦੇ ਆ ਚਲੋ ਤੁਝੇ ਬੈਕੁੰਠ ਸਿਧਾਰੂ ਖਿੱਚੇ ਤਾਂ ਪ੍ਰੇਮ ਕੇ ਚਾਬੁਕ ਮਾਰੂ। ਅਗਰ ਉਹਨੂੰ ਚਾਬੁਕ ਮਾਰਨਾ ਉਹ ਵੀ ਪ੍ਰੇਮ ਦਾ ਹੋਵੇ, ਕਿਉਂਕਿ ਪ੍ਰੇਮ ਦੇ ਨਾਲ ਹੀ ਚੀਜ਼ ਪਿਘਲਦੀ ਆ, ਉਹਦਾ ਫੋਰਸ ਦੇ ਨਾਲ ਨਹੀਂ ਕੋਈ ਵੀ ਚੀਜ਼ ਜਿਹੜੀ ਹੈਗੀ। ਪ੍ਰੇਮ ਦੇ ਨਾਲ ਤੇ ਅਗਲਾ ਬੰਦਾ ਤੁਹਾਡੇ ਲਈ ਕੁਰਬਾਨੀ ਦੇ ਜਾਂਦਾ ਨਾ, ਜਿੰਨ ਪ੍ਰੇਮ ਸੀ ਉੱਥੇ ਨਹੀਂ ਪ੍ਰਭ ਪਾਇਓ। ਸੋ ਪ੍ਰੇਮ ਦੇ ਨਾਲ ਆਪਾਂ ਰਹੀਏ, ਖੁਸ਼ ਰਹੀਏ। ਔਰ ਸਭ ਤੋਂ ਵੱਡੀ ਜਾਇਦਾਦ ਸਾਡੇ ਬੱਚੇ ਨੇ, ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੋ, ਬੱਚਿਆਂ ਨੂੰ ਸਮਝੋ, ਬੱਚਿਆਂ ਨੂੰ ਵਾਚੋ, ਬੱਚਿਆਂ ਨੂੰ ਆਪਣੀ ਜਿਹੜੀ ਪੁਰਾਣੀਆਂ ਕਹਾਣੀਆਂ ਦੱਸੋ। ਹੁਣ ਮੈਂ ਅਕਸਰ ਬੀਬੀ ਦੀ ਕਹਾਣੀਆਂ ਕਿਉਂ ਸ਼ੇਅਰ ਕਰਦਾ ਵੀ ਨਾਰੋਵਾਲ 'ਚ ਜੰਮੀ, 10 ਸਾਲ ਦੀ ਸੀ ਜਦੋਂ ਤੁਰ ਕੇ ਆਈ, ਫਿਰ ਬੰਬੇ ਚਲੇ ਗਏ, ਉੱਥੇ ਅਸੀਂ ਵੱਡੇ ਹੋਏ ਹੁਣ ਸਾਰੀ, ਕਿਉਂਕਿ ਮੇਰੇ ਬੱਚਿਆਂ ਨੂੰ ਫਿਰ ਇਨਫੋਰਮੇਸ਼ਨ ਫਿਲਟਰ ਹੁੰਦੀ ਆ ਵੀ ਕਿੱਥੋਂ ਅਸੀਂ ਤੁਰੇ ਸੀ, ਕਿੱਥੇ ਆਏ। ਪਿਛੋਕੜ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ। ਬਿਲਕੁਲ ਜੀ। ਡਾਕਟਰ ਸਾਹਿਬ ਆਪਾਂ ਇੰਝ ਕਰੀਏ, 2 ਕਾਲਰ ਨੇ ਲੈ ਲਈਏ ਪਹਿਲਾਂ ਤੇ ਫਿਰ ਬਾਅਦ ਮੈਂ ਬ੍ਰੇਕ ਲੈਣਾ। ਸਰਦਾਰ ਸਵਰਨ ਸਿੰਘ ਜੀ ਤੁਸੀਂ ਇੱਥੇ ਹੋ, ਤੁਹਾਡਾ ਬਹੁਤ ਬਹੁਤ ਵੀਰ ਜੀ। ਹਾਂਜੀ ਕੁਲਦੀਪ ਸਿੰਘ ਜੀ ਤੇ ਡਾਕਟਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਿਆਰਿਓ ਜੀ। ਹਾਂਜੀ ਕੁਲਦੀਪ ਸਿੰਘ ਜੀ, ਡਾਕਟਰ ਸਾਹਿਬ ਹੁਣਾਂ ਦੀ ਬਹੁਤ ਬਹੁਤ ਮਿਹਰਬਾਨੀ ਆ, ਕਿਉਂਕਿ ਬਹੁਤ ਵੱਡੀ ਜਾਣਕਾਰੀ ਇਹਨਾਂ ਦੇ ਕੋਲ ਆ। ਜਿੰਨੇ ਵੀ ਜਵਾਬ ਦਿੰਦੇ ਆ ਰਿਸਰਚ ਦੇ ਆਧਾਰ ਤੇ ਜਵਾਬ ਦਿੰਦੇ ਆ, ਇਸ ਕਰਕੇ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ। ਤੇ ਬਾਕੀ ਮੇਰਾ ਸਵਾਲ ਹੈ ਡਾਕਟਰ ਸਾਹਿਬ ਨੂੰ ਕਿ ਮੇਰੇ ਜਿਹੜੇ ਫਾਈਜ਼ਰ ਦੇ ਦੋਨੋਂ ਡੋਜ਼ ਲੱਗ ਗਏ ਆ, ਕੋਈ ਪ੍ਰੋਬਲਮ ਨਹੀਂ ਸੀਗੀ, ਨਥਿੰਗ। ਤੇ ਜਿਹੜਾ ਹੁਣ ਬੂਸਟਰ ਸ਼ਾਟ ਆ, ਕੀ ਉਹਦੀ ਵੇਟ ਕਰਨੀ ਪਊਗੀ ਜਾਂ ਉਹਦੀ ਅਨਾਉਂਸਮੈਂਟ ਹੋਊਗੀ ਵੀ ਕਦੋਂ ਲੱਗੂਗਾ? ਕੋਈ ਦੱਸ ਰਹੇ ਨੇ ਵੈਸੇ ਡਾਕਟਰ ਸਾਹਿਬ ਨੇ ਪਹਿਲਾਂ ਵੀ ਦੱਸਿਆ। ਹਾਂਜੀ ਡਾਕਟਰ ਸਾਹਿਬ, ਬੂਸਟਰ ਸ਼ਾਟ ਅਜੇ ਨਹੀਂ ਆਊਗਾ, ਹੋ ਸਕਦਾ ਸਿਆਲਾਂ ਚ ਆਏ, ਹੋ ਸਕਦਾ ਨੈਕਸਟ ਈਅਰ ਹੀ ਆਵੇ, ਹੈ ਨਾ, ਕਿਉਂਕਿ ਹੁਣ ਸਤੰਬਰ ਤੱਕ ਅਸੀਂ ਸੈਕਿੰਡ ਡੋਜ਼ ਕੈਚਅਪ ਕਰਨਾ। ਔਰ ਅਜੇ ਤਾਂ ਜਿਹੜਾ ਫਾਈਜ਼ਰ ਨੇ, ਈਵਨ ਮੋਡਰਨਾ ਨੇ ਨਹੀਂ ਐਪਲੀਕੇਸ਼ਨ ਪਾਈ, ਸਿਰਫ ਫਾਈਜ਼ਰ ਨੇ ਪਾਈ ਆ। ਫਰਾਈਡੇ ਦੀ ਗੱਲ ਹੈਗੀ ਜਿਹੜੀ ਇਹ ਨਿਊਜ਼ ਬ੍ਰੇਕ ਹੋਈ ਆ, ਉਹ ਅਮਰੀਕਾ 'ਚ ਪਾਈ ਆ FDA ਨੂੰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਜਿਹੜਾ ਮਾਨਤਾ ਦਿੰਦਾ। ਅਜੇ ਉਹਨਾਂ ਨੇ ਫਾਈਲ ਵੀ ਪ੍ਰੋਸੈਸ ਨਹੀਂ ਕੀਤੀ ਕਿਉਂਕਿ ਉੱਥੇ ਵੀ ਸੈਕਿੰਡ ਡੋਜ਼ ਅਜੇ ਕੈਚਅਪ ਨਹੀਂ ਹੋਇਆ। ਅਸੀਂ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਉਹ ਇਜ਼ਰਾਈਲ ਤੋਂ ਡੇਟਾ ਆ ਰਿਹਾ, ਕਿਉਂਕਿ ਇਜ਼ਰਾਈਲ ਪਹਿਲੀ ਕੰਟਰੀ ਸੀ ਜਿੱਥੇ ਕਰੀਬਨ 74% ਉਹਨਾਂ ਨੇ ਆਬਾਦੀ ਨੂੰ 2 ਟੀਕੇ ਲਾ ਲਏ ਸੀ। ਦੂਜਾ ਟੀਕਾ ਵੀ ਉਹਨਾਂ ਨੇ 3 ਹਫ਼ਤੇ ਬਾਅਦ ਲਾਇਆ ਸੀ।
ਲੇਕਿਨ ਇਹ ਕੰਟਰੀ ਛੋਟੀ ਆ, ਕਰੀਬਨ 14 ਮਿਲੀਅਨ ਦੀ ਹੈਗੀ ਆ, ਸੋ ਇਸ ਲਈ ਉਹ ਸਮਰੱਥ ਵੀ ਸੀ ਕਰਨ ਦੀ। ਉਹਨਾਂ ਦੀ ਜਿਹੜੀ ਆਪ ਦੀ ਆਰਮੀ ਸੀ ਨਾ, ਘਰੋਂ ਘਰੀ ਜਾ ਕੇ ਉਹਨਾਂ ਨੇ ਟੀਕੇ ਲਾਏ, ਕਿਉਂਕਿ ਆਰਮੀ ਵੀ ਟ੍ਰੇਨ ਸੀ ਵੀ ਟੀਕੇ ਲਾਉਣ 'ਚ। ਫਿਰ ਮੌਲਾਂ 'ਚ ਵੀ ਉਹਨਾਂ ਨੇ ਰੱਖੇ ਸੀ। ਚਲੋ ਉਹਨਾਂ ਦਾ ਆਪਣਾ ਕੰਟਰੀ ਦਾ ਇੱਕ ਵਜੂਦ ਸੀ। ਉੱਥੇ ਹੁਣ ਦੇਖ ਰਹੇ ਵੀ ਜਿਹੜਾ ਡੈਲਟਾ ਵੇਰੀਐਂਟ ਹੈ, ਕਿਉਂਕਿ ਉਹਨਾਂ ਦੇ ਟੀਕੇ ਲੱਗਣ ਨੂੰ 6 ਮਹੀਨੇ ਹੋ ਗਏ, ਜਦੋਂ ਟੀਕੇ ਸ਼ੁਰੂ ਹੋਇਆ ਆਰਾਮ ਤੇ ਉਦੋਂ ਲਾਤੇ ਸੀ। ਉਹ ਜਿਹੜੇ ਐਡਮਿਸ਼ਨ ਦੇਖ ਰਹੇ ਉਹ ਦੇਖ ਰਹੇ ਵੀ ਐਂਟੀਬਾਡੀ ਲੈਵਲ ਥੋੜਾ ਘੱਟ ਰਿਹਾ 2 ਟੀਕੇ ਦੇ ਬਾਵਜੂਦ ਵੀ। ਤੇ ਜਿਹੜਾ ਡੈਲਟਾ ਵਾਲਾ ਜਿਹੜਾ ਹਿੰਦੁਸਤਾਨ ਦਾ ਰੂਪਾਂਤਰ ਆ, ਜਿਹੜੇ ਵੀ ਉਹਨਾਂ ਦੇ ਐਡਮਿਸ਼ਨ ਹੁਣ ਆ ਰਹੇ ਆ ਉਹ ਉਸ ਵਾਇਰਸ ਦੇ ਆ ਰਹੇ ਆ। ਤੇ ਉੱਥੋਂ ਦੀ ਪਹਿਲਾਂ ਵੀ ਫਾਈਜ਼ਰ ਕਹਿੰਦਾ ਸੀ ਵੀ ਹੋ ਸਕਦਾ ਵੀ ਉਹਨਾਂ ਦੀ ਰਿਸਰਚ ਤੇ ਸ਼ੋ ਕਰ ਰਹੀ ਸੀ ਵੀ ਕਰੀਬਨ 6 ਮਹੀਨੇ 'ਚ ਐਂਟੀਬਾਡੀ ਲੈਵਲ ਡ੍ਰੌਪ ਹੋਣੇ ਸ਼ੁਰੂ ਹੁੰਦੇ ਆ। ਲੇਕਿਨ ਇਹਦੇ ਉੱਤੇ ਅਜੇ 100% ਉਹ ਵੀ ਨਹੀਂ ਹੈਗੇ ਵੀ 6 ਮਹੀਨੇ ਬਾਅਦ ਹੁੰਦੇ ਆ, 9 ਮਹੀਨੇ ਬਾਅਦ ਹੁੰਦੇ ਆ, ਲੇਕਿਨ ਐਂਟੀਬਾਡੀ ਲੈਵਲ ਘਟਣੇ ਸ਼ੁਰੂ ਹੁੰਦੇ ਜਿਹੜੀ ਸਾਡੀ ਅੰਦਰ ਫੌਜ ਬਣਦੀ ਆ। ਇਹ ਤੇ ਤੁਹਾਨੂੰ ਪਤਾ। ਇਸ ਲਈ ਜਦੋਂ ਹੈਲਥ ਕੈਨੇਡਾ ਐਲਾਨ ਕਰੂਗੀ, ਮੈਨੂੰ ਲੱਗਦਾ ਅਜੇ 6 ਮਹੀਨੇ ਬਾਅਦ ਹੀ ਕਰੂਗੀ, ਇਮੀਡੀਏਟਲੀ ਨਹੀਂ ਕਰਦੀ, ਕਿਉਂਕਿ ਪਹਿਲਾਂ ਜਿਹੜਾ ਹੈਗਾ 2 ਡੋਜ਼ ਦਾ ਕੈਚਅਪ ਕਰਨਾ ਪੈਣਾ। ਔਰ ਸਾਡਾ ਕੋਵਿਡ ਦਾ ਕੰਟਰੋਲ ਮਚ ਬੈਟਰ ਹੈਗਾ। ਔਰ ਜਦੋਂ ਆਊਗੀ ਤੇ ਅਸੀਂ ਜ਼ਰੂਰ ਤੁਹਾਨੂੰ ਉਹ ਖਬਰ ਸਾਂਝੀ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ। ਅਗਲੇ ਕਾਲਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਦੱਸਦੇ ਹਾਂ, ਹੋਲਡ ਕਰਕੇ ਰੱਖਿਓ, ਸੁਖਵੰਤ ਕੌਰ ਜੀ, ਸਰਦਾਰ ਸੁਰਜੀਤ ਸਿੰਘ ਜੀ। ਦੱਸੀਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡੇ ਸਹਿਯੋਗੀ ਨੇ G&S ਆਟੋ ਕੇਅਰ ਲਿਮਟਿਡ ਵਾਲੇ ਤੇ MRN ਡੈਮੋਲੇਸ਼ਨ ਵਾਲੇ। ਤੁਸੀਂ ਘਰ ਦੀ ਡੈਮੋਲੇਸ਼ਨ ਕਰਵਾਉਣੀ ਹੈ, ਐਕਸਕੇਵੇਟਿੰਗ ਕਰਾਉਣੀ ਹੈ, ਟਰੱਕਿੰਗ ਦੀ ਕੋਈ ਗੱਲਬਾਤ ਕਰਨੀ ਹੈ, ਡਰੇਨ ਟਾਈਲ ਲਵਾਉਣੀ ਹੈ, ਸੈਂਡ ਤੇ ਗ੍ਰੈਵਲ ਦੀ ਜਾਂ ਲਾਟ ਪੱਧਰੀ ਕਰਾਉਣੀ ਹੈ, ਇੱਕੋ ਇੱਕ ਨਾਮ MRN ਡੈਮੋਲੇਸ਼ਨ ਤੇ ਐਕਸਕਾਵੇਟਿੰਗ ਵਾਲੇ। ਰਾਜ 604 729 8843 ਨੰਬਰ ਹੈ ਉਹਦਾ, 6047298843। ਤੇ ਗੱਡੀਆਂ ਦੇ ਡਾਕਟਰ ਨੇ ਰਾਜ ਤੇ ਮਨਜੀਤ G&S ਆਟੋ ਕੇਅਰ ਲਿਮਟਿਡ ਵਾਲੇ। ਓਕ ਸਟਰੀਟ ਬ੍ਰਿਜ ਤੋਂ ਥੱਲੇ ਉਤਰਦੇ ਆ, ਮਰੀਨ ਡਰਾਈਵ ਤੇ ਜਦੋਂ ਮੇਨ ਵਾਲੇ ਪਾਸੇ ਜਾਂਦੇ ਤੇ ਪਹਿਲੀ ਲਾਈਟ ਆਉਂਦੀ ਹੈ ਲਾਰਲ ਸਟਰੀਟ ਦੇ ਉੱਤੇ 8826 G&S ਆਟੋ ਕੇਅਰ ਲਿਮਟਿਡ। ਹਰ ਤਰ੍ਹਾਂ ਦੀਆਂ ਗੱਡੀਆਂ ਉਹਨਾਂ ਦੀ ਰਿਪੇਅਰ ਕਰਾਉਣੀ ਹੈ ਤੇ ਰਾਜ ਤੇ ਮਨਜੀਤ ਨੂੰ 604 327 7166 ਤੇ ਫੋਨ ਕਰ ਲਿਓ। ਤੇ ਨਾਲ ਦੀ ਨਾਲ 2020 ਡਿਸਪੋਜ਼ਲ ਸਰਵਿਸ ਲਿਮਟਿਡ ਵਾਲੇ ਅੱਜ ਦਾ ਪ੍ਰੋਗਰਾਮ ਸਪਾਂਸਰ ਕਰ ਰਹੇ ਨੇ। ਉਹਨਾਂ ਦਾ ਨੰਬਰ ਲਿਖ ਲਓ। ਬਿਨ ਚਾਹੀਦੀ ਹੈ 5000 ਤੋਂ ਲੈ ਕੇ 40000 ਤੱਕ, ਰੇਤਾ ਚਾਹੀਦਾ, ਬਜਰੀ ਚਾਹੀਦੀ ਹੈ, ਟੌਪ ਸੋਇਲ ਚਾਹੀਦੀ ਹੈ ਤੇ ਝੰਡੇ ਚੁੱਕ ਕੇ ਲੇਬਰ ਧਰਨੇ ਲਈ ਚਾਹੀਦੀ ਹੈ। ਮਾਫ ਕਰਨਾ, ਧਰਨੇ ਵਾਸਤੇ ਨਹੀਂ, ਸੌਰੀ, ਅੱਜ ਕੱਲ ਤਾਂ ਬਲੂਬੇਰੀ ਲਈ ਚਾਹੀਦੀ ਹੈ। ਸੁਪਰਵਾਈਜ਼ ਲੇਬਰ ਵੀ ਇਹਨਾਂ ਤੋਂ ਮਿਲ ਜਾਂਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਜਲਸੇ ਹੁੰਦੇ ਆ ਨਾ, ਟਰੱਕ ਭਰ ਕੇ ਆਉਂਦੇ, ਕਹਿੰਦੇ ਕਿੱਥੋਂ ਆਏ ਹੋ ਬਾਈ, ਕਹਿੰਦਾ ਪਤਾ ਨਹੀਂ, ਆ ਫਲਾਣਾ ਜਥੇਦਾਰ ਲੈ ਕੇ ਆਇਆ ਸੀ, ਸਾਨੂੰ ਤਾਂ 100 ਰੁਪਈਆ ਦਿਹਾੜੀ ਮਿਲੀ ਹੈ ਧਰਨੇ ਜਿੰਦਾਬਾਦ ਤੇ ਮੁਰਦਾਬਾਦ ਦੇ ਨਾਅਰੇ ਲਾਉਣ ਲਈ। ਇਹ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਵਾਲੇ ਨਹੀਂ, ਬਲਕਿ ਕੰਮ ਕਰਕੇ ਪੈਸੇ ਕਮਾਉਣ ਵਾਲੀ ਲੇਬਰ ਚਾਹੀਦੀ ਹੈ। ਫੋਨ ਕਰ ਲਿਓ ਬਾਈਆਂ ਨੂੰ 604 649 2467 604 649 2467 ਜਾਂ 604 991 2020। ਵਪਾਰਕ ਵਕਫਾ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਪਹਿਲਾਂ Your number 1 South Asian voice 1550 AM। ਕਿੱਧਰੋਂ ਆਈਆਂ ਸਰਕਾਰਾਂ? ਗਰਚਾ ਮੀਟਸ ਤੋਂ। ਰੋਜ਼ ਗਰਚਾ ਮੀਟਸ ਹੀ ਕਿਉਂ? ਹੁਣ ਇਹਨਾਂ ਨੂੰ ਕੌਣ ਦੱਸੇ ਕਿ ਮੰਮੀ ਪਾਪਾ ਤੇ ਬੱਚਿਆਂ ਦੇ ਨਾਲ ਪੂਰੀ ਫੈਮਿਲੀ ਪਸੰਦ ਕਰਦੀ ਹੈ ਗਰਚਾ ਮੀਟਸ ਨੂੰ, ਕਿਉਂਕਿ ਇਹ ਕੁਆਲਿਟੀ ਤੇ ਹਾਈਜੀਨ ਦਾ ਹਮੇਸ਼ਾ ਖਾਸ ਧਿਆਨ ਰੱਖਦੇ ਨੇ ਅਤੇ ਪੂਰੇ ਕੈਨੇਡਾ ਵਿੱਚ ਭਰੋਸੇਮੰਦ ਨਾਮ ਹੈ ਗਰਚਾ ਮੀਟਸ ਦਾ। Fresh ਤੇ delicious cooked and uncooked veg ਤੇ non-veg food products ਦੀ wide range, chicken, lamb, goat, fish, paneer tikka and much more। Garcha Meats, Garcha Meat ਲਿਆਓ, ਖੁਸ਼ੀਆਂ ਮਨਾਓ।
ਲੋਕਾਂ ਦੀ ਪੁਰਜ਼ੋਰ ਮੰਗ ਤੇ ਪੌਲ ਨਰਵਾਲ ਅਤੇ ਪੈਟਰਿਕ ਨੇ ਖੋਲ੍ਹ ਦਿੱਤਾ ਹੈ ਫਰਨੀਚਰ ਲਿਕੁਇਡੇਸ਼ਨ ਸਟੋਰ ਫਰਸਟ ਚੋਇਸ ਫਰਨੀਚਰ 128 ਸਟਰੀਟ ਅਤੇ 77 ਐਵੇਨਿਊ ਤੇ, ਜਿੱਥੇ ਕਿ ਉਹਨਾਂ ਦੇ ਬਣੇ ਹੋਏ ਬਾਕਸ ਬੈੱਡ, ਸੋਫਾ ਸੈੱਟ, ਮੈਟਰੈਸਸ ਸਸਤੇ ਭਾਅ ਤੇ ਡੀਲ ਬਣਾ ਕੇ ਉਸੇ ਵੇਲੇ ਲੈ ਜਾਓ। ਸਿੰਗਲ ਮੈਟਰੈਸ 39 ਇੰਚਜ਼ $99 ਦੀ, ਡਬਲ $129 ਦੀ ਅਤੇ ਬਾਕਸ ਬੈੱਡ $399 ਦਾ। ਬਹੁਤ ਵੱਡੀ ਸਿਲੈਕਸ਼ਨ। ਅੱਜ ਹੀ ਪਹੁੰਚੋ 7743 128 ਸਟਰੀਟ, ਫੋਨ 6045034457 ਅਤੇ 2368681628। Furniture Liquidation Store at 128th Street and 77th Avenue, First Choice Furniture, Surrey। ਰੀਅਲ ਏਸਟੇਟ ਦੀ ਦੁਨੀਆ ਦਾ ਇੱਕ ਜਾਣਿਆ ਪਛਾਣਿਆ ਨਾਂ ਰੀਅਲਟਰ ਜਗਦੀਸ਼ ਕੰਗ। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ, ਘਰ, ਟਾਊਨ ਹਾਊਸ ਜਾਂ ਲੋਟਸ ਅਤੇ ਫਾਰਮਸ ਖਰੀਦਣ ਲਈ ਫਰੇਜ਼ਰ ਵੈਲੀ ਰੀਅਲ ਏਸਟੇਟ ਬੋਰਡ ਦੇ ਟੌਪ 1% ਇਨਵੈਸਟਾ ਪ੍ਰਾਈਮ ਰੀਅਲਟੀ ਨਾਲ ਕੰਮ ਕਰਦੇ ਰੀਅਲਟਰ ਜਗਦੀਸ਼ ਕੰਗ ਨਾਲ ਸੰਪਰਕ ਕਰੋ 6042266611। ਇਹਨਾਂ ਕੋਲ ਈਸਟ ਚਿਲਵੈਕ ਵਿੱਚ ਇੱਕ 54 ਏਕੜ ਦਾ ਬਲੂਬੇਰੀ ਫਾਰਮ ਸੇਲ ਲਈ ਉਪਲਬਧ ਹੈ। ਇਸ ਵਿੱਚ 4 ਬੈਡਰੂਮ ਅਤੇ 3 ਬਾਥਰੂਮ ਵਾਲਾ ਇੱਕ ਘਰ ਵੀ ਸ਼ਾਮਿਲ ਹੈ। ਸ਼ਾਨਦਾਰ ਵਿਊਜ਼, ਲਾਜਵਾਬ ਪ੍ਰਾਪਰਟੀ। ਪ੍ਰਾਈਵੇਟ ਸ਼ੋਇੰਗ ਲਈ ਅੱਜ ਹੀ ਕਾਲ ਕਰੋ 604 226 6611। ਇਨਵੈਸਟਾ ਪ੍ਰਾਈਮ ਰੀਅਲਟੀ ਦੇ ਰੀਅਲਟਰ ਜਗਦੀਸ਼ ਕੰਗ। ਸੁਪਰਸੇਵ ਗਰੁੱਪ ਵਾਲਿਆਂ ਦਾ ਸੁਨੇਹਾ ਹੈ ਕਿ ਹਰ ਸਾਲ ਬਲੂਬੇਰੀ ਫਾਰਮਿੰਗ ਵਿੱਚ ਆਪਣੀ ਕਮਿਊਨਿਟੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਪਰਸੇਵ ਗਰੁੱਪ ਤੁਹਾਨੂੰ ਫਾਰਮਸ ਦੇ ਵਿੱਚ ਟੌਪ ਕੁਆਲਿਟੀ ਸਰਵਿਸ ਦੇਣ ਲਈ ਵਚਨਬੱਧ ਹਨ। ਸੁਪਰਸੇਵ ਗਰੁੱਪ ਵੱਲੋਂ ਕੋਵਿਡ-19 ਦੇ ਚੱਲਦਿਆਂ ਹਰ ਤਰ੍ਹਾਂ ਦੇ ਸਿਕਿਉਰਿਟੀ ਮੈਜਰਸ ਲਏ ਜਾ ਰਹੇ ਹਨ। ਹੁਣ ਤੁਸੀਂ ਸੁਪਰਸੇਵ ਗਰੁੱਪ ਤੋਂ ਅਜਿਹੀਆਂ ਟਾਇਲਟਸ ਲੈ ਸਕਦੇ ਹੋ ਜਿਨ੍ਹਾਂ ਦੇ ਅੰਦਰ ਸਿੰਕ ਅਤੇ ਸੈਨੀਟਾਈਜ਼ਿੰਗ ਸਟੇਸ਼ਨ ਮੌਜੂਦ ਹਨ। ਵਧੇਰੇ ਜਾਣਕਾਰੀ ਲਈ ਅੱਜ ਹੀ ਸੁਪਰਸੇਵ ਗਰੁੱਪ ਦੇ ਹੈਪੀ ਨੂੰ 6048353008 ਤੇ ਸੰਪਰਕ ਕਰੋ 604 835 3008। ਪਹਿਲਾਂ ਦੀ ਸਾਂਝ ਦੇ ਵਿੱਚ ਡਾਕਟਰ ਪ੍ਰਗਟ ਸਿੰਘ ਭੁਰਜੀ ਮੇਰੇ ਨਾਲ ਸਿਰਫ 10-15 ਮਿੰਟ ਹੋਰ ਨੇ, ਕਿਉਂਕਿ ਡਾਕਟਰ ਸਾਹਿਬ ਨੇ ਬਾਈਕ ਇਹਨਾਂ ਦਾ ਬਿਲਕੁਲ ਤਿਆਰ ਖੜਾ ਹੈ ਐਂਡ ਟਿਊਨ ਅਪ ਹੋਇਆ ਹੋਇਆ। ਬਸ ਵੀਕਐਂਡ ਦੇ ਵਿੱਚ ਕੀ ਡਾਕਟਰ ਸਾਹਿਬ ਦੀ ਯਤਨ ਹੁੰਦਾ ਕਿ ਵੱਧ ਤੋਂ ਵੱਧ ਐਕਸਰਸਾਈਜ਼ ਕਰਕੇ ਕਾਫੀ ਜ਼ਿਆਦਾ ਭਾਰ ਡਾਕਟਰ ਸਾਹਿਬ ਨੇ ਘਟਾ ਲਿਆ। ਹੁਣ ਤਾਂ ਸਲਿਮ ਟ੍ਰਿਮ ਹੋਏ ਫਿਰਦੇ ਆ, ਗਰਮੀਆਂ ਦਾ ਪੂਰਾ ਲਾਹਾ ਲੈ ਰਹੇ ਨੇ। ਅਗਲੇ ਕਾਲਰ ਨੇ ਸਤਿਕਾਰਯੋਗ ਸਰਦਾਰ ਸੁਰਜੀਤ ਸਿੰਘ ਜੀ, ਤੁਸੀਂ ਏਅਰ ਤੇ ਹੋ, ਸਵਾਗਤ ਹੈ ਤੁਹਾਡਾ ਜੀ। ਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੈਨੂੰ ਇੱਕ ਫਾਈਜ਼ਰ ਦੀ ਪਹਿਲਾਂ ਲੱਗੀ ਸੀ ਡੋਜ਼ ਤੇ ਉਸ ਤੋਂ ਬਾਅਦ ਮੈਨੂੰ ਲੱਗ ਗਈ ਹੁਣ ਮੋਡਰਨਾ 24 ਜੂਨ ਨੂੰ। ਹੁਣ ਮੇਰੀ ਵੀ ਉਹੀ ਪ੍ਰੋਬਲਮ ਆ ਜਿਹੜੀ ਵੀ ਮੇਰੇ ਦੋਨੇ ਚੂਲੇ ਦੁਖਦੇ ਆ। ਮੇਰੇ ਕੋਲ ਕਈ ਵਾਰੀ ਉੱਠਿਆ ਵੀ ਨਹੀਂ ਜਾਂਦਾ, ਫੜ ਕੇ ਉੱਠਣਾ ਪੈਂਦਾ। ਪਹਿਲਾਂ ਠੀਕ ਸੀ? ਹਾਂਜੀ, ਪਹਿਲਾਂ ਕੋਈ ਮੁਸ਼ਕਲ ਨਹੀਂ ਸੀ। ਜਦੋਂ ਪਹਿਲੀ ਡੋਜ਼ ਦੇ, ਇੱਕ ਮੈਂ ਤੁਹਾਨੂੰ ਕਹਾਣੀ ਦੱਸ ਦਿੰਦਾ ਵੀ ਪਹਿਲਾਂ ਜਦੋਂ ਡੋਜ਼ ਲੱਗੀ ਆ 1 ਮਹੀਨੇ ਬਾਅਦ ਮੇਰੇ ਮਿਸਜ਼ ਨੂੰ ਕਰੋਨਾ ਹੋ ਗਿਆ। ਉਹ ਕੋਵਿਡ ਹੋਣ ਦੇ ਕਾਰਨ ਮੈਨੂੰ ਵੀ ਡੋਜ਼ ਲੱਗੀ ਸੀ, ਉਹਨੂੰ ਵੀ ਡੋਜ਼ ਲੱਗੀ ਸੀ, ਪਰ ਮੈਨੂੰ ਕੋਈ ਸਿੰਪਟਮ ਨਹੀਂ ਆਏ, ਨਾ ਕੋਈ ਸਿੰਪਟਮ ਨਹੀਂ ਹੋਏ। ਪਰ ਉਸ ਤੋਂ ਬਾਅਦ ਮੈਂ ਚੂਲੇ ਦੁਖਣ ਲੱਗ ਪਏ। ਰੋਜ਼ ਉਹ ਮੇਰਾ ਪੁੱਛਦੇ ਹੁੰਦੇ ਸੀ ਵੀ ਤੁਹਾਨੂੰ ਮੈਂ ਬੁਖਾਰ ਹੈਗਾ ਕਿ ਨਹੀਂ ਹੈਗਾ, ਤੁਹਾਨੂੰ ਨਾ ਕੀ ਆਕਸੀਜਨ ਠੀਕ ਆ, ਆਕਸੀਜਨ ਲੈਵਲ ਵੀ ਠੀਕ ਰਿਹਾ। ਪੁੱਛਦੇ ਹਾਂ ਡਾਕਟਰ ਸਾਹਿਬ ਕੀ ਹੋ ਸਕਦਾ ਹੈ, ਕੀ ਕਾਰਨ ਹੈ ਜੀ? ਜੀ ਦੇਖੋ, ਹੁਣ ਅੱਜ 10 ਤਰੀਕ ਹੋ ਗਈ ਹੈ, ਲੱਗਾ ਸੀ ਤਾਂ ਇਹਨਾਂ ਦੀ ਫੁੱਲੀ ਇਮਿਊਨਾਈਜੇਸ਼ਨ ਹੋ ਗਈ ਹੈ। ਜਦੋਂ ਦੂਜਾ ਟੀਕਾ ਲੱਗੇ 14 ਦਿਨ ਬਾਅਦ ਤੁਸੀਂ ਫੁੱਲੀ ਇਮਿਊਨਾਈਜ਼ ਹੋ ਗਏ ਮੀਨਸ ਤੁਹਾਡੇ ਅੰਦਰ ਐਂਟੀਬਾਡੀ ਲੈਵਲ ਬਣ ਗਿਆ। ਹੁਣ ਜਿਹੜੇ ਮੋਡਰਨਾ ਔਰ ਫਾਈਜ਼ਰ ਹੈ ਇਹ ਇੱਕੋ ਚੀਜ਼ ਆ ਵੀ ਇਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਵੀ ਲੋਕੀ ਕਹਿਣਗੇ ਵੀ ਹਾਏ ਮੈਨੂੰ ਮੋਡਰਨਾ ਲੱਗ ਗਿਆ ਪਹਿਲਾਂ ਫਾਈਜ਼ਰ ਆ, ਮੋਡਰਨਾ ਨੇ ਮੈਨੂੰ ਕਰਤਾ। ਨਹੀਂ, ਦੋਵੇਂ ਇਕੁਅਲ ਚੀਜ਼ ਹੈਗੀ ਹੈ, ਕੋਈ ਉਹਨਾਂ ਦੇ ਵਿੱਚ ਦੁਵੈਤ ਨਹੀਂ ਹੈਗੀ। ਦੋਵੇਂ mRNA ਵੈਕਸੀਨ ਆ, ਦੋਵਾਂ ਦੇ ਵਿੱਚ ਜਿਹੜਾ ਕੀ ਕੰਪੋਨੈਂਟ ਚਾਹੀਦਾ ਉਹ ਸੇਮ ਆ। ਹੁਣ ਇਹ ਜਿੱਦਾਂ ਮੈਂ ਪਹਿਲੇ ਕਾਲਰ ਦੀ ਗੱਲ ਕੀਤੀ ਸੀ ਵੀ ਇਹ ਇੰਡੀਵਿਜੂਅਲ ਕੇਸਿਸ ਦੇ ਵਿੱਚ ਅਸੀਂ ਦੇਖਦੇ ਹਾਂ। ਹੁਣ ਇਹਨਾਂ ਨੇ ਕਿਹਾ ਸੀ ਇੱਕ ਚੀਜ਼ ਜਿਹੜੇ ਨੇ ਮੈਨੂੰ ਕਹੀ ਆ ਵੀ ਮਿਸਿਸ ਨੂੰ ਪਹਿਲੇ ਡੋਜ਼ ਬਾਅਦ ਕੋਵਿਡ ਹੋਇਆ ਸੀ। ਹਾਂ, ਕਿਉਂਕਿ ਪਹਿਲੇ ਡੋਜ਼ 'ਚ 60-65% ਹੀ ਐਂਟੀਬਾਡੀ ਬਣਦੀ ਆ। ਸ਼ਾਇਦ ਇਹਨਾਂ ਨੂੰ ਵੀ ਹੋਇਆ ਹੋਏ, ਪਤਾ ਨਹੀਂ ਚੈੱਕ ਹੋਇਆ ਨਹੀਂ ਹੋਇਆ, ਕਈ ਵਾਰ ਸਿੰਪਟਮ ਨਹੀਂ ਹੁੰਦੇ। ਹੁਣ ਮੈਂ ਗੱਲ ਕੀਤੀ ਸੀ ਡਾਕਟਰ ਸ਼ੈਲੀ ਕਾਲੋਂ ਦੀ ਜਿਹੜੀ ਲੌਂਗ ਹਾਲ ਕਲੀਨਿਕ ਕਰਦੀ ਆ ਵੀ ਜਿਹੜੇ ਏਕਸ ਐਂਡ ਪੇਨਸ ਕੋਵਿਡ ਤੋਂ ਬਾਅਦ ਹੁੰਦੇ ਉਹ ਕਈ ਮਹੀਨੇ ਤੱਕ ਕਈਆਂ ਨੂੰ ਰਹਿੰਦੇ ਆ। ਇਹਦਾ ਟੀਕੇ ਦੇ ਨਾਲ ਨਹੀਂ ਸੰਬੰਧ, ਇਹਦਾ ਤੁਹਾਡਾ ਨੈਚੁਰਲ ਕੋਵਿਡ ਦੇ ਨਾਲ ਸੰਬੰਧ ਮੈਨੂੰ ਜ਼ਿਆਦਾ ਲੱਗਦਾ। ਸੋ ਇਹਦੇ ਲਈ ਇਹੀ ਹੈ, ਐਡਵਿਲ ਲੈ ਸਕਦੇ, ਟੈਲਨੋਲ ਲੈ ਸਕਦੇ ਆ, ਮਸਾਜ ਕਰ ਸਕਦੇ ਆ, ਜਾਂ ਫਿਰ ਨਹੀਂ ਜਾਂਦਾ ਤੁਹਾਨੂੰ ਬਲੱਡ ਟੈਸਟ ਕਰਾਉਣਾ ਪੈਣਾ ਵੀ ਤੁਹਾਡਾ ਆਇਰਨ ਕਿੱਦਾਂ, ਥਾਇਰੋਇਡ ਕਿੱਦਾਂ, ਸ਼ੂਗਰ ਕਿੱਦਾਂ, B12 ਕਿੱਦਾਂ। ਸੋ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਵਾਚਣੀਆਂ ਪੈਣੀਆਂ। ਬਟ ਮੈਂ ਲਊਂਗਾ ਵੀ ਅਗਰ ਖਾਲੀ ਪੇਨ ਹੁੰਦਾ ਤੇ ਸਿੰਪਟਮਸ ਦੇ ਲਈ ਐਡਵਿਲ ਜਾਂ ਟੈਲਨੋਲ ਤੁਸੀਂ ਲੈ ਸਕਦੇ ਆ। ਹਫ਼ਤਾ 10 ਦਿਨ ਤੁਸੀਂ ਲਓ,
नहीं ठीक तो मैं आके घुट दूंगा, तुहाडा बैक घुट दूंगा, लत्तां मसाज कर दूंगा, ठीक तुहानू कर देवांगे, फिक्र ना करो जी। डॉक्टर साहब ने वैसे भी 11 वजे साइकिल के उत्ते घुटन जाना ही अज। सुखवंत कौर जी तुसीं तुहाडा बहुत बहुत स्वागत है जी। बीबा जी तुसीं एयर ते हो, स्वागत है तुहाडा। हाँ जी, सरदार कुलदीप सिंह जी ते डॉक्टर गुरदीप जी आप जी नूं सत श्री अकाल जी। सत श्री अकाल जी। बहुत ਤੁਹਾਡੇ ਅਸੀਂ ਥੈਂਕਫੁਲ ਹਾਂ, ਤੁਸੀਂ ਬਹੁਤ ਜਾਣਕਾਰੀ ਭਰਪੂਰ ਦਿੰਦੇ ਆ ਪ੍ਰੋਗਰਾਮ ਜਦੋਂ ਵੀ ਦਿੰਦੇ ਆ। ਔਰ ਸਰਦਾਰ ਕੁਲਦੀਪ ਸਿੰਘ ਜੀ ਬੜੇ ਅੱਛੇ ਤੁਹਾਡੇ ਵਰਗੇ ਹੋਰ ਡਾਕਟਰਾਂ ਨੂੰ, ਡਾਕਟਰ ਹਰਸ਼ਿੰਦਰ ਕੌਰ, ਡਾਕਟਰ ਗੁਰਪਾਲ ਸਿੰਘ, ਹੋਰ ਵੀ ਅਰਥ ਸ਼ਾਸਤਰੀ ਬਹੁਤ ਅੱਛੇ ਪ੍ਰੋਗਰਾਮ ਦੇ ਰਹੇ। ਅਸੀਂ ਬਹੁਤ ਇਹਨਾਂ ਦਾ ਰਿਣੀ ਹੈ ਇਹਨਾਂ ਦੇ। ਤੇ ਅੱਜ ਵੀ ਜਿਹੜਾ ਮੇਰਾ ਕੁਐਸਚਨ ਡਾਕਟਰ ਸਾਹਿਬ ਹੈਗੇ ਚਾਈਲਡ ਸਪੈਸ਼ਲਿਸਟ ਨੇ, ਮੈਂ ਇੱਕ ਬੱਚੇ ਨਾਲ ਰਿਲੇਟਡ ਕੁਐਸਚਨ ਪੁੱਛਣਾ ਚਾਹੁੰਦੀ ਹਾਂ, ਪੁੱਛ ਸਕਦੀ ਹਾਂ ਜੀ? ਜੀ ਜੀ ਹਾਂ ਜੀ ਬਿਲਕੁਲ। ਹਾਂਜੀ, ਮੇਰੀ ਨਾ ਡਾਟਰ ਇਨ ਲੋ 6 ਮਹੀਨੇ ਦੀ ਹੋ ਗਈ ਆ ਤੇ ਉਹਨੂੰ ਨਾ ਅਸੀਂ ਹੁਣ ਥੋੜਾ ਮਤਲਬ ਸੈਮੀ ਸੋਲਿਡ ਥੋੜਾ ਜਿਹਾ ਫੂਡ ਦੇਣਾ ਸ਼ੁਰੂ ਕਰਨਾ ਚਾਹੁੰਦੇ ਹਾਂ। ਤੇ ਮੈਂ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਸੀਗਾ ਕਿ ਸਾਨੂੰ ਕੋਈ ਵਧੀਆ ਜਿਹਾ ਫੂਡ, ਜਿਸ ਤਰ੍ਹਾਂ ਆਪਾਂ ਉੱਥੇ ਇੰਡੀਆ 'ਚ ਤਾਂ ਸੈਰੀਲੈਕ ਸ਼ੁਰੂ ਕਰਦੇ ਹੁੰਦੇ ਸੀ, ਇੱਥੇ ਕੈਨੇਡਾ 'ਚ ਕੀ ਹੈ ਦੇਣ ਵਾਸਤੇ? ਹਾਂਜੀ ਹਾਂਜੀ ਹਾਂਜੀ, ਬਹੁਤ ਤੁਹਾਡਾ ਵਧੀਆ ਕੁਐਸਚਨ ਔਰ ਬੜਾ ਪ੍ਰੈਕਟੀਕਲ ਕੁਐਸਚਨ ਹੈ। ਹੁਣ ਧੰਨਵਾਦ ਭੈਣ ਜੀ ਕਾਲ ਕਰਨ ਲਈ, ਗੱਲ ਕਰਦੇ ਰਿਹਾ ਕਰੋ ਜੀ। ਹਾਂਜੀ, ਜਿਹੜਾ ਇੱਧਰ ਦਾ ਕਲਚਰ ਆ, ਹਰ ਇੱਕ ਕੰਟਰੀ ਦਾ ਆਪਣਾ ਕਲਚਰ ਹੁੰਦਾ, ਟ੍ਰੈਡੀਸ਼ਨ ਹੁੰਦਾ। ਉਹ ਹੈਗਾ, ਉਹਦਾ ਨਾਂ ਹੈਗਾ ਪੈਬਲਮ, PABLUM। ਇਹ ਚੌਲ ਜਿਹੜੇ ਆ ਪੀ ਕੇ ਉਹਦੇ ਤੁਸੀਂ ਪਾਣੀ ਮਿਕਸ ਕਰ ਸਕਦੇ ਹੋ ਜਾਂ ਈਵਨ ਫਾਰਮੂਲਾ ਮਿਕਸ ਕਰ ਸਕਦੇ ਹੋ। ਉਹ ਮਤਲਬ ਮਾੜਾ ਜਿਹਾ ਜਿੱਦਾਂ ਉਹਨੂੰ ਲਿਕੁਇਡ ਜਿਹਾ ਬਣਾ ਕੇ ਥੋੜਾ ਜਿਹਾ ਜਿੱਦਾਂ ਸੂਪ ਟਾਈਪ, ਸੰਘਣਾ ਸੂਪ ਟਾਈਪ, ਉਹ ਫਿਰ ਬੱਚੇ ਨੂੰ ਦੇ ਸਕਦੇ ਹੋ। ਲੇਕਿਨ ਹੁਣ ਜਿਹੜੀ ਸਾਇੰਸ ਜਿਹੜੀ ਹੈਗੀ ਆ ਇਹਦੇ ਉੱਤੇ ਕਹਿ ਰਹੀ ਆ ਵੀ ਇਹ ਜ਼ਰੂਰੀ ਨਹੀਂ ਹੈਗਾ। ਤੁਹਾਡੇ ਘਰ ਜਿਹੜੀ ਵੀ ਚੀਜ਼ ਰਿੱਝੀ ਆ, ਪੱਕੀ ਆ, ਲੈਟਸ ਖਿਚੜੀ ਪੱਕੀ ਆ, ਉਹਨੂੰ ਤੁਸੀਂ ਮੈਸ਼ ਕਰ ਲਓ, ਕੇਲਾ ਮੈਸ਼ ਕਰ ਲਓ, ਕੋਈ ਵੀ ਚੀਜ਼ ਜਿਹੜੀ ਹੈਗੀ ਤੁਹਾਡੇ ਘਰ ਬਣੀ ਆ ਉਹਨੂੰ ਮੈਸ਼ ਕਰਕੇ ਤੁਸੀਂ ਟਰਾਈ ਕਰ ਸਕਦੇ ਹੋ। ਤਾਂ ਤੁਹਾਡੇ ਘਰ ਦਾ ਖਾਣਾ ਵੀ ਜਿਹੜਾ ਹੈਗਾ ਉਹ ਵੀ ਠੀਕ ਆ। ਮੈਨੂੰ ਚੇਤਾ, ਮੈਂ ਆਪਣੀ ਬੀਬੀ ਨੂੰ ਪੁੱਛਦਾ ਰਹਿੰਦਾ ਵੀ ਮੈਨੂੰ ਸੀਰੀਅਲੈਕ ਦਿੱਤਾ ਸੀਗਾ ਕੀ? ਉਹ ਕਹਿੰਦੀ ਮੈਨੂੰ ਨਹੀਂ ਪਤਾ ਸੀਰੀਅਲੈਕ ਦਾ, ਜੋ ਘਰ ਬਣਿਆ ਸੀ ਉਹੀ ਦੇ ਦਿੱਤਾ ਸੀ। ਤੁਸੀਂ ਦੇਖ ਲਓ ਵੀ ਸਾਰੇ ਜਿਹੜੇ ਟ੍ਰੈਡੀਸ਼ਨਸ ਹੈਗੇ ਆ ਉਹ ਕੰਮ ਕਰਦੇ ਆ। ਹਰ ਕੰਟਰੀ ਦਾ ਆਪਣਾ ਇੱਕ ਟ੍ਰੈਡੀਸ਼ਨ ਹੁੰਦਾ। ਸੋ ਤੁਹਾਨੂੰ ਜਿਹੜਾ ਠੀਕ ਲੱਗਦਾ ਤੁਸੀਂ ਕਰੋ। 6 ਮਹੀਨੇ ਦਾ ਬੱਚਾ ਬਿਲਕੁਲ ਸਹੀ ਉਮਰ ਹੈਗੀ ਆ ਵੀ ਸੋਲਿਡ ਫੀਡ ਕਰਨਾ ਸਟਾਰਟ ਕਰਨਾ ਚਾਹੀਦਾ। ਮੇਰੀ ਇੱਕ ਬੇਨਤੀ ਹੋਏਗੀ ਵੀ ਘਰ ਜੋ ਤੁਹਾਡੇ ਵੀ ਬਣਦਾ ਉਹਨੂੰ ਮੈਸ਼ ਕਰਕੇ ਟਰਾਈ ਕਰੋ। ਖਾਲੀ ਉਹਦੇ ਚ ਵੱਡੀ ਕਚਨੀਆਂ ਨਹੀਂ ਹੋਣੀ ਚਾਹੀਦੀਆਂ ਵੀ ਸਾਡੇ ਸੰਗ ਚ ਚੀਜ਼ ਹੋਵੇ। ਸੋ ਜਿੱਦਾਂ ਆਪਾਂ ਕੜਾਹ ਪ੍ਰਸ਼ਾਦ ਦੀ ਕੰਸਿਸਟੈਂਸੀ ਹੁੰਦੀ ਹੈ ਨਾ, ਵੀ ਪੋਲੀ ਹੁੰਦੀ ਆ, ਉਸ ਹਿਸਾਬ ਦੇ ਨਾਲ ਜਿੱਦਾਂ ਕੇਲਾ ਪੋਲਾ ਹੁੰਦਾ, ਜਾਂ ਕੋਈ ਵੀ ਚੀਜ਼ ਮੈਸ਼ ਕਰਕੇ, ਈਵਨ ਅੰਬ ਮੈਸ਼ ਕਰਕੇ ਦੇ ਸਕਦੇ ਆ, ਕੋਈ ਹੋਰ ਫਰੂਟ ਮੈਸ਼ ਕਰਕੇ, ਐਵਾਕਾਡੋ ਕਰ ਸਕਦੇ ਆ, ਚੌਲ ਔਰ ਦਾਲ ਮਿਕਸ ਕਰਕੇ ਉਹਨੂੰ ਮੈਸ਼ ਕਰਕੇ ਬਲੈਂਡ ਕਰਕੇ ਦੇ ਸਕਦੇ ਆ। ਜਿਹੜੀ ਮਰਜ਼ੀ ਚੀਜ਼ ਤੁਸੀਂ ਸਟਾਰਟ ਕਰ ਸਕਦੇ ਹੋ। ਫਿਰ ਲੋਕ ਮੈਨੂੰ ਪੁੱਛਣਗੇ ਵੀ ਉਹਦੇ ਮਿੱਠਾ ਹੋਣਾ ਚਾਹੀਦਾ, ਲੂਣ ਹੋਣਾ ਚਾਹੀਦਾ। ਮੈਂ ਕਿਹਾ ਮਾੜਾ ਮੋਟਾ ਹੋ ਵੀ ਗਿਆ ਤੇ ਕੋਈ ਹਰਜ ਨਹੀਂ ਹੁੰਦਾ, ਕੋਈ ਬੱਚੇ ਨੂੰ ਨਹੀਂ ਉਹ ਚੱਲਿਆ। ਕਿਉਂਕਿ ਹੁਣ ਜਿਹੜੀ ਫਿੱਕੀ ਚੀਜ਼ ਹੈ ਤੁਸੀਂ ਵੀ ਨਹੀਂ ਖਾ ਕੇ ਰਾਜੀ ਹੋ, ਤਾਂ ਮਾੜਾ ਜਿਹਾ ਅਗਰ ਉਹ 'ਚ ਮਾੜੀ ਜਿਹੀ ਸ਼ੂਗਰ, ਮਾੜਾ ਜਿਹਾ ਲੂਣ ਵੀ ਹੋ ਗਿਆ ਤਾਂ ਕੋਈ ਹਰਜ ਨਹੀਂ ਹੈਗਾ। ਫਿਰ ਪੁੱਛਦੇ ਵੀ ਮਿਰਚਾਂ, ਮੈਂ ਕਿਹਾ ਵੀ ਦੇਖੋ ਮਿਰਚਾਂ ਤੇ ਮੈਂ ਕਹੂੰਗਾ ਵੀ ਬੇਬੀ ਦੇ ਲਈ ਠੀਕ ਨਹੀਂ ਆ, ਬਟ ਕਈ ਬੱਚੇ ਜਿਹੜੇ ਹੈਗੇ ਉਹ ਫਿਰ ਵੀ ਟੋਲਰੇਟ ਕਰ ਲੈਂਦੇ ਹੋ। ਸੋ ਤੁਹਾਨੂੰ ਟਰਾਇਲ ਐਂਡ ਐਰਰ ਕਰਨੀ ਪੈਣੀ ਆ। ਅਗਰ ਮੈਂ ਇਹ ਕਹਿੰਦਾ ਵੀ ਅਗਰ ਆਪਾਂ ਆਪਣਾ ਘਰ ਦਾ ਫੂਡ ਦੇਵਾਂਗੇ ਨਾ, ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ ਉਹ ਬੱਚੇ ਨੇ ਫਿਰ ਘਰ ਦੇ ਫੂਡ 'ਚ ਆਦੀ ਹੋ ਜਾਣਾ। ਅਗਰ ਆਪਾਂ ਹੁਣ ਬਾਹਰਲੇ ਫੂਡ 'ਚ ਗੁਜ਼ਾਰਾਂਗੇ ਤਾਂ ਫਿਰ ਉਹਨਾਂ ਤੁਹਾਨੂੰ ਮੈਕਡੋਨਲਡ ਲਈ ਫਿਰਨਾ ਰੋਜ਼। ਬਿਲਕੁਲ ਹੁਣ ਤੋਂ ਆਪਾਂ ਉਹਦਾ ਜਿਹੜਾ ਬ੍ਰੇਨ ਹੈ ਕੰਡੀਸ਼ਨ ਕਰੀਏ ਵੀ ਆਹ ਭੋਜਨ ਜੋ ਇਹ ਘਰ ਸਾਡੇ ਪੱਕਦਾ ਤੇ ਇਹੀ ਤੁਹਾਨੂੰ ਮਿਲਣਾ, ਇਹੀ ਤੁਸੀਂ ਖਾਇਓ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ ਚ ਰਹੋ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ ਹੈ। ਡਾਕਟਰ ਸਾਹਿਬ ਆਪਾਂ ਇੰਝ ਕਰੀਏ, ਆਖਰੀ ਬ੍ਰੇਕ ਮੈਂ ਲੈ ਲਾਂ ਤੇ ਸਾਰੀ ਗੱਲਬਾਤ ਨੂੰ ਆਪਾਂ ਸਮ ਅਪ ਕਰਾਂਗੇ। 1 2 3 ਵਾਲੇ ਸਾਰਾ ਕੁਝ 0 ਤੋਂ ਲੈ ਕੇ 5 6 ਤੱਕ ਤੁਸੀਂ ਆ ਗਏ ਸੀ। ਆਪਾਂ 3 ਤੱਕ ਪਹੁੰਚੇ ਸੀ, 4 5 6 ਤੱਕ ਆ ਗਏ ਸੀ। ਗਾਂ ਕੀ ਹੋ ਰਿਹਾ, ਵਪਾਰਕ ਵਕਫਾ ਤੇ ਫਿਰ ਨਿਚੋੜ ਜੀ ਸਾਰੀ ਗੱਲਬਾਤ। ਹੋਰ ਕਾਲ ਕਿਰਪਾ ਕਰਕੇ ਨਾ ਕਰਿਓ ਜੀ। ਪੂਰੇ 2.5 ਮਿੰਟ ਨੇ ਤੁਹਾਡੇ ਕੋਲ। ਅਖੀਰ ਦੇ ਵਿੱਚ ਜਾਂਦੇ ਜਾਂਦੇ 0 ਤੋਂ ਲੈ ਕੇ ਅੱਗੇ ਤੱਕ ਕਾਫੀ ਡਿਵੈਲਪਮੈਂਟ ਹੋਈ ਹੈ। ਬਾਕੀ ਇੱਕ ਸਵਾਲ ਵਾਰ-ਵਾਰ ਫੇਰ ਆ ਰਿਹਾ ਹੈ ਵੀ ਜੇ ਵੈਕਸੀਨ ਨਾ ਲਵਾਈਏ
क्योंकि कह रहे ने कई लोग, मैनू सवाल आया कि वैक्सीन लवाउण दे नाल तुहाडा शरीर उदां दा आदी हो जाऊगा, इस करके परहेज करिए कि वैक्सीन तो बिना छुटकारा हो जाए। इनू क्लीयर करके थोड़ा जिहा जीरो तो अगे दस दिओ जी, की कहना चाहोगे? जी डॉक्टर साहब, मैनू लगता डॉक्टर साहब, हेलो डॉक्टर साहब, डॉक्टर साहब नूं दोबारा कॉल, डॉक्टर साहब तुसीं इत्थे हो जी? डॉक्टर साहब नूं दोबारा कॉल करते हैं, पर इन द मीन टाइम दसदे हैं कि अज दा प्रोग्राम है जिहड़ा स्पॉन्सर करने वाले ने लाइटां दे बादशाह बिल्ला सिंह, यूनिट नंबर 120 12500 वाइकर्स वे 604 961 6474 नवा घर बना रहे हो, पुराने घर की रेनोवेशन करनी है, घर दी लाइटां चमचम करन जिवें सामने बिट्टू होणां दे घर दियां, इसे करके तुसीं किंग ऑफ लाइट वाले बिल्ला सिंह नूं कॉल करनी है 604 961 64 74 ते। डॉक्टर साहब 11 बजे बाइक ते जाना सी, तुसीं पहले ही छड्ड गए, थोड़ा जिहा क्लीयर करियो। नहीं ਉਹ ਤੁਹਾਡੀ ਤਰੰਗਾਂ ਜਿਹੜੀਆਂ ਹੈਗੀਆਂ ਉਹ ਪਹੁੰਚ ਗਈਆਂ ਸੀ, ਲੇਕਿਨ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਸੀ। ਜਿਹੜੇ ਆਪਾਂ ਜਿਹੜੇ ਗੱਲ ਕਰ ਰਹੇ ਵੀ ਵੈਕਸੀਨ ਨਹੀਂ ਲਾਈਏ ਵੀ ਆਦੀ ਹੋ ਜਾਓਗੇ, ਗਲਤ ਧਾਰਨਾ ਹੈਗੀ ਆ। ਉਹ ਸਾਰਿਆਂ ਨੂੰ ਪਹਿਲਾਂ ਮੁੱਢਲੀ ਵੈਕਸੀਨ ਲੱਗੀ ਆ, ਤਾਂ ਹੀ ਉਹ ਵਿਚਾਰੇ ਟੈਟਨਸ, ਮੈਨੇਜਾਈਟਿਸ, ਟਾਈਫਾਇਡ ਹੋਰ ਬਿਮਾਰੀਆਂ ਤੋਂ ਰਾਹਤ ਪਾਏ ਹੋਏ ਆ। ਇਹ ਜਿਹੜਾ ਨਾ ਹਵਾ ਕ੍ਰੀਏਟ ਹੋਇਆ ਐਂਟੀ ਵੈਕਸੀਨਰਸ ਦੇ ਨਾਲ, ਇਹ ਗਲਤ ਧਾਰਨਾ। ਵੈਕਸੀਨ ਜਿਹੜੀ ਹੈਗੀ ਕੋਈ ਨਹੀਂ ਬੋਡੀ ਆਦੀ ਹੋ ਜਾਊਗੀ, ਤੁਹਾਨੂੰ ਪ੍ਰੋਟੈਕਸ਼ਨ ਮਿਲੂਗੀ। ਬਾਕੀ ਤੁਹਾਡੀ ਆਪ ਦੀ ਮਰਜ਼ੀ, ਅਸੀਂ ਢਾਹ ਕੇ ਫਿਰ ਤੁਹਾਨੂੰ ਲਾ ਤਾਂ ਨਹੀਂ ਸਕਦੇ ਕਿਉਂਕਿ ਤੁਹਾਡੇ ਬੋਡੀ ਤੁਹਾਡੀ ਆਪਣੀ ਪਰਸਨਲ ਚੋਇਸ ਹੈਗੀ ਹੈ। ਲੇਕਿਨ ਬੇਨਤੀ ਆ ਵੀ ਵੈਕਸੀਨ ਲਾਓ, ਔਰ ਕੋਈ ਆਦੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ। ਹੁਣ ਜਿਹੜੀ 0 ਤੋਂ ਆਪਾਂ 7 ਤੱਕ ਗੱਲ ਕਰਨੀ ਆ, ਇਹ ਤੁਹਾਡੀ ਸਿਹਤ ਦੇ ਨਾਲ ਹੈ, ਸਰੀਰ ਦੀ, ਮਨ ਦੀ, ਦੋਵੇਂ ਸਰੀਰ ਜਿਹੜੀ ਸਿਹਤ ਇਹਦੇ ਨਾਲ ਬਰਕਰਾਰ ਹੋਗੀ। ਪਹਿਲੇ ਤਾਂ 0 ਸ਼ੂਗਰ ਕੰਟੇਨਿੰਗ ਲਿਕੁਇਡ, ਵੀ ਕੋਈ ਵੀ ਆਪਾਂ ਪਾਣੀ ਤੋਂ ਬਗੈਰ ਚੀਜ਼ ਨਹੀਂ ਪੀਣੀ, ਜਿੱਦਾਂ ਸੋਡਾ ਹੋ ਗਿਆ, ਜੂਸ ਹੋ ਗਿਆ, ਸਮੂਦੀਜ਼ ਹੋ ਗਈਆਂ, ਮਿਲਕ ਸ਼ੇਕ ਹੋ ਗਏ ਵਗੈरह नहीं। ਅਸੀਂ ਪਾਣੀ ਪੀਏ ਕਿਉਂਕਿ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ। 72% ਸਾਡਾ ਸਰੀਰ ਪਾਣੀ ਆ। BC ਦਾ ਪਾਣੀ ਸਭ ਤੋਂ ਵਧੀਆ, ਚੁੱਪ ਕਰਕੇ ਪੀਓ, ਤੁਹਾਨੂੰ ਫ੍ਰੀ ਮਿਲ ਰਿਹਾ ਟੂਟੀਆਂ 'ਚ, ਇੱਕਦਮ ਕਲੀਨ ਆ। ਬਾਹਰੋਂ ਵੀ ਬੋਟਲ ਪਾਣੀ ਲੈਣ ਦੀ ਲੋੜ ਨਹੀਂ। ਹਾਂ, ਅਗਰ ਤੁਸੀਂ ਫਸ ਜਾਓ ਕਿਤੇ ਨਹੀਂ ਪਾਣੀ ਬਾਹਰੋਂ ਲੈਣਾ ਪਏ, ਦੂਜੀ ਗੱਲ ਹੈ ਕਿ ਤੁਹਾਡਾ ਘਰ ਦਾ ਪਾਣੀ ਠੀਕ ਹੈ। ਮੈਂ ਹੁਣ ਜਦੋਂ ਜਾਂਦਾ ਦੇਖੋ ਮੇਰੇ ਮੋਢੇ 'ਚ ਬੈਕਪੈਕ ਹੁੰਦਾ, ਉਹ 'ਚ ਮੈਂ 2 ਲੀਟਰ ਪਾਣੀ ਘਰੋਂ ਲੈ ਕੇ ਜਾਂਦਾ ਹੁੰਦਾ, ਕਿਉਂਕਿ ਰਾਹ 'ਚ ਪਾਣੀ ਦੇਣ ਵਾਲਾ ਥੋੜੀ ਹੈਗਾ ਕੋਈ। ਹੁਣ ਗਰਮੀ 'ਚ ਪਿਆਸ ਬਹੁਤ ਲੱਗਦੀ ਆ। ਇੱਕ ਵਾਰੀ ਤੁਹਾਨੂੰ ਘੱਟ ਤੋਂ ਘੱਟ ਜਿਹੜਾ ਹੈਗਾ ਪ੍ਰੋਟੀਨ ਲੈਣਾ ਚਾਹੀਦਾ, ਕਿਉਂਕਿ ਸਰੀਰ ਦੀ ਜਿਹੜੀ ਵੇਅਰ ਐਂਡ ਟੇਅਰ ਹੈ ਮਸਲਸ ਦੀ, ਉਹ ਹੁੰਦੀ ਰਹਿੰਦੀ ਆ। ਸੋ ਵੈਜੀਟੇਰੀਅਨ ਸੋਰਸ ਵੀ ਹੈ, ਨॉन वेज ਸੋਰਸ ਵੀ ਹੈ, ਜਿਹੜੀ ਤੁਹਾਡੀ ਚੋਇਸ ਆ। 2 ਵਾਰੀ ਤੁਹਾਨੂੰ ਮਿਲਕ ਪ੍ਰੋਡਕਟ ਲੈ ਲੈਣੇ ਚਾਹੀਦੇ ਆ, 200-200 ਗ੍ਰਾਮ, ਭਾਵੇਂ ਦਹੀਂ ਹੋਏ, ਯੋਗਰਟ ਹੋਏ, ਦੁੱਧ ਹੋਵੇ, ਕੁਛ ਵੀ ਹੋਵੇ। 3 ਵਾਰੀ ਤੁਹਾਨੂੰ ਦਾਣੇ ਖਾਣੇ ਚਾਹੀਦੇ ਆ, ਹੋਲ ਗ੍ਰੇਨ, ਭਾਵੇਂ ਉਹ ਕਣਕ ਹੋਏ, ਮੱਕੀ ਹੋਏ, ਬਾਜਰਾ ਹੋਏ, ਚੌਲ ਹੋਏ, ਜੋ ਵੀ ਹੋਏ। 4 ਵਾਰੀ ਫਰੂਟ, 5 ਵਾਰੀ ਸਬਜ਼ੀਆਂ। ਤੇ ਸਬਜ਼ੀਆਂ ਦੇ ਵਿੱਚ ਮੈਂ ਕਹਿੰਦਾ ਵੀ ਤੁਸੀਂ ਵੱਖ-ਵੱਖ ਪੱਤੇ ਮਿਕਸ ਕਰ ਸਕਦੇ ਹੋ, ਜਿੱਦਾਂ ਪਾਲਕ ਹੋ ਗਿਆ, ਲੈਟਸ ਹੈ ਵੱਖ-ਵੱਖ ਤਰ੍ਹਾਂ ਦੀ, ਬਰੋਕਲੀ ਆ, ਸੈਲਰੀ ਆ, ਹਰੇ ਮਟਰ ਆ, ਕੱਚੀ ਆ, ਪੱਕੀ ਆ, ਤੁਹਾਡੀ ਮਰਜ਼ੀ ਆ। ਤੇ 4 ਫਰੂਟ ਜਿਹੜੇ ਬੜੇ ਸੌਖੇ ਆ, ਬਲੂਬੈਰੀ ਕਰ ਲਓ, ਸਟ੍ਰਾਬੇਰੀ ਕਰ ਲਓ, ਵਾਟਰਮੈਲਨ ਕਰ ਲਓ, ਅੰਬ ਕਰ ਲਓ, ਜਿਹੜਾ ਵੀ ਤੁਹਾਨੂੰ ਲਾਈਕ ਕਰਦੇ। 4 ਡਿਫਰੈਂਟ ਫਰੂਟਸ ਹੈ ਨਾ। 6 ਵਾਰੀ ਅਗਰ ਹੁਣ ਤੇ ਚਲੋ ਹੁਣ ਮੈਂ ਬਾਈਕ ਤੇ ਜਾਣਾ 2-3 ਘੰਟੇ ਮੈਂ ਕਰ ਲੈਣਾ, ਲੇਕਿਨ ਅਗਰ ਸਪੋਜ਼ ਤੁਹਾਡੇ ਕੋਲ ਨਹੀਂ ਹੈਗਾ ਸਾਧਨ, ਅਗਰ ਆਪਾਂ 10-10 ਮਿੰਟ ਵੀ ਆਪਾਂ ਵਾਕ ਇਨ ਕਰ ਲਈਏ ਤੇ 1 ਘੰਟਾ ਹੋ ਜਾਂਦਾ। ਤਾਂ ਕੋਸ਼ਿਸ਼ ਕਰੋ ਵੀ 10,000 ਸਟੈਪ ਸਾਡੇ ਹੋ ਜਾਣ, ਜਾਂ ਉਸ ਤੋਂ ਘੱਟ ਵੀ ਹੋ ਜਾਣ, ਕੋਈ ਗੱਲ ਨਹੀਂ। 1 ਘੰਟਾ ਜਿਹੜਾ ਹੈਗਾ ਆਪਣੀ ਕੁਰਸੀ ਤੋਂ ਉੱਠ ਕੇ ਤੁਰੋ ਫਿਰੋ, ਤਾਂ ਕਿ ਖੂਨ ਦੀ ਗਰਦਿਸ਼ ਹੋਏ, ਤੁਹਾਨੂੰ ਥੋੜੀ ਬਹੁਤ ਐਕਸਰਸਾਈਜ਼ ਮਿਲੇ, ਜਾਂ ਪੌੜੀਆਂ ਉੱਪਰ ਥੱਲੇ ਚਲੇ ਜਾਓ, ਜਾਂ ਵਾਕ ਤੇ ਚਲੇ ਜਾਓ, ਜਾਂ ਬਾਈਸਾਈਕਲ ਕਰ ਲਓ, ਜੌਗ ਕਰ ਲਓ, ਰਨ ਕਰ ਲਓ, ਜਿਮ ਕਰੋ, ਕਿਉਂਕਿ ਐਕਸਰਸਾਈਜ਼ ਕਰਨੀ ਬਹੁਤ ਬਹੁਤ ਜ਼ਰੂਰੀ ਆ, ਸਿਹਤ ਵਾਸਤੇ ਵੀ ਤੇ ਮਨ ਵਾਸਤੇ ਵੀ। ਮਨ ਵੀ ਤੁਹਾਡਾ ਖੁਸ਼ ਰਹੂਗਾ, ਬੋਡੀ ਵੀ ਤੰਦਰੁਸਤ ਰਹੂਗੀ। ਤੇ ਜਿਹੜੇ 7 ਵਾਰ ਆ ਹੈ ਵੀ ਆਪਾਂ ਮੰਡੇ ਟੂ ਸੰਡੇ ਕਹਿੰਦੇ ਆ, ਓਦਾਂ ਹੀ 7 ਰੰਗ ਹੈਗੇ ਆ, 7 ਰੰਗ ਦੀ ਪੀਂਘ ਹੈਗੀ ਆ। 7 ਰੰਗ ਜਿਹੜੇ ਮੈਂ ਸਬਜ਼ੀਆਂ ਔਰ ਫਰੂਟ ਦੇ ਕਹੇ ਸੀ, ਉਹ ਵੱਖ-ਵੱਖ 7 ਰੰਗ ਖਾਣੇ ਆਪਾਂ ਦਿਨ 'ਚ ਕੋਸ਼ਿਸ਼ ਕਰਨੇ ਆ ਵੀ ਆਪਣੇ ਸਰੀਰ 'ਚ ਪਾਈਏ, ਤੁਹਾਨੂੰ ਖੇਤਾਂ 'ਚ ਮਿਲਣਗੇ। ਤੇ 7 ਸੰਗੀਤ ਦੀਆਂ ਧੁਨਾਂ ਹੈ, ਤੇ 1430 ਅੰਗ ਮੇਰੇ ਸੱਚੇ ਪਾਤਸ਼ਾਹ ਦੇ ਸਾਰੇ ਹੀ ਰਾਗਾਂ 'ਚ ਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ। ਸੋ ਸ਼ਬਦ ਦੇ ਨਾਲ ਜੁੜੋ, ਗੁਰਮਤ ਸੰਗੀਤ ਦੇ ਨਾਲ ਜੁੜੋ, ਕਿਉਂਕਿ ਜਿਹੜਾ ਨਾ ਮੁੱਢਲੀ ਜਿਹੜੀ ਧਰਤੀ ਦੀ ਕ੍ਰੀਏਸ਼ਨ ਹੈ, ਸਾਇੰਸ ਵੀ ਕਹਿੰਦੀ ਆ, ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਜਿਹਨੂੰ ਬਿਗ ਬੈਂਗ ਕਹਿੰਦੇ ਆ। ਵੀ
ਧੁਨੀ, ਸਾਊਂਡ, ਮਿਊਜ਼ਿਕ, ਨਾਦ ਦੇ ਨਾਲ ਹੀ ਸਾਰਾ ਬ੍ਰਹਮ ਦਾ ਪਸਾਰਾ ਹੋਇਆ ਔਰ ਤੁਹਾਡੇ 50 ਟ੍ਰਿਲੀਅਨ ਸੈੱਲ 'ਚ ਉਹੀ ਨਾਦ ਦਾ ਸੂਖਸ਼ਮ ਵਾਈਬ੍ਰੇਸ਼ਨ ਚੱਲ ਰਿਹਾ। ਜਦੋਂ ਬਾਹਰਲਾ ਜਿਹੜਾ ਆਹਤ ਸੰਗੀਤ ਆ ਜਿਸ ਦਿਨ ਉੱਥੇ ਅਪੜਿਆ, ਜਿਸ ਦਿਨ ਹਿਰਦੇ ਤੱਕ ਤਲ ਤੇ ਗਿਆ। ਦੇਖੋ ਅਗਰ ਆਪਾਂ ਹੁਣ ਭੋਜਨ ਖਾਣਾ, ਭਾਵੇਂ ਤੁਸੀਂ ਬਹਿ ਕੇ ਖਾ ਲਓ, ਖੜੇ ਹੋ ਕੇ ਖਾ ਲਓ, ਲੰਮੇ ਬਹਿ ਕੇ ਖਾ ਲਓ, ਸਿਰ ਥੱਲੇ ਲੱਤਾਂ ਉੱਤੇ ਸਿਰਛੇਸ਼ਨ ਖਾ ਕੇ ਖਾ ਲਓ, ਉਹਦਾ ਨਿੱਜੀ ਸਥਾਨ ਜੋ ਮੇਦਾ ਉੱਥੇ ਹੀ ਜਾਣਾ। ਔਰ ਸ਼ਬਦ ਨੇ ਨਿੱਜੀ ਸਥਾਨ ਹੈਗਾ ਹਿਰਦਾ। ਜਿਸ ਦਿਨ ਹਿਰਦੇ ਤੇ ਚਲਾ ਗਿਆ ਉਸ ਦਿਨ ਗੱਲ ਬਣਨੀ ਆ। ਸੋ ਉਹ ਕਮਾਈ ਤੁਹਾਨੂੰ ਆਪ ਕਰਨੀ ਪੈਣੀ ਆ। ਔਰ ਜਿਸ ਦਿਨ ਸਾਰੇ ਸੈਲਸ ਦੇ ਹਿਰਦੇ 'ਚ ਚਲਾ ਗਿਆ ਉਸ ਦਿਨ ਆਹਤ ਤੋਂ ਅਨਾਹਤ ਹੋਊਗਾ। ਉਸ ਦਿਨ ਅੰਦਰ ਡਿਵਾਈਨ ਕਾਸਮਿਕ ਮਿਊਜ਼ਿਕ ਵੱਜੂਗਾ। ਉਹ ਖੁਸ਼ੀ, ਖੇੜਾ, ਜਿਹੜਾ ਉਹ ਸਕੂਨ ਹੈਗਾ ਤੁਸੀਂ ਬਿਆਨ ਨਹੀਂ ਕਰ ਪਾਓਗੇ। ਜਿੱਦਾਂ ਜਿਉਂ ਗੁੰਗੇ ਕੀ ਮਠਿਆਈ, ਉਹ ਸਵਾਦ ਤੁਹਾਨੂੰ ਆਊਗਾ। ਸੋ ਜੁੜੋ, ਬਾਣੀ ਦੇ ਨਾਲ ਜੁੜੋ, ਸ਼ਬਦ ਗੁਰੂ ਦੇ ਨਾਲ ਜੁੜੋ, ਸਰੀਰ ਤੰਦਰੁਸਤ ਰੱਖੋ ਕਿਉਂਕਿ ਜੀਵਨ ਇੱਕ ਜਾਂਚ ਹੈਗੀ ਹੈ। ਔਰ ਤੁਹਾਨੂੰ ਬੜੇ ਮੁਸ਼ਕਲਾਂ ਦੇ ਨਾਲ ਮਿਲਿਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਮਿਲ ਬਜ ਕੇਵਲ ਨਾਮ, ਗੁਰ ਸੇਵਾ ਔਰ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਤੇ ਬਹੁਤ ਭਾਵਨਾ ਕਰਕੇ ਦੇਹੀ ਮਿਲੀ ਆ। ਇਸ ਦੇਹੀ ਕੋ ਸਿਮਰੇ ਦੇਵ, ਬ੍ਰਹਮਾ ਵਿਸ਼ਨੂੰ ਮਹੇਸ਼ ਸਿਮਰ ਰਹੇ ਆ ਕਿਉਂਕਿ ਉਹਨਾਂ ਦੀ ਮੁਕਤੀ ਨਹੀਂ ਹੋਈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिव जी अवतरा, काल पाए कर बिशन प्रकाशा, सगल काल का किया तमाशा। जी डॉक्टर साहब, गुरु दे नाल जुड़ो, गुरु ਨੂੰ ਸਜਦਾ ਕਰੋ, ਗੁਰੂ ਨੂੰ ਨਮਸਕਾਰ ਕਰੋ, ਝੁਕ ਜਾਓ, ਝੁਕ ਜਾਓ, ਸ਼ਰਧਾ, ਭਾਵਨਾ, ਪ੍ਰੇਮ, ਭਗਤੀ ਇਹ ਸਾਰੇ ਉਜਾਗਰ ਕਰੋ। ਅਗਲੇ ਹਫਤੇ ਫਿਰ ਤੁਹਾਡੇ ਚਰਨ ਪਰਸਾਂਗੇ। ਅਗਲੇ ਮਹੀਨੇ ਦੂਜੇ ਹਫਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਪ੍ਰਗਟ ਸਿੰਘ ਭੁੱਲ ਜੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਉਣ ਦਾ ਯਤਨ ਕੀਤਾ। ਤੰਦਰੁਸਤ ਕਿਵੇਂ ਰਹਿਣਾ, ਚੜ੍ਹਦੀ ਕਲਾ 'ਚ ਕਿਵੇਂ ਰਹਿਣਾ, ਬਾਣੀ ਨਾਲ ਕਿਵੇਂ ਜੁੜਨਾ, ਸ਼ਬਦ ਨਾਲ ਕਿਵੇਂ ਜੁੜਨਾ। ਅਗਲੇ ਮਹੀਨੇ ਅਗਸਤ ਦੇ ਦੂਜੇ ਜਿਹੜਾ ਸ਼ਨੀਵਾਰ ਹੈ, ਡਾਕਟਰ ਪ੍ਰਗਟ ਸਿੰਘ ਭੁੱਲ ਜੀ ਗੱਲਬਾਤ ਕਰਨਗੇ। ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।